ਤਾਂ ਹੁਣ ਸੁਖਵੀਰ ਜੀ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਹਾਡਾ ਦਿਲ ਹੈ ਜਿਹੜਾ ਉਹ ਕਿੰਨਾ ਧੜਕਦਾ ਹੈ। ਤਾਂ ਤੁਸੀਂ ਇਸ ਨੂੰ ਕੰਨ ਦੇ ਵਿੱਚ ਲਗਾ ਕੇ ਤੇ ਇਸ ਨੂੰ ਦਿਲ ਦੇ ਉੱਤੇ ਲਗਾ ਕੇ ਤੇ ਇਹਦੇ ਨਾਲ ਆਵਾਜ਼ ਸੁਣ ਸਕਦੇ ਹੋ। ਦੇਖੋ ਉਹਦੀ ਸੋਚ ਕਿੱਡੀ ਵੱਡੀ ਸੀ, ਉਸਨੇ ਨਿਊਟਨ ਡਿਸਕ ਬਣਾਈ ਉਹਦੇ ਨਾਮ ਤੇ ਹੀ ਹੈ। ਤੇ ਜਦੋਂ ਹੁਣ ਇਸ ਨੂੰ ਅਸੀਂ ਘੁਮਾਉਂਦੇ ਹਾਂ ਤੇਜ਼ ਤਾਂ ਇਹ ਚਿੱਟੇ ਰੰਗ ਦੇ ਵਿੱਚ ਸਾਨੂੰ ਨਜ਼ਰ ਆਉਂਦੀ। ਵਿਦਿਆਰਥੀ ਨੂੰ ਇਹ ਦੱਸਣਾ ਕਿ ਇਹ ਕਿਉਂ ਹੋਇਆ, ਇਸ ਤੋਂ ਪਹਿਲਾਂ ਉਹਨੂੰ ਪ੍ਰਸ਼ਨ ਕਰ ਦਿਓ ਵੀ ਭਾਈ ਇਹ ਵਾਪਸ ਕਿਉਂ ਨਹੀਂ ਜਾਂਦੀ, ਇਹ ਦੱਸ। ਉਹ ਸਹਿਜੀ ਜਵਾਬ ਦੇ ਦਿੰਦਾ, ਕਹਿੰਦਾ ਵੀ ਇਹ ਵਾਪਸ ਤਾਂ ਨਹੀਂ ਜਾ ਰਹੀ ਜੀ, ਇਹਦੇ 'ਚ ਹਵਾ ਆ ਗਈ। ਫਿਰ ਅਗਲਾ ਪ੍ਰਸ਼ਨ ਹੋ ਜਾਂਦਾ ਵੀ ਜੇ ਇਹਦੇ 'ਚੋਂ ਹਵਾ ਕੱਢਦਾ ਫਿਰ ਕਹਿੰਦਾ ਜੀ ਵਾਪਸ ਜਾਊਗੀ। ਮੈਂ ਕਿਹਾ ਆਪਾਂ ਕਰਕੇ ਦੇਖ ਲੈਂਦੇ ਹਾਂ। ਉਹਨੇ ਕਹਿਤਾ ਵਾਪਸ ਜਾਊਗੀ, ਆਪਾਂ ਨੇ ਕਰਕੇ ਦੇਖ ਲਿਆ, ਉਹ ਵਾਪਸ ਚਲੀ ਗਈ। ਮਤਲਬ ਗੱਲ ਕੀ ਹੈ ਵੀ ਇਹ ਹੁਣ ਮੇਰੇ ਹਿਸਾਬ ਦੇ ਮੁਤਾਬਕ ਤਾਂ 에ਅਰ ਸਪਰਿੰਗ ਬਣਾਤਾ ਸੀ। ਤਾਂ ਆ ਹੁਣ ਇੱਥੇ ਮੈਗਨੇਟ ਇੱਕ ਦੂਜੇ ਨੂੰ ਖਿੱਚ ਰਹੇ ਆ, ਘੁੰਮ ਨਹੀਂ ਰਹੇ ਹੈ। ਤਾਂ ਹੁਣ ਜਦੋਂ ਇਸ ਨੂੰ ਅਸੀਂ ਉਲਟਾ ਦਿੰਦੇ ਹਾਂ, ਤੁਸੀਂ ਦੇਖੋ ਆ ਉਲਟਾ ਤਾਂ ਹੁਣ ਇਸ ਦੇ ਵਿੱਚ ਸਪੇਸ ਆ ਗਈ ਹੋਈ ਹੈ। ਹੁਣ ਇੱਕ ਦੂਜੇ ਨੂੰ ਧੱਕ ਰਹੇ ਹੈ। ਹੁਣ ਜਦੋਂ ਧੱਕ ਰਹੇ ਹੈ ਤਾਂ ਇਸ ਤਰ੍ਹਾਂ ਹੀ ਟ੍ਰੇਨ ਹੈ ਜਿਹੜੀ ਉੱਪਰ ਉੱਠ ਕੇ ਚੱਲ ਰਹੀ ਹੈ। ਵੀ 100 99 98 97 96 95 94 92 93 91 92 88 87 ਇਸੇ ਤਰ੍ਹਾਂ ਇਹਦੀ ਪੁੱਠੀ ਗਿਣਤੀ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਤੁਸੀਂ ਦੇਖੋ ਉਹ ਸਾਡੀ ਜਿਹੜੀ ਹੈ PSLV ਹੈ ਜਿਹੜਾ ਉੱਪਰ ਚਲਾ ਗਿਆ। ਇਸ ਉਂਗਲੀ ਵੱਡੀ ਤੇ ਲਗਾ ਕੇ ਉਸ ਨੂੰ ਦੱਸਦੇ ਆ ਵੀ ਇੱਥੇ ਤੱਕ। ਇੱਕ ਵਾਰੀ ਉਸ ਨੂੰ ਮਿਣ ਕੇ ਦਿਖਾਤਾ ਵੀ ਕਿੱਥੇ ਤੱਕ 1 ਮੀਟਰ ਬਣਦਾ, ਤਾਂ ਹੁਣ ਇੰਚੀ ਟੇਪ ਦਾ ਕੰਮ ਖਤਮ। ਹੁਣ ਬਾਜ਼ਾਰ 'ਚ ਕੱਪੜਾ ਖਰੀਦਣ ਗਿਆ, ਉਹ ਕਹਿੰਦਾ ਉਹ 1 ਮੀਟਰ 2 ਮੀਟਰ ਆ ਲਓ ਜੀ 5 ਮੀਟਰ ਹੋ ਗਿਆ। ਤਾਂ ਜਦੋਂ ਮੈਂ ਇਸ ਟੂਟੀ ਤੇ ਹੱਥ ਧੋ ਰਿਹਾ, ਇੱਕ ਤਾਂ ਇਹ ਮੈਸੇਜ ਆਉਂਦਾ ਵੀ ਭਾਈ ਹੱਥ ਧੋਣ ਤੋਂ ਬਾਅਦ ਜਿਹੜੀ ਟੂਟੀ ਹੈ ਉਹਨੂੰ ਬੰਦ ਕਰਨਾ ਨਾ ਭੁੱਲੋ। ਦੂਸਰਾ ਤੁਸੀਂ ਇਹ ਦੇਖ ਸਕਦੇ ਹੋ ਮੇਰੇ ਹੱਥ ਪੂਰੀ ਤਰ੍ਹਾਂ ਦੇ ਨਾਲ ਗਿੱਲੇ ਹੋ ਗਏ ਹੋਏ, ਮਤਲਬ ਇੰਨੇ ਕੁ ਪਾਣੀ ਨਾਲ ਹੱਥ ਧੋਤੇ ਜਾ ਸਕਦੇ। ਤਾਂ ਇਹ ਜਿਹੜਾ ਹੈਗਾ ਇਹ ਇਸ ਨੂੰ ਧੱਕਦਾ, ਇੱਧਰਲੇ ਪਾਸੇ ਇਸ ਨੂੰ ਖਿੱਚ ਲੈਂਦਾ। ਹੁਣ ਤਾਂ ਨਹੀਂ ਉਹ ਉਸ ਤਰ੍ਹਾਂ ਚੱਲ ਰਿਹਾ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ, ਹੁਣ ਇਹ ਚੱਲ ਰਿਹਾ। ਹੁਣ ਦੇਖੋ ਤੁਸੀਂ ਕਿੰਨੀ ਇਸ ਦੇ ਵਿੱਚ ਫੋਰਸ ਆ ਗਈ। ਹੁਣ ਇਸ ਦੇ ਨਾਲ ਅਸੀਂ ਮੈਗਨੈਟਿਕ ਸ਼ੌਕਰ ਤਿਆਰ ਕਰ ਸਕਦੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਅਸੀਂ ਖੜੇ ਹਾਂ ਕਲਿਆਣ ਸਕੂਲ ਵਿਖੇ, ਜਿੱਥੇ ਕਿ ਇੱਕ ਸਾਇੰਸ ਟੀਚਰ ਨੇ, ਉਹਨਾਂ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਸਾਇੰਸ ਨੂੰ ਜਿਹੜੀ ਆ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਅਕਸਰ ਜਿਹੜਾ ਸਾਇੰਸ ਸਬਜੈਕਟ ਆ ਉਸ ਨੂੰ ਲੈ ਕੇ ਜਿਹੜੇ ਬੱਚੇ ਨੇ ਉਹ ਅਕਸਰ ਡਰਦੇ ਹੋਏ ਨਜ਼ਰ ਆਉਂਦੇ ਨੇ, ਪਰ ਅਸੀਂ ਕਲਿਆਣ ਸਕੂਲ ਦੇ ਵਿੱਚ ਆਏ ਹਾਂ। ਹੁਣ ਤੁਹਾਨੂੰ ਉਹਨਾਂ ਅਧਿਆਪਕ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਸਾਇੰਸ ਨੂੰ ਜਿਹੜਾ ਬੜੇ ਹੀ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬੱਚਿਆਂ ਨੂੰ ਸਮਝਾ ਵੀ ਰਹੇ ਨੇ। ਜਿਹੜਾ ਪਾਰਕ ਹੈ ਇਹਨੂੰ ਆਪਾਂ ਸਾਇੰਸ ਪਾਰਕ ਕਹਿ ਸਕਦੇ ਹਾਂ। ਇਹਦੇ ਵਿੱਚ ਉਹਨਾਂ ਨੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਜਿਹੜੀ ਸਾਇੰਸ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਦੇਖ ਸਕਦੇ ਹੋ ਤੁਸੀਂ, ਹਰੇਕ ਚੀਜ਼ ਦਾ ਜਿਹੜਾ ਪ੍ਰੈਕਟੀਕਲ ਕਰਕੇ ਦਿਖਾਇਆ ਗਿਆ। ਇਹ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਸੀਂ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਇੰਸ ਦੇ ਨਾਲ ਜੁੜੀਆਂ ਹੋਈਆਂ ਨੇ, ਇਹ ਤੁਹਾਨੂੰ ਫਿਰ ਦਿਖਾਉਂਦੇ ਹਾਂ। ਪਹਿਲਾਂ ਆਪਾਂ ਜਿਹੜੇ ਅਧਿਆਪਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਨ੍ਹਾਂ ਦਾ ਨਾਮ ਹੈ ਜਸਵਿੰਦਰ ਸਿੰਘ, ਤੇ ਕਾਫੀ ਸਮੇਂ ਤੋਂ ਜਿਹੜਾ ਸਮਾਨ ਇਕੱਠਾ ਕਰ ਰਹੇ ਨੇ ਤੇ ਸਮਾਨ ਰੱਖ ਲਿਆ ਉਹਨਾਂ ਨੇ। ਜਸਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਸਮਾਨ ਇੱਥੇ ਇਕੱਠਾ ਕੀਤਾ ਹੈ ਸਾਰਾ, ਇਹਨੂੰ ਪ੍ਰੈਕਟੀਕਲ ਕਰਨ ਦੇ ਵਿੱਚ ਤੁਸੀਂ ਕਦੋਂ ਕੋਈ ਜਿਹੜੀ ਸ਼ੁਰੂਆਤ ਕੀਤੀ ਸੀਗੀ, ਕਦੋਂ ਦਿਖਾਉਣ ਲੱਗੇ ਹੋਏ ਬੱਚਿਆਂ ਨੂੰ ਪ੍ਰੈਕਟੀਕਲ ਕਰਕੇ? ਇਹ 1 ਨਵੰਬਰ 2012 ਦੀ ਗੱਲ ਹੈ, ਜਦੋਂ ਮੈਂ ਇਹ ਪ੍ਰੈਕਟੀਕਲ ਸ਼ੇਪ ਇਸ ਨੂੰ ਦਿੱਤੀ ਹੈ। ਤੇ ਉਸ ਵਕਤ ਜਿਹੜੇ ਵਿਦਿਆਰਥੀ ਹੈ ਜਦੋਂ ਮੇਰੇ ਕੋਲ ਆਉਂਦੇ ਸੀਗੇ ਤਾਂ ਉਹਨਾਂ ਨੂੰ ਹੱਥੀਂ ਕਰਕੇ ਦਿਖਾਉਣ ਦੇ ਵਿੱਚ ਉਹਨਾਂ ਦੀ ਰੁਚੀ ਮੈਨੂੰ ਬਹੁਤ ਜ਼ਿਆਦਾ ਲੱਗੀ। ਤਾਂ ਉਸ ਵਕਤ ਤੋਂ ਇਹ ਮੈਂ ਸ਼ੁਰੂ ਕੀਤਾ। ਫਿਰ ਥੋੜ੍ਹਾ ਜਿਹੜਾ ਆਪਰੇਟਸ ਸੀਗਾ ਇਕੱਠਾ ਕਰਨਾ ਸ਼ੁਰੂ ਕੀਤਾ
ਤੇ ਉਸ ਆਪਰੇਟਸ ਦੇ ਹੁੰਦਿਆਂ ਬੱਚਿਆਂ ਨੂੰ ਇਹ ਹੁੰਦਾ ਵੀ ਇਹ ਚੀਜ਼ ਅਸੀਂ ਕਿਤਾਬ ਦੇ ਵਿੱਚ ਪੜ੍ਹੀ ਹੈ, ਤਾਂ ਉਸ ਐਕਸਪੈਰੀਮੈਂਟ ਨੂੰ ਆਪ ਕਰਕੇ ਦੇਖਦੇ ਹਾਂ। ਜਦੋਂ ਆਪ ਕਰਕੇ ਦੇਖਦੇ ਹਾਂ ਫਿਰ ਉਹਨਾਂ ਨੂੰ ਬੜਾ ਅੱਛਾ ਲੱਗਦਾ। ਤਾਂ ਇਹ ਕਨਸੈਪਟ ਹੈ ਜਿਹੜਾ ਕਿ ਬੱਚਿਆਂ ਨੂੰ ਹੱਥੀਂ ਕਰਨ ਦਿੱਤਾ ਜਾਵੇ ਕੰਮ, ਇਹ ਸਾਨੂੰ ਬਹੁਤ ਦੇਰ ਬਾਅਦ ਸਮਝ ਆ ਰਿਹਾ, ਜਦ ਕਿ ਬਹੁਤ ਪਹਿਲਾਂ ਸਮਝ ਆ ਜਾਣਾ ਚਾਹੀਦਾ ਸੀ, ਕਿਉਂਕਿ ਘਰ ਦੇ ਵਿੱਚ ਜਿੰਨੇ ਕੰਮ ਹੁੰਦੇ ਆ ਹੱਥੀਂ ਹੁੰਦੇ ਆ। ਕੋਈ ਵੀ ਕੰਮ ਬਗੈਰ ਹੱਥੀ ਤਾਂ ਨਹੀਂ ਅਸੀਂ ਕਰਦੇ, ਚਾਹੇ ਉਹ ਕੰਧ ਦੇ ਵਿੱਚ ਕਿੱਲ ਲਗਾਉਣੀ ਹੈ, ਚਾਹੇ ਉਹ ਬੱਚੇ ਨੇ ਮਾਤਾ ਜੀ ਦੇ ਨਾਲ ਆਟਾ ਗੁੰਨਣਾ ਹੈ, ਚਾਹੇ ਉਹ ਕੋਈ ਚਾਹ ਦਾ ਕੱਪ ਬਣਾਉਣਾ ਹੈ, ਉਹ ਹੱਥੀਂ ਹੀ ਕਰਨਾ ਪੈਣਾ। ਤੇ ਸਾਇੰਸ ਜਾਂ ਹੋਰ ਕੋਈ ਪੜ੍ਹਾਈ ਹੱਥੀਂ ਕਿਉਂ ਨਹੀਂ ਹੋ ਸਕਦੀ ਹੈ, ਪਰ ਇਸ ਪੜ੍ਹਾਈ ਨੂੰ ਹੱਥੀਂ ਕਰਨ ਦੇ ਲਈ ਸਾਨੂੰ ਉਹ ਚੀਜ਼ਾਂ ਦੇ ਵੱਲ ਬਹੁਤ ਜ਼ਿਆਦਾ ਫੋਕਸ ਕਰਨਾ ਪਊਗਾ ਜੋ ਕਿਤਾਬਾਂ 'ਚ ਲਿਖ ਕੇ ਚਲੇ ਗਏ ਵਿਗਿਆਨੀ, ਉਹਨਾਂ ਨੂੰ ਫਿਰ ਆਪਾਂ ਹੱਥੀਂ ਕਰਕੇ ਦਿਖਾਈਏ ਉਹਨਾਂ ਵਿਦਿਆਰਥੀਆਂ ਨੂੰ, ਔਰ ਫਿਰ ਵਿਦਿਆਰਥੀ ਆਪਣੇ ਹੱਥੀਂ ਕਰਨ। ਹੁਣ ਐਕੂਰੇਸੀ ਕਿਉਂ ਨਹੀਂ ਆ ਰਹੀ? ਹੁਣ ਇੱਕ ਵਿਦਿਆਰਥੀ ਡਾਕਟਰ ਬਣ ਜਾਂਦਾ ਜਾਂ ਨਰਸਿੰਗ ਦਾ ਕੋਰਸ ਕਰ ਰਿਹਾ ਹੈ, ਉਸ ਨੂੰ ਕਿਹਾ ਜਾਂਦਾ ਵੀ ਇਹਦੀ ਵੇਨ ਲੱਭ ਕੇ ਇਹਦਾ ਟੀਕਾ ਲਾ ਦੇ, ਤਾਂ ਉਹ ਪਹਿਲੀ ਵਾਰੀ 'ਚ ਤਾਂ ਨਹੀਂ ਨਾ ਟੀਕਾ ਲਾ ਸਕਦਾ, ਪਰ ਉਹ ਕਰਦੇ ਦੇਖਦੇ ਆ, ਪਹਿਲਾਂ ਓਬਜ਼ਰਵ ਕਰਕੇ ਫਿਰ ਉਹ ਨਤੀਜੇ ਤੇ ਪਹੁੰਚਦਾ ਵੀ ਹਾਂ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਸੂਈ ਨੂੰ ਪਕੜਿਆ ਸੀ, ਇਸ ਤਰ੍ਹਾਂ ਸਰਿੰਜ ਨੂੰ ਪਕੜਿਆ ਸੀਗਾ, ਫਿਰ ਉਸ ਨੂੰ ਸਮਝ ਆਉਂਦੀ ਹੈ ਵੀ ਹਾਂ ਇਹ ਇਸ ਤਰ੍ਹਾਂ ਹੋ ਸਕਦਾ। ਇਸੇ ਤਰ੍ਹਾਂ ਹੀ ਸਾਡਾ ਟੈਸਟਾਂ ਦਾ ਹਿਸਾਬ ਕਿਤਾਬ ਹੈ, ਜਿਹੜੇ ਅਸੀਂ ਲੈਬੋਰਟਰੀ 'ਚ ਟੈਸਟ ਕਰਾਉਂਦੇ ਹਾਂ। ਜੇ ਹੁਣ ਸਾਡੇ ਬੱਚਿਆਂ ਨੂੰ ਇਹ ਮੀਟਰ ਵਗੈਰਾ ਪੜ੍ਹਨੇ ਆਉਂਦੇ ਹੋਣਗੇ ਤਾਂ ਉਹ ਐਕੂਰੇਸੀ ਸਾਡੇ ਕੋਲ ਜ਼ਿਆਦਾ ਹੋ ਜੂਗੀ। ਜੇ ਉਹ ਨਹੀਂ ਪੜ੍ਹਨੇ ਸਿੱਖਣਗੇ ਫਿਰ ਉਹ ਐਕੂਰੇਸੀ ਉੱਥੇ ਘੱਟ ਰਹੂਗੀ, ਫਿਰ ਇੱਕ ਲੈਬ 'ਚੋਂ ਸਾਨੂੰ ਤਸੱਲੀ ਨਹੀਂ ਹੁੰਦੀ ਹੈ, ਫਿਰ ਅਸੀਂ ਦੂਜੀ ਤੇ ਜਾਂਦੇ, ਫਿਰ ਤੀਜੀ ਤੇ ਜਾਂਦੇ। ਜੇ ਇੱਕ 'ਚ ਹੀ ਸਾਨੂੰ ਐਕੂਰੇਸੀ ਮਿਲੂਗੀ ਸਾਡਾ ਟਾਈਮ ਵੀ ਬਚੂਗਾ, ਬਹੁਤ ਸਾਰਾ ਸਮੇਂ ਦੀ ਬੱਚਤ ਹੋਊਗੀ, ਤੇ ਉੱਥੇ ਸਾਡੇ 'ਤੇ ਵਿਸ਼ਵਾਸ ਵੀ ਬਹੁਤ ਜ਼ਿਆਦਾ ਵੱਧ ਜੂਗਾ ਵੀ ਆਹ ਲੈਬ ਵਾਲੇ ਦੀ ਐਕੂਰੇਸੀ ਇੰਨੀ ਜ਼ਿਆਦਾ ਹੈ, ਇੱਕ ਵਾਰੀ 'ਚ ਜਿਹੜਾ ਇਹ ਕੰਮ ਕਹਿ ਦਿੰਦਾ ਨਾ ਵੀ ਉਹੀ ਨਿਕਲਦੀ ਹੈ ਰਿਪੋਰਟ। ਤਾਂ ਉਸ ਤਰ੍ਹਾਂ ਦੇ ਬੱਚੇ ਤਿਆਰ ਕਰਨ ਦਾ ਮੇਰੇ ਮਨ ਦੇ ਵਿੱਚ ਭਾਵਨਾ ਹੈ ਵੀ ਮੇਰਾ ਹਰ ਬੱਚਾ ਖੁਦ ਕਰਕੇ ਦੇਖੇ ਕੰਮ ਨੂੰ, ਇਹ ਨਾ ਹੋਵੇ ਵੀ ਹਵਾ ਦੇ ਵਿੱਚ ਵੀ ਹਾਂਜੀ ਹੋ ਗਿਆ ਜੀ। ਪ੍ਰੈਕਟੀਕਲ ਕਰਾਉਣ ਲੱਗੇ ਹੋ, ਇਹ ਤੋਂ ਬਾਅਦ ਬੱਚੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਪਰਸੈਂਟੇਜ ਵਧੀਆ? ਹਾਂ ਬਿਲਕੁਲ, ਦੇਖੋ ਜਦੋਂ ਪ੍ਰੈਕਟੀਕਲ ਬੱਚਾ ਕਰਦਾ ਨਾ, ਕਿਉਂਕਿ ਸਾਡੇ ਕੋਲ ਜਿਹੜਾ ਸਿਸਟਮ ਹੈ, ਸਾਡਾ ਐਜੂਕੇਸ਼ਨ ਸਿਸਟਮ ਹੈ, ਉਸ ਦੇ ਵਿੱਚ 70 ਨੰਬਰ ਦੀ ਥਿਊਰੀ ਹੈ, 25 ਨੰਬਰ ਦਾ ਪ੍ਰੈਕਟੀਕਲ ਹੈ ਵਿਗਿਆਨ ਦੀ, ਜੇ ਮੈਂ ਗੱਲ ਕਰਾਂ, ਤੇ 5 ਨੰਬਰ ਦੀ ਅਸੈਸਮੈਂਟ ਹੈ ਉਸ ਬੱਚੇ ਕੋਲ। ਤਾਂ ਹੁਣ 25 ਨੰਬਰ ਹੈ ਜਿਹੜੇ ਉਹ ਤੀਜਾ ਹਿੱਸਾ ਬਣਦਾ, ਮਤਲਬ ਟੋਟਲ ਅਸੀਂ ਜੇ ਲਾਈਏ ਉਹਦਾ ਥਿਊਰੀ ਦੇ ਕੰਪੈਰੀਜ਼ਨ 'ਚ ਕਰੀਏ ਤਾਂ 25 ਦੀ 75 ਕਹਿ ਲੈਂਦੇ। ਤਾਂ ਹੁਣ ਉਹ ਜੇ ਤੀਜਾ ਹਿੱਸਾ ਪ੍ਰੈਕਟੀਕਲ ਕਰਾ ਰਹੇ ਹਾਂ, ਜੇ ਇਹ 3 ਹਿੱਸੇ ਪ੍ਰੈਕਟੀਕਲ ਹੋ ਜੇ, ਇੱਕ ਹਿੱਸੇ ਥਿਊਰੀ ਹੋ ਜੇ, ਜਾਂ ਅੱਧੋ ਅੱਧ ਕਰ ਲਈਏ, ਮੈਂ ਕਹਿੰਦਾ ਅੱਧੀ ਥਿਊਰੀ ਹੋ ਜੇ ਅੱਧੀ ਪ੍ਰੈਕਟੀਕਲ ਹੋ ਜੇ, ਤਾਂ ਇਸ ਨੂੰ ਜ਼ਿਆਦਾ ਵੇਟੇਜ ਦਿੱਤਾ ਜਾ ਸਕਦਾ ਸਾਡੇ ਵੱਲੋਂ। ਕਿਉਂਕਿ ਬੱਚਾ ਜਦੋਂ ਪ੍ਰੈਕਟੀਕਲ ਕਰਦਾ ਨਾ ਤਾਂ ਉਹਨੂੰ ਇੱਕ ਤਾਂ ਇੰਟਰਸਟ ਬਣਦਾ, ਜਦੋਂ ਇੰਟਰਸਟ ਬਣਦਾ ਹੈ ਤਾਂ ਉਹ ਫਿਰ ਕਰਕੇ ਦੇਖਣ ਦੀ ਕੋਸ਼ਿਸ਼ ਕਰਦਾ, ਤਾਂ ਫਿਰ ਉਸ ਨੂੰ ਸਮਝ ਆ ਜਾਂਦੀ ਹੈ ਅੱਛਾ ਇਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਸੀ। ਹੁਣ ਪਿੱਛੇ ਜੇ ਮੈਂ ਇੱਕ ਐਕਸਪੈਰੀਮੈਂਟ ਕਰ ਰਿਹਾ ਸੀ, ਮੈਂ ਇੱਕ ਬੱਚੇ ਨੂੰ ਬੁਲਾਇਆ, ਮੈਂ ਕਿਹਾ ਬੇਟੇ ਇੱਧਰ ਆ, ਉਹ ਲੜਕੀ ਸੀਗੀ, ਤੇ ਮੈਂ ਕਿਹਾ ਇਸ ਨੂੰ ਪੰਪ ਕਰ ਤੂੰ, ਉਹ ਹਵਾ ਪ੍ਰੈਸ਼ਰ ਦਾ ਐਕਸਪੈਰੀਮੈਂਟ ਸੀਗਾ, ਤੇ ਜਦੋਂ ਅਸੀਂ ਉਸ ਨੂੰ ਪੰਪ ਕਰਨ ਲੱਗੇ ਤਾਂ ਉਹ ਬੱਚੇ ਨੂੰ ਪੰਪ ਹੀ ਨਾ ਕਰਨਾ ਆਵੇ। ਹੁਣ ਤੁਸੀਂ ਦੇਖੋ ਵੀ ਇਹ ਕਿੱਡੀ ਕੁ ਗੱਲ ਹੈ ਵੀ ਇੱਕ ਹਵਾ ਜਿਸ ਦੇ ਨਾਲ ਭਰਦੇ ਹਾਂ ਅਸੀਂ ਸਾਈਕਲ ਦੇ ਟਿਊਬ ਦੇ ਵਿੱਚ, ਤਾਂ ਉਹ ਪੰਪ ਨਹੀਂ ਕਰਨਾ ਆ ਰਿਹਾ ਬੱਚੇ ਨੂੰ, ਤਾਂ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ? ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਇਹ ਨਾ ਹੋਵੇ ਵੀ ਕੰਪਿਊਟਰ ਦੇ ਨਾਲ ਹੀ ਜਿਹੜਾ ਹੈਗਾ ਇੱਕ ਅਸੀਂ ਕੀ ਲਗਾ ਦਈਏ ਵੀ ਇਸ ਕੀ ਨੂੰ ਪ੍ਰੈਸ ਕਰਨਾ ਤੇ ਉਹ ਪਾਈਪ ਉਹਦੇ 'ਚ ਲਾ ਦੇਣੀ ਹੈ ਤੇ ਹਵਾ ਆਪਣੇ ਆਪ ਹੀ ਭਰ ਜਾਣੀ ਹੈ। ਫਿਰ ਸਾਨੂੰ ਇਦਾਂ ਦੇ ਕੁਝ ਸੋਚਣਾ ਪਊਗਾ ਜੇ ਹੱਥੀਂ ਕੰਮ ਕਰਦੇ ਨਾ ਰਹੇ ਅਸੀਂ। ਤਾਂ ਹੁਣ ਹੱਥੀਂ ਕੰਮ ਕਰਦੇ ਰਹਿਣ ਕਰਕੇ ਹੀ ਸਾਨੂੰ ਜਿਹੜੀ ਹੈ ਅਸਲ ਦੇ ਵਿੱਚ ਅਸਲੀ ਸੰਤੁਸ਼ਟੀ ਤਾਂ ਮਿਲਣੀ ਹੈ, ਕਿਉਂਕਿ ਸਾਡੇ ਆਪਣੇ ਭਾਰਤ ਦੇਸ਼ ਦੇ ਵਿੱਚ ਜਿੰਨੇ ਕੰਮ ਹੈ, ਉਹ ਚਾਹੇ ਇਲੈਕਟ੍ਰੀਸ਼ੀਅਨ ਦਾ ਹੈ, ਚਾਹੇ ਪਲੰਬਰ ਦਾ ਹੈ, ਚਾਹੇ ਮਕੈਨੀਕਲ ਹੈ, ਉਹ ਸਾਰੇ ਹੱਥੀਂ ਹੀ ਕਰਨੇ ਪੈ ਰਹੇ ਆ। ਹਾਲੇ ਸਾਡੇ ਕੋਲ ਰੋਬੋਟ ਨਹੀਂ ਆਏ ਹੈ, ਜਦੋਂ ਰੋਬੋਟ ਆਉਣਗੇ ਉਸ ਦੇ ਸਮੇਂ ਦੇ ਅਨੁਸਾਰ ਉਸ ਦਾ ਢਲ ਜਾਾਂਗੇ, ਪਰ ਅੱਜ ਦੀ ਘੜੀ ਸਾਨੂੰ ਹੱਥੀਂ ਇਹ ਐਕੂਰੇਸੀ ਲਿਆਣੀ ਪਊਗੀ ਜੀ। ਅਸੀਂ ਵੀ ਚਾਹੁੰਦੇ ਹਾਂ ਵੀ ਸਾਨੂੰ ਵੀ ਜਿਹੜਾ ਹੱਥੀਂ ਕਰਕੇ ਦਿਖਾਓ, ਜਿਹੜੇ ਪ੍ਰੈਕਟੀਕਲ ਤੁਸੀਂ ਸ਼ੁਰੂਆਤ ਕਿੱਥੋਂ ਕਰੋਗੇ ਹੋ? ਹਾਂ ਦੇਖੋ, ਇਸ ਦੇ ਵਿੱਚ ਨਾ ਤਾਂ ਕੋਈ ਸ਼ੁਰੂਆਤ ਹੁੰਦੀ ਹੈ ਨਾ ਕੋਈ ਅੰਤ ਹੁੰਦਾ, ਕਿਉਂਕਿ ਜਦੋਂ ਅਸੀਂ ਬ੍ਰਹਿਮੰਡ ਦੀਆਂ ਗੱਲਾਂ ਕਰਦੇ ਹਾਂ ਤੇ ਜਦੋਂ ਅਸੀਂ ਬ੍ਰਹਿਮੰਡ ਦੀਆਂ ਰਮਜਾਂ ਸਮਝਣ ਦੀਆਂ ਗੱਲਾਂ ਕਰਦੇ ਹਾਂ, ਤਾਂ ਬ੍ਰਹਿਮੰਡ ਕਿੱਡਾ ਵੱਡਾ ਤੇ ਧਰਤੀ ਦੇ ਇੱਕ ਛੋਟੇ ਜਿਹੇ ਹਿੱਸੇ ਤੇ ਅਸੀਂ ਰਹਿ ਰਹੇ ਹਾਂ, ਹੈ ਨਾ। ਤੇ 6400 ਕਿਲੋਮੀਟਰ ਦਾ ਇੱਕ ਚੱਕਰ ਲਗਾ ਕੇ ਜਦੋਂ ਧਰਤੀ ਐਡੀ ਵੱਡੀ ਅਸੀਂ ਦੇਖਦੇ ਹਾਂ ਵੀ ਇਹਦਾ ਕੋਈ ਅੰਤ ਹੀ ਨਹੀਂ ਹੈ, ਤੇ ਫਿਰ ਅਸੀਂ ਦੱਸ ਦਿੰਦੇ ਹਾਂ ਵੀ ਜਿੱਥੇ ਧਰਤੀ ਤੇ ਆਕਾਸ਼ ਮਿਲਦਾ ਨਜ਼ਰ ਆਉਂਦਾ, ਪਰ ਉੱਥੇ ਮਿਲਦਾ ਨਹੀਂ ਹੁੰਦਾ, ਹੋਰਾਈਜ਼ਨ ਕਹਿ ਦਿੰਦੇ ਹਾਂ ਉਸ ਨੂੰ, ਉਸ ਪੁਆਇੰਟ ਨੂੰ। ਉੱਥੋਂ ਜਿਹੜਾ ਸੂਰਜ ਦਾ ਫਿਰ ਉੱਪਰ ਨੂੰ ਆਉਣਾ, ਹੇਠਾਂ ਨੂੰ ਜਾਣਾ, ਸਨਰਾਈਜ਼ਸ ਇਨ ਦਾ ਈਸਟ, ਸੈਟਸ ਇਨ ਦਾ ਵੈਸਟ, ਉਹ ਗੱਲਾਂ ਜਿਹੜੀਆਂ ਦੱਸਣੀਆਂ ਬੱਚਿਆਂ ਨੂੰ, ਪ੍ਰੈਕਟੀਕਲੀ ਕਰਕੇ ਦਿਖਾਣਾ ਕਿ ਬੇਟੇ ਦੇਖ ਉਹ ਸੂਰਜ ਹੁਣ ਉੱਤੇ ਆਉਣਾ ਸ਼ੁਰੂ ਹੋ ਗਿਆ, ਉਹ ਦੇਖ। ਪਰ ਉਹ ਬੱਚਾ ਫਿਰ ਪ੍ਰਸ਼ਨ ਕਰੂਗਾ ਵੀ ਜੇ ਉੱਤੇ ਆਉਣਾ ਸ਼ੁਰੂ ਹੋ ਗਿਆ ਥੱਲੇ ਚਲਾ ਗਿਆ ਸੀ, ਫਿਰ ਉਸ ਨੂੰ ਪਤਾ ਲੱਗੂਗਾ ਵੀ ਵਾਕਈ ਧਰਤੀ ਗੋਲ ਹੈ। ਤਾਂ ਕਿਵੇਂ ਉਹ ਦੂਜੇ ਪਾਸੇ, ਇੱਕ ਪਾਸੇ ਜਦੋਂ ਘੁੰਮਦੀ ਹੈ, ਘੁੰਮਣ ਤੋਂ ਬਾਅਦ ਦੂਜੇ ਪਾਸੇ ਦਿਨ ਰਾਤ ਕਿਵੇਂ ਬਣਦੇ ਆ, ਸਾਲ ਕਿਵੇਂ ਬਣਦੇ ਆ, ਰੁੱਤਾਂ ਕਿਵੇਂ ਬਣਦੀਆਂ। ਤਾਂ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਜਦ ਤੱਕ ਅਸੀਂ ਨਹੀਂ ਦਿਖਾਵਾਂਗੇ, ਹੁਣ ਬੱਚੇ ਨੇ ਸਤਰੰਗੀ ਪੀਂਘ ਦੇਖ ਲਈ ਵੀ ਹਾਂ ਵੀ 7 ਰੰਗ ਹੈਗੇ ਆ, ਪਰ ਉਹ ਬਣੀ ਕਿਵੇਂ ਹੈ, ਉਹਦਾ ਵਰਤਾਰਾ ਕੀ ਹੈ, ਉਹ ਪ੍ਰਿਜ਼ਮ ਦੇ ਰਾਹੀਂ ਜਦੋਂ ਅਸੀਂ ਇੱਥੇ ਕਰਕੇ ਦਿਖਾਉਂਦੇ ਹਾਂ ਕਿ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਹੈਗੀਆਂ ਇਸ 'ਤੇ ਪੈਂਦੀਆਂ, ਆਹ ਹੁਣ ਇੱਕ ਸਾਡੇ ਕੋਲ ਕੰਚ ਹੈ, ਹੁਣ ਇਸ ਕੰਚ ਦੇ ਉੱਤੇ ਜਦੋਂ ਇਹ ਪ੍ਰਕਾਸ਼ ਦੀਆਂ ਕਿਰਨਾਂ ਪੈਣਗੀਆਂ
ਸੂਰਜ ਦੀਆਂ ਕਿਰਨਾਂ ਪੈਣਗੀਆਂ ਤਾਂ ਉਸ ਵਕਤ ਤੁਸੀਂ ਦੇਖੋਗੇ ਕਿ ਇਸ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੇ ਰੰਗ, ਮੈਂ ਸਾਥੀ ਕੈਮਰਾਮੈਨ ਨੂੰ ਦਿਖਾਊਂਗਾ ਕਿ ਥੱਲੇ ਘਾਹ ਦੇ ਉੱਤੇ ਦਿਖਾਣ 7 ਰੰਗ ਨਜ਼ਰ ਆ ਰਹੇ ਆ, ਜੇ ਉਹ ਫੋਕਸ ਕਰ ਸਕਦੇ ਆ ਤਾਂ ਇਹ ਦੇਖੋ ਜੀ। ਮਤਲਬ ਇਹ ਅਲੱਗ-ਅਲੱਗ ਤਰ੍ਹਾਂ ਦੇ ਇਹ ਜਿਹੜੇ 7 ਕਲਰਸ ਹੈ, ਇਹ ਹੀ ਰੇਨਬੋ ਦੇ ਕਲਰਸ ਹੁੰਦੇ ਆ, ਇਹਨਾਂ ਨਾਲ ਹੀ ਰੇਨਬੋ ਹੈ ਜਿਹੜੀ ਸਾਡੀ ਉਹ ਬਣਦੀ ਹੈ। ਹੋ ਸਕਦਾ ਕਈ ਵਾਰੀ ਕੈਮਰੇ ਦੇ ਵਿੱਚ ਜਿਹੜੇ ਉਹਦੇ ਫਰੇਮਸ ਹੈ ਉਹਨਾਂ ਦੇ ਕਰਕੇ ਇਹ 7 ਦੇ 7 ਰੰਗ ਮਿਸ ਵੀ ਹੋ ਜਾਂਦੇ ਆ, ਪਰ ਇਹ ਜਿਹੜਾ ਹੈਗਾ ਸੀਗਾ ਇੱਕ ਵਿਗਿਆਨੀ ਸੀਗਾ ਨਿਊਟਨ, ਉਸਨੇ ਜਦੋਂ ਇਮੇਜਿਨ ਕੀਤਾ ਵੀ ਇਹ ਪ੍ਰਕਾਸ਼ ਦੇ ਵਿੱਚ 7 ਰੰਗ ਹੈ ਤਾਂ ਉਸਨੇ ਸਾਨੂੰ ਇਹ ਬਣਾ ਕੇ ਦਿਖਾਇਆ ਜੀ, ਨਿਊਟਨ ਡਿਸਕ ਬਣਾ ਕੇ ਦਿਖਾਈ ਹੈ ਜਿਸ ਦੇ ਵਿੱਚ ਉਸਨੇ 7 ਰੰਗ ਇਸ ਤਰ੍ਹਾਂ ਲਗਾਏ ਆ। ਉਹ ਇਹ 7 ਰੰਗ ਹੈ ਜਿਹੜੇ ਇਹ ਪ੍ਰਕਾਸ਼ ਦੇ ਵਿੱਚ ਹੈ, ਜਿਹੜਾ ਸਫੈਦ ਪ੍ਰਕਾਸ਼ ਸੂਰਜ ਤੋਂ ਆ ਰਿਹਾ। ਹੁਣ ਉਹ ਕਹਿੰਦਾ ਵੀ ਇਹ 7 ਰੰਗਾਂ ਨੂੰ ਮੈਂ ਤੇਜ਼ ਘੁਮਾਊਂਗਾ ਤੇ ਮਿਕਸ ਹੋ ਕੇ ਵਾਈਟ ਬਣ ਜਾਊਗਾ। ਦੇਖੋ ਉਹਦੀ ਸੋਚ ਕਿੱਡੀ ਵੱਡੀ ਸੀ, ਉਸਨੇ ਨਿਊਟਨ ਡਿਸਕ ਬਣਾਈ, ਉਹਦੇ ਨਾਮ ਤੇ ਹੀ ਹੈ। ਤੇ ਜਦੋਂ ਹੁਣ ਇਸ ਨੂੰ ਅਸੀਂ ਘੁਮਾਉਂਦੇ ਹਾਂ ਤੇਜ਼ ਤਾਂ ਇਹ ਚਿੱਟੇ ਰੰਗ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ, ਪਰ ਇਸ ਦੇ ਵਿੱਚ ਜੇ ਇਹ ਹੁਣ ਰੁਕੂਗੀ ਫਿਰ 7 ਰੰਗ ਵਾਪਸ ਆ ਜਾਣੇ। ਤਾਂ ਉਹ 7 ਰੰਗ ਕਿਹੜੇ ਹੈ, ਉਹ 7 ਰੰਗਾਂ ਦੀ ਫਿਰ ਵੇਵਲੈਂਥ ਕਿੰਨੀ ਹੈ, ਫਿਰ ਵੇਵਲੈਂਥ ਦਾ ਫ੍ਰੀਕੁਐਂਸੀ ਨਾਲ ਰਿਲੇਸ਼ਨ ਕੀ ਹੈ, ਫਿਰ ਵੇਵਲੈਂਥ ਕਿੰਨੀ ਹੋਣੀ ਚਾਹੀਦੀ ਹੈ, ਫਿਰ ਕਿਹੜਾ ਰੰਗ ਜ਼ਿਆਦਾ ਮੁੜੂਗਾ, ਕਿਹੜਾ ਘੱਟ ਮੁੜੂਗਾ, ਕਿਹੜਾ ਰੰਗ ਉੱਪਰਲੇ ਪਾਸੇ ਆਊਗਾ, ਕਿਹੜਾ ਹੇਠਲੇ ਪਾਸੇ ਆਊਗਾ, ਘਾਹ ਹੈ ਜਿਹੜਾ ਹਰਾ ਕਿਉਂ ਦਿਖਦਾ ਹੈ, ਲਾਲ ਰੰਗ ਵਾਲਾ ਫੁੱਲ ਲਾਲ ਕਿਉਂ ਦਿਸਦਾ ਹੈ, ਨੀਲਾ ਰੰਗ ਨੀਲਾ ਕਿਉਂ ਦਿਸਦਾ ਹੈ, ਆਕਾਸ਼ ਦਾ ਰੰਗ ਨੀਲਾ ਕਿਉਂ, ਅਨੇਕਾਂ ਹੀ ਪ੍ਰਸ਼ਨ ਹੈ ਜਿਨ੍ਹਾਂ ਦੇ ਉੱਤਰ ਇਹਦੇ ਵਿੱਚੋਂ ਆਉਣੇ ਸ਼ੁਰੂ ਹੋ ਜਾਂਦੇ ਆ। ਹੁਣ ਗੱਲ ਇਹ ਚੱਲਦੀ ਹੈ ਵੀ ਪ੍ਰਕਾਸ਼ ਜਿਹੜਾ ਹੈ ਸਿੱਧੀਆਂ ਰੇਖਾਵਾਂ 'ਚ ਚੱਲਦਾ। ਹੁਣ ਜਦੋਂ ਸਿੱਧੀਆਂ ਰੇਖਾਵਾਂ 'ਚ ਚੱਲਦਾ ਤਾਂ ਇਹ ਮਤਲਬ ਵੀ ਲਗਭਗ 500 ਸਕਿੰਟ, ਅਸੀਂ ਕਹਿ ਦਿੰਦੇ ਹਾਂ 8 ਮਿੰਟਾਂ ਦੇ ਵਿੱਚ ਕਹਿ ਦਿੰਦੇ ਹਾਂ ਅਸੀਂ 480 ਸਕਿੰਟ ਬਣਦੇ ਆ, 480 ਤੇ ਪਲੱਸ 20 ਕਰ ਲਈਏ ਤੇ 500, ਜੇ 3 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਸਾਡਾ ਪ੍ਰਕਾਸ਼ ਜਾ ਰਿਹਾ ਹੈ ਤਾਂ ਉਸ ਲਿਹਾਜ਼ ਦੇ ਨਾਲ ਅਸੀਂ ਦੇਖੀਏ ਤਾਂ 500 ਸਕਿੰਟ ਜਿਹੜੀ ਕਿਰਨ ਉੱਥੋਂ ਚੱਲੀ ਹੈ ਸੂਰਜ ਤੋਂ, ਉਹ ਹੁਣ ਇੱਥੇ ਪਹੁੰਚਣ ਤੱਕ ਲੈ ਲੈਂਦੀ ਹੈ। ਤਾਂ ਉਹ ਜਦੋਂ ਬੱਚਿਆਂ ਨੂੰ ਇਹ ਗੱਲਾਂ ਸਾਰੀਆਂ ਪਤਾ ਲੱਗ ਜਾਣਗੀਆਂ ਵੀ ਕਿਤਾਬਾਂ 'ਚ ਲਿਖੀਆਂ, ਇੱਥੇ ਅਸੀਂ ਕਰਕੇ ਦੇਖ ਰਹੇ ਹਾਂ, ਉਹਨਾਂ ਨੂੰ ਪਤਾ ਲੱਗ ਰਿਹਾ ਵੀ ਹਾਂ ਇਹ 7 ਰੰਗ ਇੱਥੇ ਬਣਾ ਲਏ ਅਸੀਂ ਤਾਂ ਆਕਾਸ਼ 'ਚ ਦੇਖਦੇ ਸੀ, ਹੁਣ ਆਕਾਸ਼ 'ਚ ਕਿਹੜੇ ਪ੍ਰਿਜ਼ਮ ਲੱਗੇ ਆ। ਫਿਰ ਬੱਚਿਆਂ ਨੂੰ ਇਹ ਪ੍ਰਸ਼ਨ ਹੁੰਦਾ ਵੀ ਬੇਟੇ ਆਕਾਸ਼ ਦੇ ਵਿੱਚ ਤਾਂ ਇਹ ਪ੍ਰਿਜ਼ਮ ਹੈ ਨਹੀਂ ਸੀ, ਫਿਰ ਉੱਥੇ 7 ਰੰਗ ਕਿਵੇਂ ਆ ਗਏ। ਤਾਂ ਬੱਚਿਆਂ ਨੂੰ ਫਿਰ ਇਹ ਸਮਝ ਆਉਂਦੀ ਹੈ ਵੀ ਜਦੋਂ ਆਕਾਸ਼ ਦੇ ਵਿੱਚ ਪਾਣੀ ਮੀਂਹ ਪੈਂਦਾ ਨਾ, ਮੀਂਹ ਤੋਂ ਬਾਅਦ ਰੇਨਬੋ ਦਿਸਦੀ ਹੈ ਸਾਨੂੰ, ਉਹ ਨਹੀਂ ਦਿਸਦੀ ਹੈ ਕਿਉਂਕਿ ਉਹ ਮੀਂਹ ਦੀਆਂ ਜਿਹੜੀਆਂ ਪਾਣੀ ਦੀਆਂ ਬੂੰਦਾਂ ਹੁੰਦੀਆਂ ਉਹ ਲਟਕ ਜਾਂਦੀਆਂ ਹਵਾ ਦੇ ਵਿੱਚ। ਜਦੋਂ ਹਵਾ ਦੇ ਵਿੱਚ ਲਟਕਦੀਆਂ ਉਹ ਤੇ ਜਿੱਥੇ ਫਿਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਉਹ ਪ੍ਰਿਜ਼ਮ ਦਾ ਕੰਮ ਕਰਦੀਆਂ, ਉਸ ਵਕਤ ਉਹ ਉੱਥੇ ਡਿਸਪਰਸ਼ਨ ਫੈਨੋਮੇਨਾ ਹੁੰਦਾ ਤੇ ਸਪੈਕਟਰਮ ਹੈ ਜਿਹੜਾ ਉਹ ਕ੍ਰੀਏਟ ਹੁੰਦਾ, 7 ਰੰਗ ਜਿਹੜੇ ਬਣਦੇ ਆ। ਤਾਂ ਇਸ ਤਰ੍ਹਾਂ ਪ੍ਰਾਇਮਰੀ ਰੇਨਬੋ ਕੀ ਹੈ, ਸੈਕੰਡਰੀ ਰੇਨਬੋ ਕੀ ਹੈ, ਇਸ ਤਰ੍ਹਾਂ ਉਹ ਬੱਚਿਆਂ ਨੂੰ ਮਤਲਬ ਉੱਥੇ ਤੱਕ ਜੋ ਕਿਤਾਬਾਂ ਦੇ ਵਿੱਚ ਅਸੀਂ ਲਿਖਿਆ ਉਹਦਾ ਗਿਆਨ ਕਰਵਾ ਸਕਦੇ ਹਾਂ ਇਸ ਤਰ੍ਹਾਂ। ਪਰ ਇਹ ਪ੍ਰੈਕਟਿਸ ਦੇ ਬਿਨਾਂ ਸੰਭਵ ਨਹੀਂ। ਜੇ ਤੁਸੀਂ ਕਹੋ ਜੀ ਇਸ ਤੋਂ ਬਿਨਾਂ ਮੈਂ ਤੁਹਾਨੂੰ ਕਰਕੇ ਦਿਖਾ ਦਾਂ, ਹੋ ਜਾਣਗੇ ਕਈ ਤਰੀਕੇ। ਹੁਣ ਇੱਕ ਆਮ ਜੀ ਗੱਲ ਹੈ ਕਿ ਸਾਡੇ ਕੋਲ ਇੱਕ CD ਹੈ, ਆਹ CD ਹੈ ਸਾਡੇ ਕੋਲ, ਆਹ ਤੁਸੀਂ ਦੇਖ ਰਹੇ ਹੋ। ਹੁਣ ਇਸ CD ਦੇ ਉੱਤੇ ਤੁਹਾਨੂੰ 7 ਰੰਗ ਅਸੀਂ ਦਿਖਾ ਦਾਂਗੇ ਇਸ ਦੇ ਵਿੱਚ, ਆਹ ਦੇਖੋ ਇਹ ਉਹੀ 7 ਰੰਗ ਇਸ ਦੇ ਵਿੱਚ ਵੀ ਦਿਸਣ ਲੱਗੇ। ਮਤਲਬ ਹੁਣ ਇੱਥੇ ਜੇ ਅਸੀਂ ਗੱਲ ਕਰੀਏ ਤਾਂ ਇੱਥੇ ਤਾਂ ਸਾਡੇ ਕੋਲ ਸਿਰਫ ਤੇ ਸਿਰਫ ਇੱਕ CD ਹੈ ਜਿਹੜੀ ਉਸ ਦੇ ਵਿੱਚੋਂ ਛੋਟੇ ਉਹਦੇ ਪੋਰਸ਼ਨ ਹੈ, ਉਹ ਕਿਵੇਂ ਬਣੀ ਹੈ, ਇਹਦੇ ਵਿੱਚ ਰੇਨਬੋ ਤਿਆਰ ਹੋ ਗਈ। ਇਸੇ ਤਰ੍ਹਾਂ ਹੀ ਪ੍ਰਿਜ਼ਮ ਦੇ ਰਾਹੀਂ, ਇਸ ਤਰ੍ਹਾਂ ਹੀ ਪਾਣੀ ਦੀਆਂ ਬੂੰਦਾਂ ਦੇ ਵਿੱਚ, ਇਹ ਸਾਰੇ ਕਨਸੈਪਟ ਜਦੋਂ ਬੱਚਿਆਂ ਨੂੰ ਪਤਾ ਲੱਗ ਜਾਣਗੇ ਤਾਂ ਉਹ ਸਹਿਜੇ ਹੀ ਇਹਨਾਂ ਚੀਜ਼ਾਂ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਆ। ਪਰ ਇਹਨਾਂ ਸਾਰਿਆਂ ਦੇ ਪਿੱਛੇ ਕੀ ਹੈ, ਸਾਇੰਸ ਸਾਡੀ ਮੰਗਦੀ ਹੈ ਨੂਮੈਰੀਕਲ ਕੀ ਹੈ, ਮੈਥਮੈਟਿਕਸ ਹੈ। ਮੈਥਮੈਟਿਕਸ ਕੀ ਹੈ ਕਿ ਉਸ ਨੂੰ ਇਹਨਾਂ ਗੱਲਾਂ ਦਾ ਗਿਆਨ ਹੋਵੇ ਕਿ ਸਾਇੰਟੀਫਿਕ ਸਟੱਡੀ ਕਿਸ ਨੂੰ ਕਿਹਾ ਗਿਆ। ਹੁਣ ਸਾਇੰਟੀਫਿਕ ਸਟੱਡੀ ਕਰਨ ਦੇ ਲਈ ਕੀ ਹੈ ਕਿ ਸਾਇੰਟੀਫਿਕ ਨੋਟੇਸ਼ਨ ਦੇ ਵਿੱਚ ਹਰ ਚੀਜ਼ ਲਿਖਣੀ ਹੁੰਦੀ ਹੈ ਵੀ ਪਹਿਲਾ ਜਿਹੜਾ ਡਿਜਿਟ ਆਊਗਾ ਉਸ ਤੋਂ ਬਾਅਦ ਅਸੀਂ ਉਸ ਦੇ ਵਿੱਚ ਡੈਸੀਮਲ ਲਗਾਉਣਾ, ਉਹਨੂੰ ਸਾਇੰਟੀਫਿਕ ਨੋਟੇਸ਼ਨ ਕਿਹਾ ਜਾਂਦਾ। ਤਾਂ ਉਸ ਦੇ ਨਾਲ ਜੇ ਹੁਣ ਮੈਂ ਕਹਾਂ ਵੀ ਇਹ ਜਿਹੜੇ ਸਾਡੇ ਕੋਲ 10 ਦੀ ਪਾਵਰ 22 ਗਲੈਕਸੀ ਹੈ ਤੇ ਮੈਂ ਜੇ ਉਸ ਨੂੰ ਕਰੋੜਾਂ ਅਰਬਾਂ ਖਰਬਾਂ ਨੀਲ ਅਸੰਖ ਮਿਲੀਅਨ ਬਿਲੀਅਨ ਟ੍ਰਿਲੀਅਨ ਉਹਨਾਂ 'ਚ ਗਿਣਨ ਲੱਗ ਜਾ ਤਾਂ ਬੱਚੇ ਨੂੰ ਨਹੀਂ ਸਮਝ ਆਊਗਾ। ਤੇ ਇਸ ਲਈ ਸਾਇੰਟੀਫਿਕ ਨੋਟੇਸ਼ਨ ਦੇ ਵਿੱਚ 10 ਦੀ ਪਾਵਰ 22 ਲਿਖ ਕੇ ਉਨੀਆਂ ਜ਼ੀਰੋਆਂ ਦਾ ਅਸੀਂ ਗਣਨਾ ਕਰ ਲੈਂਦੇ ਹਾਂ। ਤਾਂ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਗਣਨਾ ਕੀਤੀ ਹੋਈ ਹੈ ਸਾਡੇ ਮਤਲਬ ਬੱਚਿਆਂ ਨੂੰ ਲਾਭ ਦਿੰਦੀ ਹੈ ਤੇ ਇਹ ਛੇਤੀ ਹੈ ਜਿਹੜੀ ਉਸ ਦਾ ਸਾਨੂੰ ਪਤਾ ਲੱਗ ਜਾਂਦਾ। ਅਗਲੀ ਕਿਹੜੀ ਹੁਣ ਤੁਸੀਂ ਦੇਖੋ ਵੀ ਆ ਇੱਕ ਸਧਾਰਨ ਜੀ ਕਿਰਿਆ ਤੁਹਾਨੂੰ ਕਰਕੇ ਦਿਖਾਉਂਦੇ ਆ ਕਿ ਜਿਸ ਦੇ ਵਿੱਚ ਕਿ ਆ ਅਸੀਂ ਨੇ ਪਾਣੀ ਰੱਖਤਾ ਹੋਇਆ। ਹਾਂਜੀ, ਹੁਣ ਇਸ ਪਾਣੀ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਫੁੱਲ ਕਿਵੇਂ ਖਿੜਦੇ। ਫੁੱਲਾਂ ਦਾ ਖਿੜਨਾ ਕੀ ਹੈ ਕਿ ਇੱਕ ਅਖਬਾਰ ਦਾ ਅਸੀਂ ਅਖਬਾਰੀ ਕਾਗਜ਼ ਲੈਂਦੇ ਹਾਂ। ਹੁਣ ਇੱਕ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਅਖਬਾਰੀ ਕਾਗਜ਼ ਹੈ ਜੀ, ਇੱਕ ਸਿੰਪਲ ਜੀ ਗੱਲ ਹੈ। ਹੁਣ ਇਸ ਦਾ ਮੈਂ ਇੱਕ ਫੁੱਲ ਤਿਆਰ ਕਰੂੰਗਾ। ਹੁਣ ਅਖਬਾਰੀ ਕਾਗਜ਼ ਹੈ ਜਿਹੜਾ, ਇਸ ਦੇ ਵਿੱਚ ਛੋਟੇ ਕੈਪਿਲਰੀ ਐਕਸ਼ਨਸ ਹੁੰਦੇ ਆ, ਛੋਟੀਆਂ ਮੋਰੀਆਂ ਹੁੰਦੀਆਂ ਇਸ ਦੇ ਵਿੱਚ। ਹੁਣ ਉਹਨਾਂ ਦੇ ਨਾਲ ਅਸੀਂ ਕੀ ਕਰਦੇ ਹਾਂਗੇ, ਇੱਕ ਫੁੱਲ ਤਿਆਰ ਕਰਦੇ ਹਾਂ ਅਸੀਂ। ਆਹ ਦੇਖੋ, ਆਹ ਇੱਕ ਮੈਂ ਫੁੱਲ ਤਿਆਰ ਕਰ ਰਿਹਾ ਤੁਹਾਡੇ ਸਾਹਮਣੇ। ਇਸ ਦੀਆਂ ਹੁਣ ਪੱਤੀਆਂ ਬਣਾਈਆਂ ਜਾ ਰਹੀਆਂ।
ਹੁਣ ਜਦੋਂ ਇਸ ਦੀਆਂ ਇਹ ਪੱਤੀਆਂ ਤਿਆਰ ਹੋ ਗਈਆਂ ਤਾਂ ਇਸ ਨੂੰ ਅਸੀਂ ਬੰਦ ਕਰ ਲੈਂਦੇ ਇੱਕ ਵਾਰੀ, ਕਿਉਂਕਿ ਤੁਹਾਨੂੰ ਖਿੜਦਾ ਦਿਖਾਣਾ ਫੁੱਲ। ਹੁਣ ਬੱਚੇ ਨੂੰ ਇਸ ਕਾਗਜ਼ ਦੇ ਟੁਕੜੇ ਦੇ ਨਾਲ ਇਹ ਗੱਲ ਪਤਾ ਲੱਗ ਜਾਣੀ ਹੈ ਕਿ ਫੁੱਲ ਖਿੜਦੇ ਕਿਵੇਂ ਆ। ਬੱਚੇ ਦੇ ਦਿਮਾਗ 'ਚ ਇਹ ਹੈ ਵੀ ਪਤਾ ਨਹੀਂ ਜੀ, ਕੱਲ ਤਾਂ ਘੱਟ ਜਾ ਸੀਗਾ, ਅੱਜ ਹੋਰ ਖੁੱਲ ਗਿਆ ਹੋਇਆ, ਇਹ ਪੱਤਾ ਖੁੱਲਦਾ ਕਿਵੇਂ ਹੈ। ਤਾਂ ਆਹ ਦੇਖੋ, ਇਸ ਦੇ ਵਿੱਚ ਆਹ ਪਾਣੀ ਦੇ ਵਿੱਚ ਅਸੀਂ ਹੁਣ ਰੱਖਾਂਗੇ। ਸਾਥੀ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਇੱਥੇ ਦਿਖਾਣਾ ਚਾਹਣਗੇ ਕਿ ਇਸ ਨੂੰ ਜਦੋਂ ਅਸੀਂ ਇਸ ਦੇ ਵਿੱਚ ਰੱਖਦੇ ਹਾਂ ਤਾਂ ਤੁਸੀਂ ਦੇਖੋ ਕਿ ਇਹ ਫੁੱਲ ਹੈ ਜਿਹੜਾ ਇਹ ਖਿੜਨਾ ਸ਼ੁਰੂ ਹੋ ਜਾਂਦਾ, ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਪੱਤੀਆਂ ਦੇ ਵਿੱਚ ਪਾਣੀ ਹੈ ਜਿਹੜਾ ਕੈਪਿਲਰੀ ਐਕਸ਼ਨ ਦੇ ਨਾਲ ਉੱਤੇ ਚੜ੍ਹਦਾ। ਜਦੋਂ ਉੱਤੇ ਚੜ੍ਹਦਾ ਤਾਂ ਪੱਤੀ ਭਾਰੀ ਹੋ ਜਾਂਦੀ ਹੈ। ਹੁਣ ਜਿਹੜੀ ਪੱਤੀ ਭਾਰੀ ਹੋ ਗਈ ਉਹਨੇ ਡਿੱਗ ਪੈਣਾ, ਉਹ ਡਿੱਗ ਪਈ ਹੋਈ ਹੈ। ਹੁਣ ਜਿਹੜੀ ਪੱਤੀ ਦੇ ਕੋਲ ਹਾਲੇ ਪਾਣੀ ਨਹੀਂ ਪਹੁੰਚਿਆ ਉਹ ਖੜੀਆਂ, ਹੌਲੀ ਹੌਲੀ ਇਹ ਪਾਣੀ ਹੈ ਜਿਹੜਾ ਉਹ ਪੱਤੀ ਤੱਕ ਪਹੁੰਚ ਜਾਣਾ, ਸਿਰਿਆਂ ਤੇ ਪਹੁੰਚ ਜਾਣਾ। ਕਿਉਂਕਿ ਜਿਹੜੇ ਅਸੀਂ ਦਰਖਤ ਲਗਾਏ ਹੋਏ ਆ ਧਰਤੀ ਦੇ ਵਿੱਚ ਉਹ ਲੱਗੇ ਹੋਏ ਆ, ਪਰ ਉਹਨਾਂ ਦੇ ਵਿੱਚ ਅਸੀਂ 150 ਫੁੱਟ ਉੱਤੇ ਤੱਕ ਪਾਣੀ ਪਹੁੰਚਾਉਣ ਦੇ ਲਈ ਇੱਕ ਮੋਟਰ ਨਹੀਂ ਲਾਈ ਹੈ। ਪਰ ਉਹ ਪਾਣੀ ਉੱਪਰ ਕਿਵੇਂ ਪਹੁੰਚਦਾ ਹੈ ਉਹ ਸਾਡੀ ਸਾਇੰਸ ਦੱਸਦੀ ਹੈ, ਕੈਪਿਲਰੀ ਐਕਸ਼ਨ। ਕਿਉਂਕਿ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਾਂ ਕਿ ਸਾਇੰਸ ਸਾਡੀ ਕੀ ਦੱਸ ਰਹੀ ਹੈ। ਸਾਇੰਸ ਸੱਚਾਈ ਨੂੰ ਸਾਹਮਣੇ ਲਿਆ ਰਹੀ ਹੈ। ਉਹ ਸੱਚਾਈ ਨੂੰ ਕਿਸ ਤਰ੍ਹਾਂ ਦੇ ਨਾਲ ਸਾਹਮਣੇ ਲਿਆ ਰਹੀ ਹੈ ਕਿ ਉਹ ਜਿਹੜੀ ਕੈਪਿਲਰੀ ਛੋਟੀਆਂ ਨਾਲੀਆਂ ਜੀਆਂ ਨਸਾਂ, ਜਿਵੇਂ ਆਪਣੇ ਖੂਨ ਚੱਲਦਾ ਇਸੇ ਤਰ੍ਹਾਂ ਦੇ ਨਾਲ ਇਹਨਾਂ ਦਰਖਤਾਂ 'ਚ ਹੈ, ਤਾਂ ਉਹ ਧਰਤੀ ਦੇ ਵਿੱਚੋਂ ਉਸ ਪਾਣੀ ਨੂੰ ਸੋਖ ਕੇ ਉੱਪਰ ਤੱਕ ਪਹੁੰਚਾ ਦਿੰਦੀਆਂ। ਔਰ ਸਾਨੂੰ ਉੱਥੇ ਕੋਈ ਵੀ ਮਤਲਬ ਵੀ ਮੋਟਰ ਨਹੀਂ ਚਾਹੀਦੀ ਹੈ ਜਿਹੜੀ ਕਿ ਪਾਣੀ ਨੂੰ ਉੱਤੇ ਦਰਖਤ ਤੱਕ ਪਹੁੰਚਾਵੇ। ਤੋ ਇਸ ਤਰ੍ਹਾਂ ਦੇ ਸਿੰਪਲ ਜਿਹੜੇ ਫੰਡਾਜ਼ ਹੈਗੇ ਹੈ, ਫੰਡਾਮੈਂਟਲਸ ਹੈ, ਬੇਸਿਕਸ ਹੈ, ਉਹ ਬੱਚਿਆਂ ਨੂੰ ਕਲੀਅਰ ਹੋ ਜਾਂਦੇ ਵੀ ਵਾਹ ਇਹ ਤਾਂ ਫੁੱਲ ਐਂ ਖਿੜਦਾ ਸੀਗਾ, ਕਮਾਲ ਹੈ, ਇਹ ਸਾਨੂੰ ਹੁਣ ਅੱਜ ਪਤਾ ਲੱਗ ਗਿਆ। ਇਸ ਤਰ੍ਹਾਂ ਮਤਲਬ ਬੱਚੇ ਨੂੰ ਜੇ ਪੜ੍ਹਾਈ ਕਰਾਈ ਜਾਊਗੀ ਨਾ ਤਾਂ ਉਸ ਦੇ ਮਨ ਦੇ ਵਿੱਚ ਹੋਊਗਾ ਵੀ ਜੇ ਇਸ ਤਰ੍ਹਾਂ ਹੋ ਰਿਹਾ ਕਿ ਕਿਸੇ ਹੋਰ ਕਾਗਜ਼ ਨਾਲ ਵੀ ਹੋ ਸਕਦਾ ਕਿ ਇਕੱਲੇ ਅਖਬਾਰ ਦੇ ਕਾਗਜ਼ ਨਾਲ ਹੁੰਦਾ, ਉਹ ਹੋਰ ਕਾਗਜ਼ ਨਾਲ ਕਰਕੇ ਦੇਖੋ। ਕਿਉਂ ਉਹ ਕਹੂਗਾ ਵੀ ਮੈਂ ਕਿਸ਼ਤੀ ਤਾਂ ਚਲਾਉਂਦਾ ਰਿਹਾ, ਪਰ ਕਿਸ਼ਤੀ ਤਾਂ ਜਿਹੜੀ ਤੈਰਦੀ ਰਹਿੰਦੀ ਸੀ ਉਹ ਤਾਂ ਡੁੱਬਦੀ ਨਹੀਂ ਸੀਗੀ, ਪਰ ਉਸ 'ਚ ਪਾਣੀ ਕਿਉਂ ਨਹੀਂ ਜਾਂਦਾ ਸੀ, ਉਹ ਇਹਦੀ ਮੋੜ ਕਿਉਂ ਬਣਾਇਆ ਜਾਂਦਾ ਸੀਗਾ। ਹੁਣ ਤੈਰਦੀ ਕਿਉਂ ਹੈ, ਆਰਕੀਮੀਡੀਜ਼ ਦਾ ਸਿਧਾਂਤ ਆ ਜਾਂਦਾ। ਮਤਲਬ ਹਰ ਚੀਜ਼ ਸਾਇੰਸ ਦੇ ਨਾਲ ਜੁੜੀ ਹੋਈ ਹੈ। ਉਹ ਸਾਇੰਸ ਜਦ ਤੱਕ ਉਸ ਨੂੰ ਗਿਆਨ ਨਹੀਂ ਕਰਵਾਉਂਦੀ ਹੈ ਉਦੋਂ ਤੱਕ ਉਸ ਨੂੰ ਉਸ ਦਾ ਭੇਦ ਨਹੀਂ ਆਉਂਦਾ ਹੈ। ਚਾਹੇ ਉਹ ਅਸੀਂ ਛੋਟਾ ਜਿਹਾ ਕਾਗਜ਼ ਦਾ ਜਹਾਜ਼ ਬਣਾਇਆ ਸੀ, ਚਾਹੇ ਛੋਟੀ ਜਿਹੀ ਕਿਸ਼ਤੀ ਬਣਾਈ ਸੀ, ਉਹਨੂੰ ਉਸ ਪਾਸੇ ਤਾਂ ਲਗਾ ਲਿਆ, ਪਰ ਉਹਨੂੰ ਅਸੀਂ ਉਹਦੇ ਮਤਲਬ ਵੀ ਫੰਕਸ਼ਨ ਨਹੀਂ ਦੱਸ ਸਕੇ, ਉਹਦੇ ਪਿਛਲੀ ਸਾਇੰਸ ਨਹੀਂ ਦੱਸ ਸਕੇ ਵੀ ਇਹਦੇ ਪਿੱਛੇ ਫਿਜ਼ਿਕਸ ਕੀ ਹੈ, ਇਹਨੂੰ ਤਿੱਖਾ ਕਿਉਂ ਬਣਾਇਆ ਗਿਆ ਜਹਾਜ਼ ਨੂੰ ਅੱਗੇ, ਉਹਨੂੰ ਸਟ੍ਰੀਮਲਾਈਨ ਕਿਉਂ ਕੀਤਾ ਗਿਆ। ਫਿਰ ਜਿਹੜੇ ਪੰਛੀ ਉੱਡਦੇ ਆ ਉਹਨਾਂ ਦੀ ਚੁੰਝ ਅੱਗੋਂ ਸਟ੍ਰੀਮਲਾਈਨਡ ਕਿਉਂ ਹੁੰਦੀ ਹੈ। ਇਹ ਚੀਜ਼ਾਂ ਉਹਨਾਂ ਨੂੰ ਮਤਲਬ ਦੱਸਣੀਆਂ, ਜੇ ਅਸੀਂ ਛੋਟੇ ਹੁੰਦਿਆਂ ਤੋਂ ਦੱਸ ਦਾਂਗੇ ਉਹਨਾਂ ਨੂੰ ਇਹ ਸਾਰੇ ਕਨਸੈਪਟ ਕਲੀਅਰ ਹੋ ਜਾਣਗੇ। ਵਿਗਿਆਨ ਚਾਹੁੰਦਾ ਇਹ ਹੈ ਵੀ ਹਰ ਚੀਜ਼ ਹੈ ਜਿਹੜੀ ਉਸ ਨੂੰ ਮੁੱਢੋਂ ਬੇਸਿਕ ਸਿਖਾਈ ਜਾਵੇ, ਠੀਕ ਹੈ ਨਾ। ਤਾਂ ਉਹ ਲੈਣਾ ਕਿੱਥੋਂ ਹੈ, ਅਸੀਂ ਕੁਦਰਤ ਤੋਂ ਲੈਣਾ, ਕੁਦਰਤੀ ਵਰਤਾਰਿਆਂ ਨੂੰ ਦੇਖਣਾ। ਕੁਦਰਤੀ ਵਰਤਾਰਿਆਂ ਦੇ ਵਿੱਚ ਜਿਹੜੇ ਪੱਤੇ ਹੈ, ਪੱਤਿਆਂ ਨੂੰ ਅਸੀਂ ਦੇਖਾਂਗੇ, ਹਰ ਪੱਤਾ ਅੱਗੋਂ ਨੁਕੀਲਾ ਹੋਊਗਾ, ਤਿੱਖਾ ਬਣਿਆ ਹੋਇਆ ਹੋਊਗਾ। ਕਾਰਨ ਕੀ ਹੈ, ਕੰਡਾ ਤਿੱਖਾ ਹੋਊਗਾ, ਕਾਰਨ ਕੀ ਹੈ। ਹੁਣ ਕਾਰਨ ਤਾਂ ਅਸੀਂ ਦੱਸ ਦਿੰਦੇ, ਉਹਨੂੰ ਪੜ੍ਹਾਤਾ। ਹੁਣ ਜਦੋਂ ਅਸੀਂ ਉਸ ਨੂੰ ਕਾਰਨ ਦੱਸਾਂਗੇ ਤਾਂ ਕੱਲ੍ਹ ਨੂੰ ਉਹ ਵੀ ਕਾਰਨ ਹੈ ਜਿਹੜਾ ਲੱਭਣ ਦੀ ਕੋਸ਼ਿਸ਼ ਕਰੂਗਾ। ਜਦੋਂ ਕਾਰਨ ਲੱਭਣ ਦੀ ਕੋਸ਼ਿਸ਼ ਕਰੂਗਾ, ਵਿਗਿਆਨੀ ਬਣਨ ਦੇ ਵੱਲ ਉਹਦਾ ਰਾਹ ਤਿਆਰ ਹੋ ਗਿਆ ਹੋਇਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ ਜਿਵੇਂ ਇੱਕ ਆਹ ਸਿੰਪਲ ਜਿਹਾ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ, ਇਹ ਸੈਟਅਪ ਹੈ। ਇੱਕ ਬੋਤਲ ਹੈ, ਬੋਤਲ ਦੇ ਵਿੱਚ ਅਸੀਂ ਪਾਣੀ ਪਾਇਆ, ਹੁਣ ਉਸ ਦੇ ਵਿੱਚ ਅਸੀਂ 2 ਸਟ੍ਰॉਜ਼ ਲਗਾਏ ਆ, ਤੁਸੀਂ ਦੇਖ ਸਕਦੇ ਹੋ। ਤਾਂ ਹੁਣ ਇਹ ਜਦੋਂ ਪਾਣੀ ਬੋਤਲ ਨੂੰ ਉਲਟਾ ਕਰਾਂਗੇ ਨਾ ਅਸੀਂ, ਤਾਂ ਤੁਸੀਂ ਦੇਖੋਗੇ ਕਿ ਕੀ ਹੋ ਰਿਹਾ। ਬਸ ਤੁਸੀਂ ਇਸ ਨੂੰ ਓਬਜ਼ਰਵ ਕਰਨਾ। ਤਾਂ ਦੇਖੋ ਉੱਪਰ ਫਾਊਂਟੇਨ ਬਣ ਗਿਆ ਹੋਇਆ, ਇਹ ਫੁਹਾਰਾ ਚੱਲਣ ਲੱਗਿਆ ਹੋਇਆ, ਉੱਪਰਲਾ ਪਾਣੀ ਥੱਲੇ ਜਾ ਰਿਹਾ, ਥੱਲੜੀ ਹਵਾ ਉੱਪਰ ਲੈ ਕੇ ਜਾ ਰਹੀ ਹੈ, ਨਾਲ ਉਹ ਪਾਣੀ ਨੂੰ ਲੈ ਕੇ ਜਾ ਰਹੀ ਹੈ। ਤਾਂ ਉਹ ਦੇਖੋ ਫਾਊਂਟੇਨ ਬਣ ਗਿਆ ਹੋਇਆ। ਹੁਣ ਜੇ ਮੈਂ ਇਹ ਕਹਿੰਦਾ ਹੁੰਦਾ ਵੀ ਜੇ ਤੁਸੀਂ ਇਹੀ ਚੀਜ਼ ਆਪਣੇ ਡਰਾਇੰਗ ਰੂਮ ਦੇ ਵਿੱਚ ਰੱਖੀ ਹੋਊਗੀ ਤਾਂ ਹਰ ਕੋਈ ਇਸ ਚੀਜ਼ ਨੂੰ ਦੇਖ ਕੇ ਸਾਇੰਸ ਸਿੱਖ ਜੂਗਾ। ਇਹ ਇੱਕ ਸਾਇੰਸ ਦਾ ਮਾਡਲ ਹੈ। ਇਸ ਤਰ੍ਹਾਂ ਦੇ ਕਈ ਮਾਡਲ ਰੱਖ ਕੇ ਅਸੀਂ ਸਾਇੰਸ ਦੀ ਜਿਹੜੀ ਪੜ੍ਹਾਈ ਹੈ ਬੱਚਿਆਂ ਨੂੰ ਕਰਾ ਸਕਦੇ ਹਾਂ। ਇਸ ਦੇ ਵਿੱਚ ਕਨਸੈਪਟ ਕੀ ਆਇਆ ਕਿ ਜਿਹੜਾ ਉਸ ਦੇ ਵਿੱਚ ਬੋਤਲ ਦੇ ਵਿੱਚ ਹਵਾ ਸੀਗੀ, ਉਹ ਹਵਾ ਹੁਣ ਉੱਪਰ ਚਲੀ ਗਈ, ਪਾਣੀ ਨੀਚੇ ਆ ਗਿਆ। ਜਗ੍ਹਾ ਉਨੀ ਹੋ ਰਹਿਣੀ ਹੈ, ਵੋਲੀਅਮ ਉਨਾ ਹੀ ਰਹਿਣਾ ਉਹਦਾ, ਪਾਣੀ ਦਾ ਤੇ ਉਹਦਾ ਹਵਾ ਦਾ। ਲੇਕਿਨ ਉਹ ਕਿਵੇਂ ਆਪਸ ਦੇ ਵਿੱਚ ਐਕਸਚੇਂਜ ਹੋ ਰਹੇ ਹੈ ਤੇ ਕਿਸ ਤਰ੍ਹਾਂ ਉਹ ਪਾਣੀ ਤੇ ਹਵਾ ਮਿਲ ਕੇ। ਹੁਣ ਕਾਰਬੋਰੇਟਰ ਸਮਝਾਇਆ ਜਾਂਦਾ ਹੈ, ਕਾਰਬੋਰੇਟਰ ਦੇ ਵਿੱਚ ਕੀ ਹੈ ਵੀ ਕਿੰਨਾ ਪੈਟਰੋਲ ਜਾਊਗਾ, ਕਿੰਨੀ ਉਹਦੇ ਵਿੱਚ ਹਵਾ ਜਾਊਗੀ, ਉਹ ਸਮਝਾਇਆ ਜਾਂਦਾ ਨਾ ਵੀ ਉਹਦੀ ਰੇਸ਼ੋ ਉਨੀ ਰੱਖਣੀ ਪਊਗੀ ਤਾਂ ਉਹਦੇ 'ਚ ਐਗਜ਼ੌਸਟ ਮਿਲੂਗਾ, ਨਹੀਂ ਤਾਂ ਐਗਜ਼ੌਸਟ ਨਹੀਂ ਮਿਲਣਾ ਹੈ ਸਾਨੂੰ, ਨਹੀਂ ਤਾਂ ਉਹ ਪਿਸਟਨ ਨੂੰ ਧੱਕਾ ਨਹੀਂ ਮਾਰੂਗੀ। ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਬੱਚਿਆਂ ਨੂੰ ਵਾਕਈ ਸਿੱਖ ਮਿਲ ਜਾਂਦੀ ਹੈ ਵੀ ਹਾਂ ਅਸੀਂ ਇਹ ਜਿਹੜੇ ਕਾਰਨਾਮੇ ਆ ਅਸੀਂ ਕਰ ਸਕਦੇ ਹਾਂ। ਹੁਣ ਦੇਖੋ ਹੁਣ ਤੁਸੀਂ ਕਹੋ ਜੀ ਤੁਹਾਡੇ ਕੋਲ ਸਰਿੰਜਾਂ ਦਾ ਕੀ ਕੰਮ ਹੈ, ਤਾਂ ਸਰਿੰਜਾਂ ਦਾ ਬਹੁਤ ਵਧੀਆ ਕੰਮ ਹੈ ਸਾਡੇ ਕੋਲ। ਵੀ ਅਸੀਂ ਵਿਦਿਆਰਥੀ ਨੂੰ ਕਹਿ ਦਿੰਦੇ ਹਾਂ ਵੀ ਆਹ ਅਸੀਂ ਖਿੱਚ ਲਿਆ ਜੀ, ਪਿਸਟਨ ਖਿੱਚ ਲਿਆ। ਵਿਦਿਆਰਥੀ ਨੂੰ ਇਹ ਦੱਸਣਾ ਕਿ ਇਹ ਕਿਉਂ ਹੋਇਆ, ਇਸ ਤੋਂ ਪਹਿਲਾਂ ਉਹਨੂੰ ਪ੍ਰਸ਼ਨ ਕਰ ਦਿਓ ਵੀ ਭਾਈ ਇਹ ਵਾਪਸ ਕਿਉਂ ਨਹੀਂ ਜਾਂਦੀ, ਇਹ ਦੱਸ। ਉਹ ਸਹਿਜੀ ਜਵਾਬ ਦੇ ਦਿੰਦਾ, ਕਹਿੰਦਾ ਵੀ ਇਹ ਵਾਪਸ ਤਾਂ ਨਹੀਂ ਜਾ ਰਹੀ ਜੀ, ਇਹਦੇ 'ਚ ਹਵਾ ਆ ਗਈ। ਫਿਰ ਅਗਲਾ ਪ੍ਰਸ਼ਨ ਹੋ ਜਾਂਦਾ ਵੀ ਜੇ ਇਹਦੇ 'ਚੋਂ ਹਵਾ ਕੱਢਦਾ ਫੇਰ, ਕਹਿੰਦਾ ਜੀ ਵਾਪਸ ਜਾਊਗੀ। ਮੈਂ ਕਿਹਾ ਆਪਾਂ ਕਰਕੇ ਦੇਖ ਲੈਂਦੇ ਹਾਂ। ਉਹਨੇ ਕਹਿਤਾ ਵਾਪਸ ਜਾਊਗੀ, ਆਪਾਂ ਨੇ ਕਰਕੇ ਦੇਖ ਲਿਆ, ਉਹ ਵਾਪਸ ਚਲੀ ਗਈ।
ਸਿੱਧ ਹੋ ਗਈ ਨਾ ਗੱਲ। ਇਹ ਸਿੱਧ ਕਰਨੀ ਆ, ਇਹ ਹੱਥੀਂ ਸਿੱਧ ਹੋਈ ਹੈ। ਜੇ ਮੈਂ ਐ ਬਗੈਰ ਸਮਾਨ ਦੇ ਕਹੀ ਜਾਵਾਂ ਵੀ ਇਹ ਵਾਪਸ ਜਾਊਗੀ ਜੀ, ਪਿਸਟਨ ਨੂੰ ਖਿੱਚਿਆ ਜੀ, ਇਮੇਜਿਨੇਸ਼ਨ ਆ ਜਾਂਦੀ ਹੈ। ਔਰ ਟੀਚਰ ਹਮੇਸ਼ਾ ਐਜ਼ਿਊਮ ਕਰ ਲੈਂਦਾ ਵੀ ਮੇਰੇ ਬੱਚੇ ਨੇ ਸਿੱਖ ਲਿਆ ਹੋਇਆ, ਪਰ ਬੱਚਾ ਸਿੱਖਿਆ ਨਹੀਂ ਹੁੰਦਾ। ਕਦੇ ਵੀ ਬੱਚੇ ਨੂੰ ਉਲਟਾ ਕੇ ਪ੍ਰਸ਼ਨ ਪੁੱਛ ਲਓ, ਈਵਨ ਕਿ ਮੈਂ ਵੀ ਗੱਲ ਕਹਿਣਾ ਕਿ ਟੀਚਰ ਨੂੰ ਵੀ, ਮੈਨੂੰ ਵੀ ਜੇ ਤੁਸੀਂ ਉਲਟਾ ਕੇ ਹੁਣੇ ਦੱਸੀ ਹੋਈ ਗੱਲ ਦੁਬਾਰਾ ਪੁੱਛ ਲਓਗੇ ਨਾ, ਇੱਕ ਵਾਰੀ ਤਾਂ ਮੈਂ ਵੀ ਸੋਚੀ 'ਚ ਪੈ ਜਾਊਂਗਾ, ਕਿਉਂਕਿ ਪ੍ਰਸ਼ਨ ਇੱਕ ਚੀਜ਼ ਹੀ ਐਸੀ ਹੈ। ਤਾਂ ਮੈਂ ਬੱਚਿਆਂ ਨੂੰ ਕਹਿੰਦਾ ਵੀ ਪ੍ਰਸ਼ਨ ਬਣਾਉਣੇ ਸ਼ੁਰੂ ਕਰੋ। ਪ੍ਰਸ਼ਨ ਜਦੋਂ ਤੁਸੀਂ ਬਣਾਓਗੇ ਤਾਂ ਬੇਟੇ ਹੋਇਆ ਕੀ ਹੈ ਅਸਲ ਦੇ ਵਿੱਚ, ਜੋ ਤੁਹਾਡੀ ਕਿਤਾਬ 'ਚ ਲਿਖਿਆ ਸੀਗਾ ਕਿ ਜਿੱਥੇ ਹਵਾ ਨਹੀਂ ਹੁੰਦੀ ਉੱਥੇ ਵੈਕਿਊਮ ਹੁੰਦਾ ਹੈ, ਤਾਂ ਹੁਣ ਅਸੀਂ ਹਵਾ ਨੂੰ ਅੰਦਰ ਨਹੀਂ ਜਾਣ ਦਿੱਤਾ ਹੈ। ਹੁਣ ਬਾਹਰਲਾ ਦਬਾਓ, ਅੰਦਰਲਾ ਦਬਾਓ, ਅੰਦਰਲਾ ਦਬਾਓ ਘਟ ਗਿਆ ਹੋਇਆ, ਠੀਕ ਹੈ ਨਾ। ਤਾਂ ਹੁਣ ਅੰਦਰਲਾ ਦਬਾਓ ਹੈ ਜਿਹੜਾ ਉਹ ਘਟ ਗਿਆ ਤੇ ਉੱਥੇ ਹਵਾ ਨਹੀਂ ਹੈ। ਇਸ ਕਰਕੇ ਕੀ ਹੋਇਆ ਕਿ ਉਹ ਪਿਸਟਨ ਹੈ ਜਿਹੜਾ ਉਹ ਵਾਪਸ ਚਲਾ ਗਿਆ। ਤਾਂ ਇਸ ਦਾ ਮਤਲਬ ਜਿੱਥੇ ਹਵਾ ਵੀ ਨਹੀਂ ਸੀ ਉੱਥੇ ਕੀ ਸੀ, ਉੱਥੇ ਵੈਕਿਊਮ ਸੀ, ਖਲਾ ਸੀ। ਹੁਣ ਦੇਖੋ ਇੱਕ ਸਰਿੰਜ ਦੀ ਮਦਦ ਦੇ ਨਾਲ ਜੇ ਅਸੀਂ ਉਸ ਨੂੰ ਵੈਕਿਊਮ ਪੜਾਤਾ ਹੋਇਆ ਤਾਂ ਵਾਕਈ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਚਲੀ ਜਾਊਗੀ ਵੀ ਇਹ ਵੈਕਿਊਮ ਹੈ ਜਿਹੜਾ ਬੜੀ ਆਸਾਨੀ ਦੇ ਨਾਲ ਅਸੀਂ ਸਿੱਖ ਸਕਦੇ। ਹੁਣ ਇਸੇ ਦੇ ਨਾਲ ਜਦੋਂ ਅਸੀਂ ਇਹ ਦਿਖਾਉਂਦੇ ਹਾਂ ਕਿ ਹਵਾ ਨੂੰ ਵੀ ਕੰਪਰੈਸ ਕੀਤਾ ਜਾ ਸਕਦਾ, ਦੇਖੋ ਇਸ ਦੇ ਵਿੱਚ ਹੁਣ ਹਵਾ ਹੈ, ਹੁਣ ਇਸ ਤੇ ਜਦੋਂ ਅਸੀਂ ਦਬਾਅ ਪਾ ਰਹੇ ਹਾਂ ਤਾਂ ਹਵਾ ਨੂੰ ਨਪੀੜਤਾ ਹੋਇਆ ਸੀ, ਤੁਸੀਂ ਦੇਖ ਸਕਦੇ ਹੋ। ਤਾਂ ਜਦੋਂ ਹੀ ਅਸੀਂ ਇਸ ਨੂੰ ਰਿਲੀਜ਼ ਕਰਦੇ ਹਾਂ ਤਾਂ ਇਹ ਵਾਪਸ ਆ ਜਾਂਦਾ ਪਿਸਟਨ। ਉਹਨਾਂ ਕੁ ਮਤਲਬ ਗੱਲ ਕੀ ਹੈ ਵੀ ਇਹ ਹੁਣ ਮੇਰੇ ਹਿਸਾਬ ਦੇ ਮੁਤਾਬਕ ਤਾਂ 에ਅਰ ਸਪਰਿੰਗ ਬਣਾਤਾ ਸੀ, ਤਾਂ ਸਪਰਿੰਗ 'ਚ ਵੀ ਇਲਾਸਟਿਸਿਟੀ ਹੁੰਦੀ ਹੈ, ਤਾਂ ਇਸ ਦੇ ਵਿੱਚ ਵੀ ਇਹ ਜਿਹੜੀ ਇਲਾਸਟਿਸਿਟੀ ਆ ਤੁਹਾਨੂੰ ਨਜ਼ਰ ਆ ਰਹੀ ਹੈ, ਅੱਗੇ ਪਿੱਛੇ ਹੋ ਰਿਹਾ ਇਹ ਸਪਰਿੰਗ ਹੈ ਜਿਹੜਾ, ਹੈ ਨਾ। ਪਰ ਇਹ ਹਵਾ ਦਾ ਸਪਰਿੰਗ ਹੈ, ਇਹ ਨਾ ਤਾਂ ਹੁਣ ਸਟੀਲ ਦਾ ਨਾ ਕੋਈ ਹੋਰ ਉਹਦੇ ਚੀਜ਼ ਮੈਟਲ ਦਾ ਹੈਗਾ। ਤਾਂ ਇਸ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਣਗੀਆਂ ਵੀ ਇਸ ਤਰ੍ਹਾਂ ਵੀ ਹੋ ਸਕਦਾ ਸੀਗਾ, ਅਸੀਂ ਕਿਉਂ ਨਹੀਂ ਸੋਚਿਆ। ਫਿਰ ਉਹਨਾਂ ਨੂੰ ਨਾਲ ਅੱਗੇ ਲੈ ਜਾਈਦਾ ਵੀ ਦੇਖੋ ਬੇਟੇ ਜੇ ਇਸ ਦੇ ਵਿੱਚ ਕੁਝ ਵੋਲਿਊਮ ਹੈ 에ਅਰ ਦਾ, ਮੈਂ ਇੱਥੋਂ ਫੋਰਸ ਲਗਾ ਰਿਹਾ ਤੇ ਫੋਰਸ ਪਰ ਯੂਨਿਟ ਏਰੀਆ ਜਿਹੜੀ ਉਹ ਪ੍ਰੈਸ਼ਰ ਹੁੰਦੀ ਹੈ, ਤਾਂ ਹੁਣ ਜਦੋਂ ਇਸ ਤੇ ਪ੍ਰੈਸ਼ਰ ਅਪਲਾਈ ਕੀਤਾ ਤਾਂ ਇਸ ਦਾ ਵੋਲਿਊਮ ਡਿਕਰੀਜ਼ ਹੋ ਗਿਆ। ਜਦੋਂ ਪ੍ਰੈਸ਼ਰ ਡਿਕਰੀਜ਼ ਕੀਤਾ ਵੋਲਿਊਮ ਇਨਕਰੀਜ਼ ਹੋ ਗਿਆ, ਤਾਂ ਇਹ ਫਿਰ ਵਾਪਸ ਆਪਣੀ ਜਗ੍ਹਾ ਤੇ ਆ ਜਾਂਦਾ। ਹੁਣ ਟੈਂਪਰੇਚਰ ਉਨਾ ਹੀ ਰਿਹਾ, ਟੈਂਪਰੇਚਰ ਕਾਂਸਟੈਂਟ ਹੈ, ਪ੍ਰੈਸ਼ਰ ਤੇ ਵੋਲਿਊਮ ਦਾ ਰਿਲੇਸ਼ਨ ਆਪਸ ਦੇ ਵਿੱਚ ਦਿਖਾਤਾ ਕਿ ਇਨਵਰਸਲੀ ਪ੍ਰੋਪੋਰਸ਼ਨਲ ਹੈ। ਪ੍ਰੈਸ਼ਰ ਵਧਾਉਣ ਦੇ ਨਾਲ ਵੋਲਿਊਮ ਘਟਦਾ, ਪ੍ਰੈਸ਼ਰ ਘਟਾਉਣ ਦੇ ਨਾਲ ਵੋਲਿਊਮ ਵੱਧਦਾ। ਬੋਇਲਜ਼ ਲਾ ਪ੍ਰੂਫ ਹੋ ਗਿਆ ਇਸ ਦੇ ਨਾਲ। ਤਾਂ ਮਤਲਬ ਇਹ ਚੀਜ਼ਾਂ ਇੱਕ ਵਾਰੀ ਜੇ ਉਹਦੇ ਦਿਮਾਗ 'ਚ ਆ ਜਾਣਗੀਆਂ ਵੀ ਓਹੋ ਅੱਛਾ ਹਾਂ ਪੜ੍ਹਿਆ ਸੀਗਾ ਇਹ ਵੀ ਐਟ ਅ ਟਾਈਮ ਕਾਂਸਟੈਂਟ ਟੈਂਪਰੇਚਰ ਪ੍ਰੈਸ਼ਰ ਆਫ ਦਾ ਗਿਵਨ ਮਾਸ ਆਫ ਅ ਗੈਸ ਇਜ਼ ਆਲਵੇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਵੋਲਿਊਮ ਆਫ ਦਾ ਗੈਸ। ਤਾਂ ਪੀ ਵੀ ਇਜ਼ ਇਕੁਅਲ ਟੂ ਕਾਂਸਟੈਂਟ ਪ੍ਰੂਫ ਕਰ ਲੈਂਦਾ ਇਸ ਤਰ੍ਹਾਂ। ਤਾਂ ਇਸ ਤਰ੍ਹਾਂ ਹੀ ਆਈਡੀਅਲ ਇਕੁਏਸ਼ਨ 'ਚ ਚਲਾ ਜਾਂਦਾ, ਪੀ ਵੀ ਇਜ਼ ਇਕੁਅਲ ਟੂ NRT, ਉੱਥੇ ਫਿਰ ਅੱਗੇ ਅਗਲੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਤਾਂ ਹੁਣ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਕੋਲ ਵਿਗਿਆਨੀਆਂ ਤੱਕ, ਵਿਦਿਆਰਥੀਆਂ ਤੱਕ ਪਹੁੰਚਾਵਾਂਗੇ ਤਾਂ ਵਿਗਿਆਨੀ ਬਣਨਗੇ। ਵਿਗਿਆਨੀ ਬਣਨਗੇ ਤਾਂ ਸਮਾਜ ਦੇ ਵਿੱਚ ਸਾਡਾ ਸਿਰ ਜਿਹੜਾ ਉੱਚਾ ਹੁੰਦਾ। ਤੋ ਇਸ ਕਰਕੇ ਬੱਚਿਆਂ ਨੂੰ ਹੱਥੀਂ ਇਹ ਕਰਕੇ ਦਿਖਾਉਣਾ, ਹੱਥੀਂ ਉਹਨਾਂ ਨੂੰ ਇਹ ਪ੍ਰੇਰਨਾ ਦੇਣੀ। ਜਿੱਥੇ ਅਸੀਂ ਇਹ ਗੱਲ ਕਰ ਰਹੇ ਸੀਗੇ ਕਿ ਇਹ ਮਾਡਲ ਹੈ ਜਿਹੜੇ ਜੇ ਬੱਚੇ ਨੇ ਆਪਣੇ ਟੇਬਲ ਦੇ ਉੱਤੇ ਰੱਖੇ ਹੋਏ ਹੋਣਗੇ ਤਾਂ ਉਸ ਨੂੰ ਇਸ ਗੱਲ ਦੀ ਸਮਝ ਆ ਜਾਊਗੀ ਵੀ ਇਹ ਸਾਇੰਸ ਤਾਂ ਬੜੀ ਆਸਾਨ ਸੀਗੀ, ਇਹ ਮੈਂ ਕਿਉਂ ਨਹੀਂ ਪੜ੍ਹਿਆ ਹਾਂ। ਠੀਕ ਹੈ, ਹੁਣ ਤੁਹਾਨੂੰ ਅੱਗੇ ਅਸੀਂ ਲੈ ਕੇ ਚੱਲਦੇ ਹਾਂ ਕਿ ਇਹ ਸਾਡੇ ਕੋਲ ਇੱਕ ਹੈਲੀਕਲ ਸਪਰਿੰਗ ਹੈ। ਦੇਖੋ ਤੁਹਾਨੂੰ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਪਤਾ ਨਹੀਂ ਕੀ ਫੁੱਲ ਜਾਏਗਾ, ਪਰ ਇਸ ਦੇ ਨਾਲ ਅਸੀਂ ਉਹਨਾਂ ਨੂੰ ਵੇਵਸ ਪੜ੍ਹਾ ਦੇਣੀਆਂ। ਹੁਣ ਵੇਵਸ ਪੜ੍ਹਾਉਣ ਲੱਗਿਆਂ ਵੇਵਸ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਟਰਾਂਸਵਰਸ ਹੁੰਦੀਆਂ, ਇੱਕ ਲੌਂਗੀਟਿਊਡਨਲ ਹੁੰਦੀਆਂ। ਹੁਣ ਜਿਹੜੀਆਂ ਟਰਾਂਸਵਰਸ ਹੈ ਉਹ ਕ੍ਰੈਸਟ ਤੇ ਟਰਫ 'ਚ ਚੱਲਦੀਆਂ, ਉਹ ਇਸ ਤਰ੍ਹਾਂ ਚੱਲਦੀਆਂ, ਉੱਪਰ ਥੱਲੇ ਚੱਲਦੀਆਂ। ਇਹ ਦੇਖੋ ਉੱਪਰ ਥੱਲੇ ਚੱਲ ਰਹੀਆਂ ਵੀ ਇੱਕ ਵਾਰੀ ਉੱਪਰ ਹੋ ਜਾਂਦੀ, ਇੱਕ ਵਾਰੀ ਥੱਲੇ ਹੋ ਜਾਂਦੀ। ਹੁਣ ਇਸ ਦੇ ਨਾਲ ਜਿਹੜਾ ਬਿਜਲੀ ਦਾ ਪ੍ਰਵਾਹ ਹੈ ਉਹ ਵੀ ਸਾਈਨ ਕਰਵ 'ਚ ਚੱਲਦਾ। ਉਹ ਕਿਵੇਂ ਬਿਜਲੀ ਚੱਲਦੀ ਹੈ ਸਾਡੀ, ਉਹ ਬੱਚੇ ਨੂੰ ਸਿਖਾਇਆ ਜਾ ਸਕਦਾ। ਫਿਰ ਇਸ ਦੇ ਵਿੱਚ ਜਿਹੜੀਆਂ ਦੂਜੀ ਤਰ੍ਹਾਂ ਦੀਆਂ ਤਰੰਗਾਂ, ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਇੱਥੇ ਨੇੜੇ ਲਿਆ ਕੇ ਦਿਖਾਣਗੇ ਕਿ ਲੌਂਗੀਟਿਊਡਨਲ ਜਿਹੜੀਆਂ ਅਸੀਂ ਵੇਵਸ ਹੈ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਤੇ ਤਾਂ ਇਹ ਇਕੱਠੀਆਂ ਹੋ ਜਾਣਗੀਆਂ। ਦੇਖੋ ਉੱਪਰ ਦੀ ਦਿਖਾਓ ਜੀ ਇਹਨਾਂ ਨੂੰ ਵੀ ਕਿਤੇ ਤਾਂ ਇਹ ਇਕੱਠੀਆਂ ਹੋ ਰਹੀਆਂ, ਕਿਤੇ ਫਿਰ ਅਲੱਗ-ਅਲੱਗ ਹੋ ਰਹੀਆਂ। ਉਹਨਾਂ ਦਾ ਇਕੱਠਾ ਹੋਣਾ, ਅਲੱਗ-ਅਲੱਗ ਹੋਣਾ, ਕੰਪਰੈਸ਼ਨ ਰੇਰੀਫੈਕਸ਼ਨ ਬਣਨਾ, ਤਾਂ ਉਹ ਸਹਿਜੇ ਹੀ ਉਹਨਾਂ ਨੂੰ ਡੈਫੀਨੇਸ਼ਨ ਵੀ ਸਮਝ ਆਉਂਦੀ ਹੈ ਤੇ ਉਹਨਾਂ ਨੂੰ ਕਲੈਰਿਟੀ ਆਉਂਦੀ ਹੈ ਕਨਸੈਪਟ ਦੀ ਵੀ ਹਾਂ ਇਹ ਚੀਜ਼ ਹੈ ਜਿਹੜੀ ਬੜੀ ਆਸਾਨ ਸੀਗੀ, ਕਿਤਾਬਾਂ 'ਚ ਲਿਖੀ ਹੋਈ ਸੀ ਪਰ ਅਸੀਂ ਅੱਜ ਆਪਣੇ ਹੱਥੀਂ ਕਰਕੇ ਦੇਖ ਲਈ ਹੈ, ਅਸੀਂ ਕਰ ਲਈ ਹੋਈ ਹੈ। ਇਹ ਨਹੀਂ ਹੈ ਵੀ ਮੈਂ ਹੀ ਕਰ ਰਿਹਾ, ਮੇਰਾ ਬੱਚਾ ਵੀ ਕਰ ਰਿਹਾ। ਸੁਮਨ ਆਈ ਕਰਕੇ ਦਿਖਾਈ ਬੇਟੇ। ਇਹੀ ਚੀਜ਼ ਜਦੋਂ ਬੱਚਾ ਆਪ ਕਰੂਗਾ ਤਾਂ ਉਸ ਨੂੰ ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਬੱਚਾ ਸਿੱਖ ਗਿਆ ਜਾਂ ਨਹੀਂ ਸਿੱਖ ਗਿਆ। ਆਹ ਦੇਖੋ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਮੈਂ ਮਤਲਬ ਅਧਿਆਪਕ ਕਰ ਰਿਹਾ ਸੀਗਾ, ਉਹ ਵਿਦਿਆਰਥੀ ਵੀ ਉਸੇ ਤਰ੍ਹਾਂ ਕਰਕੇ ਦਿਖਾਉਣ ਦੇ ਵਿੱਚ ਸક્ષਮ ਹੈ। ਪਰ ਉਸ ਨੂੰ ਜਦੋਂ ਅਸੀਂ ਸਮਾਨ ਹੀ ਨਹੀਂ ਪਕੜਾਵਾਂਗੇ, ਨਾਲ ਦੀ ਨਾਲ ਕੰਨ ਤੇ ਮਾਰ ਕੇ ਕਹਾਂਗੇ ਓਏ ਛੇੜੀ ਨਾ ਟੁੱਟ ਜੂਗਾ, ਫੇਰ ਨਹੀਂ ਉਹ ਕਰਦਾ ਹੈ। ਉਸ ਨੂੰ ਕਹੋ ਵੀ ਟੁੱਟ ਜੂਗਾ, ਨਵਾਂ ਬਾਜ਼ਾਰ 'ਚ ਬਹੁਤ ਪਿਆ, ਤੂੰ ਕਰ ਇਹਨੂੰ, ਆਪਣੇ ਹੱਥੀਂ ਕਰਕੇ ਦੇਖਣ ਦੀ ਕੋਸ਼ਿਸ਼ ਕਰ, ਤਾਂ ਵਿਦਿਆਰਥੀ ਸਿੱਖ ਜਾਂਦਾ ਹੈਗਾ। ਤਾਂ ਹੁਣ ਇਹ ਜਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਇਹ ਦਿਖਾਉਣ ਕਿ ਇਹ ਕੀ ਚੀਜ਼ ਹੈ, ਇਹ ਦੇਖੋ ਇਹ ਹੁਣ ਸਾਡੇ ਕੋਲ ਕਨਸੈਪਟ ਹੈ ਕਿ ਮੈਗਲੇਵ ਟ੍ਰੇਨ। ਮੈਗਲੇਵ ਕੀ ਹੈ? ਮੈਗਨੈਟਿਕ ਲੈਵੀਟੇਸ਼ਨ ਹੈ।
ਮੈਗਨੈਟਿਕ ਲੈਵੀਟੇਸ਼ਨ ਕੀ ਹੈ ਕਿ ਇਸ ਦੇ ਵਿੱਚ ਆਹ CD ਅਸੀਂ ਲਾਈ ਹੈ ਤਾਂ ਆਹ ਹੁਣ ਇੱਥੇ ਮੈਗਨੇਟ ਇੱਕ ਦੂਜੇ ਨੂੰ ਖਿੱਚ ਰਹੇ ਆ, ਘੁੰਮ ਨਹੀਂ ਰਹੇ ਹੈ। ਤਾਂ ਹੁਣ ਜਦੋਂ ਇਸ ਨੂੰ ਅਸੀਂ ਉਲਟਾ ਦਿੰਨੇ ਆ, ਤੁਸੀਂ ਦੇਖੋ ਆ ਉਲਟਾਤਨ, ਤਾਂ ਹੁਣ ਇਸ ਦੇ ਵਿੱਚ ਸਪੇਸ ਆ ਗਈ ਹੋਈ ਹੈ। ਹੁਣ ਇੱਕ ਦੂਜੇ ਨੂੰ ਧੱਕ ਰਹੇ ਹੈ। ਹੁਣ ਜਦੋਂ ਧੱਕ ਰਹੇ ਹੈ ਤਾਂ ਇਸ ਤਰ੍ਹਾਂ ਹੀ ਟ੍ਰੇਨ ਹੈ ਜਿਹੜੀ ਉੱਪਰ ਉੱਠ ਕੇ ਚੱਲ ਰਹੀ ਹੈ। ਤਾਂ ਇਹ ਮੈਗਲੇਵ ਟ੍ਰੇਨ ਦਾ ਕਨਸੈਪਟ ਆ ਜਾਂਦਾ ਵੀ ਜਿਹੜੀ ਉਹ ਟ੍ਰੇਨ ਹੈ ਜਰਾ ਕਿ ਉਸ ਨੂੰ ਫੋਰਸ ਮਿਲਦੀ ਹੈ, ਉਸ ਫੋਰਸ ਦੇ ਨਾਲ ਕਿ ਉਹ ਅੱਗੇ ਨੂੰ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ। ਤੇ ਇਸ ਤਰ੍ਹਾਂ ਦੇ ਨਾਲ ਮੈਗਨੈਟਿਕ ਲੈਵੀਟੇਸ਼ਨ ਜਿਹੜੀ ਇੱਕ ਟ੍ਰੇਨ 605 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਜਰਮਨੀ 'ਚ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਵੀ ਦੌੜਦੀ ਨਜ਼ਰ ਆਉਣ ਵਾਲੀ ਹੈ। ਤੇ ਲੱਗੇ ਹੋਏ ਵਿਗਿਆਨੀ ਇਸ ਤਰ੍ਹਾਂ ਦੇ ਕੰਮਕਾਰ ਕਰਦੇ ਆ। ਵਿਗਿਆਨੀਆਂ ਬਣਾਉਣ ਦੇ ਲਈ, ਵਿਦਿਆਰਥੀਆਂ ਨੂੰ ਵਿਗਿਆਨੀ ਬਣਾਉਣ ਦੇ ਲਈ ਅਸੀਂ ਆਹ ਜਿਹੜੀ ਹੈ ਸਾਡੇ ਕੋਲ ਖੜੀ ਕੀਤੀ ਹੈ PSLV, ਵੀ ਉਹਨਾਂ ਨੂੰ ਇੱਥੇ ਹੀ ਪਤਾ ਲੱਗ ਜੇ, ਉਹ ਬੰਗਲੌਰ ਨਾ ਲਿਜਾਣਾ ਪਵੇ, ਉਹਨਾਂ ਨੂੰ ਹੈਦਰਾਬਾਦ ਨਾ ਲਿਜਾਣਾ ਪਵੇ ਦਿਖਾਉਣ ਵਾਸਤੇ। ਇੱਥੇ ਕਿਉਂ ਨਹੀਂ ਪਤਾ ਲੱਗ ਸਕਦਾ? ਹੁਣ ਮਾਡਲ ਬਣਾ ਕੇ ਰੱਖਤਾ। ਹੁਣ ਉਹ ਮਾਡਲ ਨੂੰ ਐਕਸਪੈਰੀਮੈਂਟਲੀ ਦੱਸਣਾ ਕਿ ਇਸ ਦੇ ਵਿੱਚ ਹੇਠਾਂ ਨੂੰ ਜਿਹੜਾ ਪ੍ਰੈਸ਼ਰ ਆਉਂਦਾ, ਉਸ ਪ੍ਰੈਸ਼ਰ ਦੇ ਨਾਲ ਰਾਕਟ ਉੱਪਰ ਨੂੰ ਕਿਵੇਂ ਜਾਂਦਾ। ਤਾਂ ਉਸ ਦੇ ਨਾਲ ਅਸੀਂ ਪ੍ਰਯੋਗੀ ਕਰਕੇ ਦਿਖਾ ਦਿੰਦੇ ਹਾਂ ਬੱਚਿਆਂ ਨੂੰ। ਤਾਂ ਉਸ ਦੇ ਨਾਲ ਅਸੀਂ ਜਿੱਥੇ ਬੋਤਲ ਦੇ ਪ੍ਰਯੋਗਾਂ ਨਾਲ ਦਿਖਾਉਂਦੇ ਹਾਂ, ਉੱਥੇ ਇੱਕ ਗੁਬਾਰੇ ਦੇ ਪ੍ਰਯੋਗ ਦੇ ਨਾਲ ਵੀ ਅਸੀਂ ਉਹਨਾਂ ਨੂੰ ਇਹ ਕਰਕੇ ਦਿਖਾ ਦਿੰਦੇ ਹਾਂ। ਤਾਂ ਬੇਟੇ ਇਸ ਨੂੰ ਤੁਸੀਂ ਕੋਸ਼ਿਸ਼ ਕਰਿਓ, ਇਸ ਨੂੰ ਫੁਲਾਓ ਜਰਾ, ਉੱਥੋਂ ਪੰਪ ਕੱਢ ਲਓ। ਤਾਂ ਮਤਲਬ ਵਿਦਿਆਰਥੀ ਜਦੋਂ ਨਾਲ ਹੋਣਗੇ ਤੁਹਾਡੇ, ਜਿਵੇਂ ਇੱਕ ਡਾਕਟਰ ਦੇ ਨਾਲ ਇੱਕ ਜੂਨੀਅਰ ਡਾਕਟਰ ਹੈ ਤੇ ਉਹ ਦੇਖ ਰਿਹਾ ਵੀ ਵੱਡਾ ਡਾਕਟਰ ਕਿਵੇਂ ਕਰ ਰਿਹਾ ਹੈ, ਤਾਂ ਉਹਨੂੰ ਸਮਝ ਆਈ ਜਾਂਦੀ ਹੈ, ਨਾਲ ਸਿੱਖੀ ਜਾਂਦਾ। ਇਸੇ ਤਰ੍ਹਾਂ ਦੇ ਨਾਲ ਜੇ ਅਧਿਆਪਕ ਦੇ ਨਾਲ ਵਿਦਿਆਰਥੀ ਰਹੂਗਾ, ਜੁੜਿਆ ਰਹੂਗਾ, ਤਾਂ ਉਸ ਵਕਤ ਉਸ ਨੂੰ ਇਹ ਗੱਲ ਆਪਣੇ ਆਪ ਹੀ ਸਮਝ ਆ ਜਾਣੀ, ਉਹਨੂੰ ਦੱਸਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਇਹਦੇ ਘਰ ਦੇ ਵਿੱਚ ਮਾਤਾ ਪਿਤਾ ਦੇ ਨਾਲ ਕੰਮ ਕਰ ਰਿਹਾ ਬੱਚਾ ਜੁੜ ਕੇ, ਤਾਂ ਉੱਥੇ ਉਸਨੇ ਉਸ ਦੀ ਸਿੱਖਿਆ ਆਪਣੇ ਆਪ ਹੀ ਗ੍ਰਹਿਣ ਕਰ ਲੈਣੀ ਹੈ। ਤਾਂ ਲਿਆਓ ਇਹ ਬੇਟੇ ਮੇਰੇ ਕੋਲ ਲਿਆਓ, ਸ਼ਾਬਾਸ਼, ਹਾਂ ਭਰ ਦੇ ਚੱਲ ਲਿਆ। ਤੇ ਇਹ ਦੇਖੋ ਵੀ ਇਸ ਗੁਬਾਰੇ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਹਵਾ ਅੰਦਰ ਭੇਜ ਰਹੇ ਹਾਂ। ਤਾਂ ਹਵਾ ਜਦੋਂ ਇਸ ਦੇ ਵਿੱਚ ਅੰਦਰ ਜਾ ਰਹੀ ਹੈ ਤਾਂ ਹਵਾ ਇਕੱਠੀ ਹੋ ਰਹੀ ਹੈ। ਹੁਣ ਹਵਾ ਜਦੋਂ ਇਕੱਠੀ ਹੋ ਰਹੀ ਹੈ, ਕਿਉਂਕਿ ਐਟਮੋਸਫੀਅਰ ਦੇ ਵਿੱਚ ਤਾਂ ਪੂਰੇ ਦੇ ਪੂਰੇ ਵਿੱਚ ਹਵਾ ਹੀ ਹੈਗੀ, ਹੁਣ ਇਹ ਹੋ ਗਈ। ਤਾਂ ਹੁਣ ਜੇ ਮੈਂ ਕਹਾਂ ਵੀ ਇਹ ਮੇਰੀ ਮਿਜ਼ਾਈਲ ਹੈ, ਜਿਸ ਤਰ੍ਹਾਂ ਉਹ ਮਿਜ਼ਾਈਲ PSLV ਖੜੀ ਹੈ ਉਸ ਤਰ੍ਹਾਂ ਹੀ ਇਹ ਖੜੀ ਹੈ, ਉਹੀ ਪੋਜੀਸ਼ਨ 'ਚ ਹੈ। ਤਾਂ ਉੱਥੇ ਅਸੀਂ TV 'ਚ ਦੇਖਦੇ ਹਾਂ ਕਿ ਉਹ ਗੈਸਾਂ ਥੱਲੇ ਨੂੰ ਨਿਕਲਦੀਆਂ ਤੇ ਮਿਜ਼ਾਈਲ ਸਾਡੀ ਜਾਂ ਜਿਹੜਾ PSLV ਉੱਪਰ ਚਲਾ ਜਾਂਦਾ। ਇਸੇ ਤਰੀਕੇ ਦੇ ਨਾਲ ਆ ਦੇਖੋ, ਹੁਣ ਮੈਂ ਇੱਥੋਂ ਛੱਡੂਗਾ, ਇਹਨੂੰ ਰਿਲੀਜ਼ ਕਰਨ ਲੱਗਿਆ। ਜਿਸ ਤਰ੍ਹਾਂ ਉੱਥੇ ਪੁੱਠੀ ਗਿਣਤੀ ਹੁੰਦੀ ਹੈ ਨਾ ਵੀ 100 99 98 97 96 95 94 95 92 91 90 89 88 87, ਇਸੇ ਤਰ੍ਹਾਂ ਇਹਦੀ ਪੁੱਠੀ ਗਿਣਤੀ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਤੁਸੀਂ ਦੇਖੋ ਉਹ ਸਾਡੀ ਜਿਹੜੀ ਹੈ PSLV ਹੈ ਜਿਹੜਾ ਉੱਪਰ ਚਲਾ ਗਿਆ। ਤੋ ਇਸ ਤਰ੍ਹਾਂ ਦੇ ਨਾਲ ਉਹਨੂੰ ਸਮਝ ਆ ਜਾਂਦੀ ਹੈ ਵੀ ਇਹ ਰਾਕਟ ਲਾਂਚ ਕਿਵੇਂ ਹੁੰਦੇ ਆ। ਹੁਣ ਰਾਕਟ ਲਾਂਚ ਕਰਨ ਲੱਗਿਆਂ ਧਰਤੀ ਕਿੱਧਰ ਤੋਂ ਕਿੱਧਰ ਘੁੰਮਦੀ ਹੈ, ਸਾਊਥ ਤੋਂ ਹੀ ਕਿਉਂ ਲਾਂਚ ਕੀਤੇ ਜਾਂਦੇ ਆ, ਪੰਜਾਬ ਤੋਂ ਕਿਉਂ ਨਹੀਂ ਲਾਂਚ। ਮਤਲਬ ਬਥੇਰੇ ਇਹ ਜਿਹੇ ਸਵਾਲ ਹੈ ਜਿਹੜੇ ਬੱਚੇ ਦੇ ਮਨ ਦੇ ਵਿੱਚ ਉਪਜਦੇ ਆ, ਉਸ ਨੂੰ ਉਹਦਾ ਜਵਾਬ ਦੇਣਾ। ਕਿਉਂਕਿ ਬੇਟੇ ਇਹ ਜਿਹੜੀ ਧਰਤੀ ਹੈ, ਜਿਵੇਂ ਇਹ ਕਿਸ ਤਰ੍ਹਾਂ ਦੇ ਨਾਲ ਇਹ ਘੁੰਮਦੀ ਹੈ, ਧਰਤੀ ਆਪਣੇ ਧੁਰੇ ਦੇ ਦੁਆਲੇ ਵੀ ਘੁੰਮ ਰਹੀ ਹੈ, ਧਰਤੀ ਸੂਰਜ ਦੇ ਦੁਆਲੇ ਵੀ ਘੁੰਮ ਰਹੀ ਹੈ। ਇਹ ਚੀਜ਼ਾਂ ਉਹਨੂੰ ਲਿਆਉਣੀਆਂ ਪੈਣਗੀਆਂ, ਉਹਨੂੰ ਨੇੜੇ ਲਿਜਾਣਾ ਪਊਗਾ। ਜਦ ਤੱਕ ਉਸ ਨੂੰ ਵਿਗਿਆਨ ਦੇ ਨੇੜੇ ਨਹੀਂ ਨਾ ਲੈ ਕੇ ਜਾਓਗੇ, ਵਿਗਿਆਨੀ ਨਹੀਂ ਬਣਦਾ ਉਹ। ਵਿਗਿਆਨ ਦੇ ਨੇੜੇ ਲੈ ਕੇ ਜਾਓ, ਤੁਹਾਨੂੰ ਕੋਈ ਉਸ ਨੂੰ ਵੱਡੀਆਂ ਪੜ੍ਹਾਈਆਂ ਕਰਾਉਣ ਦੀ ਲੋੜ ਨਹੀਂ ਹੈ। ਉਹਦੇ ਵਿੱਚ ਆਪਣੇ ਆਪ ਹੀ ਐਟੀਟਿਊਡ ਆ ਜਾਊਗਾ, ਸਾਇੰਟੀਫਿਕ ਐਟੀਟਿਊਡ ਜਿਸ ਨੂੰ ਅਸੀਂ ਕਹਿੰਦੇ ਹਾਂ, ਵੀ ਉਹ ਆਪਣੇ ਆਪ ਹੀ ਡਿਵੈਲਪ ਹੋ ਜਾਣਾ, ਉਹਦੀ ਨੇਚਰ ਹੀ ਬਦਲ ਜਾਣੀ ਹੈ, ਉਹਦਾ ਸੋਚਣ ਦਾ ਤਰੀਕਾ ਹੀ ਬਦਲ ਜਾਣਾ। ਤੋ ਇਸ ਤਰੀਕੇ ਦੇ ਨਾਲ ਆਹ ਛੋਟੇ ਛੋਟੇ ਪ੍ਰਯੋਗ ਹੈ ਜਿਹੜੇ ਉਹਨਾਂ ਨੂੰ ਅਸੀਂ ਕਰਕੇ ਦਿਖਾਉਂਦੇ ਹਾਂ। ਆ ਤੁਸੀਂ ਕਹੋ ਜੀ ਤੁਸੀਂ ਇੰਚੀ ਟੇਪ ਕੀ ਦਰਜੀ ਹੋ ਤੁਸੀਂ? ਹਾਂ, ਟੇਲਰ ਮਾਸਟਰ ਹੋ। ਉਹ ਅਧਿਆਪਕ ਤਾਂ ਸਭ ਕੁਝ ਹੀ ਹੈ, ਕਿਉਂਕਿ ਇੱਕ ਅਧਿਆਪਕ ਨੇ ਇੱਕ ਵਿਦਿਆਰਥੀ ਦੇ ਵਿੱਚੋਂ ਟੇਲਰ ਮਾਸਟਰ ਵੀ ਕੱਢਣਾ, ਉਸ ਦੇ ਵਿੱਚੋਂ ਸਾਇੰਟਿਸਟ ਵੀ ਕੱਢਣਾ, ਇੰਜੀਨੀਅਰ ਵੀ ਕੱਢਣਾ, ਡਾਕਟਰ ਵੀ ਬਣਾਉਣਾ, ਹਰ ਖਿੱਤੇ ਦੇ ਵਿੱਚ ਭੇਜਣਾ ਅਧਿਆਪਕ ਨੇ ਵਿਦਿਆਰਥੀ ਨੂੰ। ਤਾਂ ਉਹ ਜਿਹੜਾ ਹੈਗਾ, ਜਦੋਂ ਇਸ ਨੂੰ ਮੈਂ ਇਸ ਤਰ੍ਹਾਂ ਗਲ ਦੇ ਵਿੱਚ ਪਾ ਲੈਂਦਾ ਤਾਂ ਐਂ ਲੱਗਦਾ ਵੀ ਮੈਂ ਸ਼ਾਇਦ ਟੇਲਰ ਮਾਸਟਰ ਦੀ ਫੀਲਿੰਗ ਲੈ ਰਿਹਾ। ਜੇ ਮੈਂ ਆਪਣੇ ਸਟੈਥੋਸਕੋਪ ਨੂੰ ਆਪਣੇ ਗਲ ਦੇ ਵਿੱਚ ਪਾ ਲੈਂਦਾ ਤਾਂ ਮੈਨੂੰ ਫੀਲਿੰਗ ਆਉਣ ਲੱਗ ਜਾਂਦੀ ਹੈ ਵੀ ਸ਼ਾਇਦ ਮੈਂ ਟੇਲਰ ਮਾਸਟਰ ਨਹੀਂ ਹਾਂ, ਮੈਂ ਡਾਕਟਰ ਹਾਂ। ਤਾਂ ਇਹਦਾ ਮਤਲਬ ਅਧਿਆਪਕ ਦੇ ਵਿੱਚ ਉਹ ਸਾਰੇ ਰੰਗ ਹੈਗੇ ਆ, ਉਹ ਇੱਕ ਇੱਕ ਰੰਗ ਕਰਕੇ ਆਪਣੇ ਵਿਦਿਆਰਥੀਆਂ ਦੇ ਵਿੱਚ ਭਰਦਾ ਚੱਲਿਆ ਜਾ ਰਿਹਾ। ਤਾਂ ਹੁਣ ਤੁਸੀਂ ਕਹੋ ਜੀ ਇੰਚੀ ਟੇਪ ਦਾ ਕੀ ਕੰਮ ਹੈ ਤੁਹਾਡੇ ਕੋਲ? ਬਿਲਕੁਲ ਇਹ ਸਪਸ਼ਟ ਹੈ ਕਿ ਇੰਚੀ ਟੇਪ ਦੇ ਵਿੱਚ ਬੱਚੇ ਨੇ ਪੜ੍ਹਿਆ ਸੀਗਾ ਕਿ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ। ਤਾਂ ਅਸੀਂ ਉਸ ਨੂੰ ਅੱਜ ਇੰਚੀ ਟੇਪ ਦੇ ਰਾਹੀਂ ਸਿਖਾਤਾ ਵੀ ਆਹ ਲੈ ਵੀ ਆਹ 100 ਹੋ ਗਿਆ ਹੋਇਆ ਇੱਥੇ, ਇਹ ਆਹ ਦੇਖ, ਇਹ ਆਹ 100 ਹੋ ਗਿਆ ਹੋਇਆ, ਤੇ ਤੂੰ ਇਸ ਨੂੰ ਇੱਥੇ ਲਗਾ ਕੇ ਤੇ ਆਪਣਾ ਇਹਦੀ ਮਿਣਤੀ ਕਰ ਲਾ। ਇਹ ਉਂਗਲੀ ਵੱਡੀ ਤੇ ਲਗਾ ਲੈਂਦੇ ਹਾਂ ਅਸੀਂ, ਇਸ ਉਂਗਲੀ ਵੱਡੀ ਤੇ ਲਗਾ ਕੇ ਉਸ ਨੂੰ ਦੱਸਦੇ ਹਾਂ ਵੀ ਇੱਥੇ ਤੱਕ। ਇੱਕ ਵਾਰੀ ਉਸ ਨੂੰ ਮਿਣ ਕੇ ਦਿਖਾਤਾ ਵੀ ਕਿੱਥੇ ਤੱਕ 1 ਮੀਟਰ ਬਣਦਾ, ਤਾਂ ਹੁਣ ਇੰਚੀ ਟੇਪ ਦਾ ਕੰਮ ਖਤਮ। ਹੁਣ ਬਾਜ਼ਾਰ 'ਚ ਕੱਪੜਾ ਖਰੀਦਣ ਗਿਆ, ਉਹ ਕਹਿੰਦਾ ਉਹ 1 ਮੀਟਰ 2 ਮੀਟਰ, ਆ ਲਓ ਜੀ 5 ਮੀਟਰ ਹੋ ਗਿਆ। ਮਤਲਬ ਉਸ ਨੂੰ ਆਈਡੀਆ ਲੱਗ ਸਕਦਾ। ਤੇ ਐਕੂਰੇਸੀ 'ਚ ਲਿਜਾਣ ਦੇ ਲਈ ਇੰਸਟਰੂਮੈਂਟ ਵਰਤਣੇ ਆ, ਫਿਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਹੁਣ ਵਿਦਿਆਰਥੀ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਇੱਧਰਲੇ ਪਾਸੇ ਜਿਹੜੇ ਦਿਖਾਏ ਗਏ ਕਿ ਸੈਂਟੀਮੀਟਰ ਸੀਗੇ, ਪਰ ਦੂਜੇ ਪਾਸੇ ਇੰਚ ਸੀਗੇ।
ਉਹ ਵੀ ਫਿਰ ਵਿਦਿਆਰਥੀ ਪੁੱਛਦਾ ਹੈ ਵੀ ਸਰ ਇੰਚ ਹੈਗੇ ਆ, ਇੰਚਾਂ ਦਾ ਕੀ ਕੰਮ ਹੈ। ਹੁਣ ਇੰਚਾਂ ਦਾ ਕੰਮ ਉਦੋਂ ਆ ਜਾਂਦਾ ਜਦੋਂ ਅਸੀਂ ਗੱਲ ਕਰਦੇ ਹਾਂ ਮਕਾਨ ਬਣਾਉਣ ਦੀ, ਵੀ ਲਿਆ ਭਾਈ 3 ਸੂਤ ਦਾ ਸਰੀਆ ਲਿਆ, 4 ਸੂਤ ਦਾ ਸਰੀਆ ਲਿਆ, ਫਿਰ ਪਤਾ ਲੱਗਦਾ ਵੀ 1 ਇੰਚ 'ਚ 8 ਸੂਤ ਹੁੰਦੇ ਓਏ। 1 ਇੰਚ ਮੋਟੇ ਸਰੀਏ ਨੂੰ ਅਸੀਂ 8 ਸੂਤ ਦਾ ਸਰੀਆ ਕਹਿੰਦੇ ਆ, ਤੇ ਅੱਧੇ ਇੰਚ ਵਾਲੇ ਨੂੰ 4 ਸੂਤ ਦਾ ਸਰੀਆ ਕਹਿੰਦੇ ਆ। ਤਾਂ ਹੁਣ ਐਮਐਮ 'ਚ ਆਉਣ ਲੱਗੀਆਂ ਗੱਲਾਂ, ਮਿਲੀਮੀਟਰ ਜਿਸ ਨੂੰ ਕਿਹਾ ਜਾਂਦਾ। ਤੇ ਇਸ ਤਰ੍ਹਾਂ ਦੇ ਨਾਲ ਜੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਈ ਜਾਊਗੀ, ਮੇਰੇ ਖਿਆਲ ਤੇ ਦਿਲਚਸਪੀ ਤਾਂ ਉਹਨਾਂ ਦੀ ਵਧੂਗੀ, ਪਰ ਉਹ ਨੇੜੇ ਹੋ ਜਾਣਗੇ ਅਧਿਆਪਕ ਦੇ, ਔਰ ਅਧਿਆਪਕ ਦੇ ਨੇੜੇ ਹੋਣ ਦੇ ਨਾਲ ਸਮਾਨ ਦੇ ਨੇੜੇ, ਸਮਾਨ ਦੇ ਨੇੜੇ ਹੋਣ ਦੇ ਨਾਲ ਵਿਗਿਆਨ ਦੇ ਨੇੜੇ, ਵਿਗਿਆਨ ਦੇ ਨੇੜੇ ਹੋਣ ਦੇ ਨਾਲ ਤਰੱਕੀ ਹੋਣੀ ਕੋਈ ਰੋਕ ਨਹੀਂ ਸਕਦਾ ਸਾਨੂੰ। ਜੀ ਤੁਸੀਂ ਕੁੱਪੀ ਰੱਖੀ ਹੈ, ਪੈਪ ਰੱਖਿਆ, ਦਾ ਕੀ ਕੰਮ ਹੈ? ਹਾਂ ਇਹ ਘਰੇਲੂ ਚੀਜ਼ਾਂ ਹੁੰਦੀਆਂ। ਦੇਖੋ ਆ ਹੁਣ ਪਾਣੀ ਵਾਲੀ ਪਾਈਪ ਹੈ, ਹੁਣ ਇਸ ਨੂੰ ਇਸ ਦੇ ਵਿੱਚ ਲਗਾ ਲੈਂਦੇ ਹਾਂ ਅਸੀਂ। ਜਦੋਂ ਇਸ ਦੇ ਵਿੱਚ ਲਗਾ ਕੇ ਇਹ ਸਾਡਾ ਸਟੈਥੋਸਕੋਪ ਬਣ ਜਾਂਦਾ। ਤਾਂ ਉਹ ਸਟੈਥੋਸਕੋਪ ਕਿਵੇਂ ਕੰਮ ਕਰਦਾ ਇਹ ਤੁਹਾਨੂੰ ਹੁਣੇ ਦਿਖਾਇਆ ਜਾਊਗਾ ਵੀ ਇਹ ਸਟੈਥੋਸਕੋਪ ਕਿਵੇਂ ਕੰਮ ਕਰਦਾ। ਇਸ ਸਟੈਥੋਸਕੋਪ ਦੇ ਉੱਤੇ ਇੱਕ ਮੈਂਬਰੇਨ ਲੱਗਿਆ ਹੁੰਦਾ। ਆਕਾਂਕਸ਼ਾ ਇੱਧਰ ਆਈ ਬੇਟਾ। ਇਹ ਮੈਂਬਰੇਨ ਹੈ ਜਿਹੜਾ ਲੱਗਿਆ ਹੁੰਦਾ ਇਸ ਦੇ ਉੱਤੇ, ਇਹ ਪਕੜੋ ਇੱਥੋਂ। ਤਾਂ ਇਸ ਮੈਂਬਰੇਨ ਨੂੰ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਕਰ ਰਹੇ ਹਾਂ। ਅਧਿਆਪਕ ਕੁਝ ਵੀ ਲੁਕੋਚ ਪੋ ਕੇ ਨਹੀਂ ਕਰਦਾ ਹੈ ਕਦੇ ਵੀ, ਤੁਹਾਡੇ ਸਾਹਮਣੇ ਇਸ ਚੀਜ਼ ਨੂੰ ਕਰਾਇਆ ਜਾਊਗਾ। ਕੋਈ ਗੱਲ ਨਹੀਂ, ਕਈ ਵਾਰੀ ਐਕਸਪੈਰੀਮੈਂਟ ਕਰਦੇ ਕਈ ਚੀਜ਼ਾਂ ਵਾਪਰ ਜਾਂਦੀਆਂ, ਕਈ ਵਾਰੀ ਐਕਸਪੈਰੀਮੈਂਟ ਹੋ ਜਾਂਦਾ, ਕਈ ਵਾਰੀ ਨਹੀਂ ਹੁੰਦਾ, ਤਾਂ ਉਹ ਘਬਰਾਉਣਾ ਨਹੀਂ ਹੈ। ਹੁਣ ਦੇਖੋ ਸਾਡਾ ਕਰਦੇ ਜਿਹੜਾ ਹੈਗਾ ਉਹ ਨਹੀਂ ਬਣ ਸਕਿਆ ਮੈਂਬਰੇਨ, ਕੋਈ ਗੱਲ ਨਹੀਂ, ਸਾਡੇ ਕੋਲ ਮਟੀਰੀਅਲ ਹੈਗਾ, ਅਸੀਂ ਦੁਬਾਰਾ ਕਰ ਲਾਂਗੇ, ਕੋਈ ਪ੍ਰੋਬਲਮ ਨਹੀਂ ਹੈ ਸਾਡੇ ਕੋਲ। ਕਿਉਂਕਿ ਹਰ ਚੀਜ਼ ਨੂੰ ਉਸ ਜਗ੍ਹਾ 'ਤੇ ਲੈ ਕੇ ਜਾਣ ਦੇ ਲਈ ਪੂਰੀ ਮਿਹਨਤ ਲਗਾਉਣੀ ਪੈਂਦੀ ਹੈ ਔਰ ਸਮਝ ਲਗਾਉਣੀ ਪੈਂਦੀ ਹੈ। ਹੁਣ ਐਵੇਂ ਤਾਂ ਨਹੀਂ ਐਡੇ ਵੱਡੇ ਕਾਰੀਗਰ ਬਣ ਜਾਂਦੇ। ਹੁਣ ਤੁਸੀਂ ਦੇਖੋ ਵੀ ਉਹੀ ਬੈਲੂਨ ਹੈ, ਕਿੰਨਾ ਇਹਦੇ ਵਿੱਚ ਸਟ੍ਰੈਚ ਆ ਗਿਆ ਹੋਇਆ। ਤਾਂ ਹੁਣ ਸੁਖਵੀਰ ਜੀ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਹਾਡਾ ਦਿਲ ਹੈ ਜਿਹੜਾ ਉਹ ਕਿੰਨਾ ਧੜਕਦਾ। ਤਾਂ ਤੁਸੀਂ ਇਸ ਨੂੰ ਕੰਨ ਦੇ ਵਿੱਚ ਲਗਾ ਕੇ ਤੇ ਇਸ ਨੂੰ ਦਿਲ ਦੇ ਉੱਤੇ ਲਗਾ ਕੇ ਤੇ ਇਹਦੇ ਨਾਲ ਆਵਾਜ਼ ਸੁਣ ਸਕਦੇ ਹੋ। ਹਾਂ, ਤਾਂ ਉਹ ਜਿਹੜੀ ਹੈ ਤੁਹਾਡੇ ਦਿਲ ਦੀ ਧੜਕਣ ਸੁਣਾਉਣ ਦੇ ਲਈ ਇਹ ਇੱਕ ਯੰਤਰ ਤਿਆਰ ਕਰਤਾ। ਹੁਣ ਅੱਜ ਕੱਲ੍ਹ ਜ਼ਮਾਨਾ ਹੈਗਾ ਇਨੋਵੇਸ਼ਨ ਦਾ, ਤੇ ਇਨੋਵੇਸ਼ਨ ਦੇ ਵਿੱਚ ਕੀ ਹੈ ਕਿ ਇਕੱਲਾ ਇਹ ਸਟੈਥੋਸਕੋਪ ਹੀ ਨਾ ਰਹਿ ਜੇ, ਇੱਕ ਸਟੈਥੋਸਕੋਪ ਤੋਂ ਬਹੁਤ ਸਾਰਾ ਕੰਮ ਲਿਆ ਜਾ ਸਕੇ। ਤਾਂ ਤੁਸੀਂ ਦੇਖੋ ਵੀ ਇਹਦੇ ਵਿੱਚੋਂ ਸਾਊਂਡ ਪ੍ਰੋਡਿਊਸ ਕਰਨ ਦਾ ਕੰਮ ਲੈ ਲਿਆ ਸੀ। ਹੁਣ ਸਾਊਂਡ ਪ੍ਰੋਡਿਊਸ ਕਰਨ ਤੋਂ ਬਿਨਾਂ ਮੈਂ ਇਸ ਤੋਂ ਮਾਈਕ ਦਾ ਕੰਮ ਲੈ ਲੈਣਾ। ਤੁਸੀਂ ਦੇਖੋ ਵੀ ਮੇਰੀ ਉਹੀ ਆਵਾਜ਼ ਕਿੰਨੀ ਉੱਚੀ ਹੋ ਗਈ ਹੋਈ ਹੈ। ਹੁਣ ਉਹੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਤੇ ਜਦੋਂ ਮੈਂ ਇਸ ਦੇ ਰਾਹੀਂ ਕਰਦਾ ਤਾਂ ਉਹ ਕਿੰਨੀ ਉੱਚੀ ਹੋ ਜਾਂਦੀ ਹੈ। ਤਾਂ ਇੱਕ ਤਰ੍ਹਾਂ ਦੇ ਨਾਲ ਐਂਪਲੀਫਾਈ ਕਰਤਾ ਸਾਊਂਡ ਨੂੰ। ਹੋਰ ਮੋਰ ਓਵਰ ਇਸ ਦੇ ਵਿੱਚ ਅਸੀਂ ਮੋਰੀਆਂ ਕਰਕੇ ਫੁਹਾਰੇ ਦਾ ਕੰਮ ਲੈ ਸਕਦੇ ਹਾਂ, ਠੀਕ ਹੈ। ਤੇ ਪਰ ਸਕੂਟਰ 'ਚ ਰੱਖਣਾ ਨਾ ਭੁੱਲਿਓ, ਕਿਉਂਕਿ ਅਕਸਰ ਤੇਲ ਮੁੱਕਿਆ ਹੀ ਰਹਿੰਦਾ ਤੇ ਮਹਿੰਗਾ ਵੀ ਬਹੁਤ ਹੈ। ਇਸ ਤੋਂ ਇਲਾਵਾ ਜਿਹੜੀਆਂ ਲੱਕੜ ਦੇ ਤੁਸੀਂ ਬਣਾਏ ਨੇ ਹਾਂ, ਇਹ ਲੱਕੜ ਦੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਇਹ ਸਾਨੂੰ ਇਹ ਦੱਸਦੀਆਂ ਵੀ ਇਹ ਇੱਕ ਮਾਡਲ ਮੈਂ ਇੱਥੇ ਵੀ ਲਗਾਇਆ ਹੋਇਆ, ਆਪਣੇ ਐਜੂਕੇਸ਼ਨਲ ਪਾਰਕ ਦੇ ਵਿੱਚ ਵੀ ਲਗਾਇਆ ਹੈ ਕਿ 9 ਦਾ ਪਹਾੜ ਹੈ ਸਾਡੇ ਕੋਲ। ਤਾਂ ਇਹ 9 ਦਾ ਜਿਹੜਾ ਪਹਾੜ ਹੈ, ਸਿਮਰਨ ਆਈ ਬੇਟੇ ਪਕੜੀਏ ਇਸ ਨੂੰ, ਇੱਧਰੋਂ ਪਕੜ, ਇੱਧਰ ਆ ਜਾ। ਤਾਂ ਹੁਣ ਇਸ ਦੇ ਵਿੱਚੋਂ ਅਸੀਂ ਇੱਕ ਸਟ੍ਰਿਪ ਨੂੰ ਪਕੜਾਂਗੇ। ਜੇਕਰ 6 ਨੂੰ ਪਕੜਿਆ ਸੀ ਤਾਂ 6 ਤੋਂ ਇੱਧਰਲੇ ਪਾਸੇ ਕਿੰਨੇ ਰਹਿ ਗਏ ਹੋਏ ਆ? 5। ਉੱਧਰ ਕਿੰਨੇ ਰਹਿ ਗਏ ਹੋਏ ਆ? 4। 5 ਤੇ 4 54। ਤਾਂ 9 ਛਿੱਕੇ ਹੁੰਦੇ ਆ 54। ਤਾਂ 9 ਦਾ ਪਹਾੜ ਹੈ ਇਹ। ਤਾਂ ਹੁਣ ਮੰਨ ਲਓ ਅਸੀਂ 8 ਪਕੜਿਆ ਤਾਂ ਇੱਧਰ ਕਿੰਨੇ ਰਹਿ ਗਏ? 7। ਉੱਧਰ ਕਿੰਨੇ ਰਹਿ ਗਏ? 2। 7 ਤੇ 2 72। 9 8 72। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮੈਂ ਨਹੀਂ ਬਣਾਈਆਂ। ਪਹਿਲੀ ਗੱਲ ਤਾਂ ਇਹ ਮੈਂ ਦੱਸ ਦੇਣੀ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਡਿਵੈਲਪ ਕਰਨ ਦੇ ਲਈ ਅਸੀਂ ਕਿਤਾਬਾਂ ਪੜ੍ਹਦੇ ਹਾਂ, ਕਿਤਾਬਾਂ ਦੇ ਵਿੱਚ ਲਿਖਿਆ ਹੋਇਆ। ਬਸ ਸਾਡਾ ਕੰਮ ਇੰਨਾ ਕੁ ਹੈ ਕਿ ਕਿਤਾਬਾਂ ਦੇ ਵਿੱਚ ਪੜ੍ਹੀ ਹੋਈ ਕੀਤੀ ਹੋਈ ਪੜ੍ਹਾਈ ਨੂੰ ਵਿਦਿਆਰਥੀਆਂ ਤੱਕ ਸੌਖਿਆ ਪਹੁੰਚਾਇਆ ਜਾਵੇ। ਜਿਸ ਤਰ੍ਹਾਂ ਅੱਜ ਕੱਲ੍ਹ ਹਰ ਬੱਚਾ 버ਗਰ ਖਾਣਾ ਪਸੰਦ ਕਰਦਾ, ਰੋਟੀ ਖਾਣੀ ਨਹੀਂ ਪਸੰਦ ਕਰਦਾ। ਕਿਉਂ? ਕਿਉਂਕਿ ਉਸ ਦੇ ਵਿੱਚ ਉਹਨਾਂ ਨੇ ਟੇਸਟ ਇੱਦਾਂ ਦਾ ਡਿਵੈਲਪ ਕਰਤਾ ਤੇ ਬੱਚਾ ਕਹਿੰਦਾ ਘਰੇ ਕੀ ਰੋਟੀਆਂ ਥੱਪਣ ਦੀ ਲੋੜ ਹੈ, ਆਪਾਂ ਨੂੰ ਬਣਿਆ ਬਣਾਇਆ ਜਦ ਬਾਜ਼ਾਰ ਮਿਲਦਾ। ਇਸੇ ਤਰ੍ਹਾਂ ਹੀ ਅਧਿਆਪਕ ਬਣਿਆ ਬਣਾਇਆ ਜ਼ਰੂਰ ਦੇਵੇ, ਪਰ ਬੱਚੇ ਤੋਂ ਕਰਵਾਵੇ ਜ਼ਰੂਰ ਵੀ ਭਾਈ ਆਪ ਵੀ ਬਣਾਉਣਾ ਸਿੱਖ ਲੈ ਇਸ ਨੂੰ। ਤੋ ਇਸ ਕਰਕੇ ਪਾਣੀ ਦੀ ਬਾਲਟੀ ਰੱਖੀ ਹੈ, ਇਹਦਾ ਕੀ ਪ੍ਰੋਸੈਸ ਹੈ ਇੱਥੇ? ਇਹ ਦੇਖੋ ਪਾਣੀ ਦੀ ਬਾਲਟੀ ਦੇ ਨਾਲ ਜਿਹੜੇ ਪਾਣੀ ਵਾਲੇ ਪ੍ਰਯੋਗ ਹੈ ਅਸੀਂ ਇਹ ਦਿਖਾ ਦਿੰਨੇ ਆ ਕਿ ਇਸ ਦੇ ਵਿੱਚ ਆ ਇੱਕ ਬੋਤਲ ਹੈ ਸਾਡੇ ਕੋਲ। ਹੁਣ ਇੱਕ ਬੋਤਲ ਹੈ, ਸਿੰਪਲ ਬੋਤਲ ਹੈ। ਹੁਣ ਬੱਚਿਆਂ ਨੂੰ ਸਵਾਲ ਕਰੀਦਾ, ਮੈਂ ਕਹਿੰਦਾ ਬੱਚਿਆਂ ਨੂੰ ਪ੍ਰਸ਼ਨ ਕਰਦੇ ਰਹੋ, ਉੱਤਰ ਤੁਹਾਨੂੰ ਆਪਣੇ ਆਪ ਹੀ ਮਿਲੀ ਜਾਣਗੇ ਵੀ ਭਾਈ ਮੈਂ ਇਹਦੇ 'ਚ ਮੋਰੀ ਕਰੂੰਗਾ, ਪਾਣੀ ਬਾਹਰ ਆਊਗਾ ਕਿ ਨਹੀਂ? ਬੱਚਾ ਆਊਗਾ ਹੀ ਸਰ, ਪਾਣੀ ਤਾਂ ਬਾਹਰ ਆਊਗਾ, ਪਰ ਇਹਦੇ 'ਚ ਤਾਂ ਪਹਿਲਾਂ ਹੀ ਮੋਰੀ ਹੋਈ ਵੀ ਹੈ, ਪਾਣੀ ਬਾਹਰ ਨਹੀਂ ਆ ਰਿਹਾ। ਕਾਰਨ ਕੀ ਹੈ? ਕਿਉਂਕਿ ਉੱਪਰੋਂ ਢੱਕਣ ਬੰਦ ਹੈ। ਜੇ ਢੱਕਣ ਬੰਦ ਹੈ ਕੀ ਹੋਇਆ? ਬੱਚੇ ਨੂੰ ਪੁੱਛੀ ਚਲੋ ਜਵਾਬ ਦਿਓ। ਉੱਪਰੋਂ ਜੀ ਦਬਾਅ ਨਹੀਂ ਪੈ ਰਿਹਾ। ਕਿਹਦਾ ਦਬਾਅ ਨਹੀਂ ਪੈ ਰਿਹਾ? ਹਵਾ 'ਚ ਦਬਾਅ ਹੈ। ਕਿੰਨਾ ਦਬਾਅ ਹੈ? ਐਟਮੋਸਫੇਰਿਕ ਪ੍ਰੈਸ਼ਰ। ਐਟਮੋਸਫੇਰਿਕ ਪ੍ਰੈਸ਼ਰ ਕਿੰਨਾ ਹੁੰਦਾ? 1 ਪਾਸਕਲ। 1 ਪਾਸਕਲ ਕਿੰਨਾ ਹੁੰਦਾ? ਉਹ ਫਿਰ ਦੱਸੂਗਾ ਵੀ 10⁵ ਨਿਊਟਨ ਪਰ ਮੀਟਰ ਸਕੁਅਰ। ਮੈਂ 1 ਲੱਖ ਨਿਊਟਨ ਦਾ ਦਬਾਅ। ਹੁਣ ਜੇ 1 ਲੱਖ ਨਿਊਟਨ ਹੈ, 1 ਕਿਲੋਗ੍ਰਾਮ ਸਾਨੂੰ ਪਤਾ ਲੱਗ ਗਿਆ, 1 ਮੀਟਰ ਪਤਾ ਲੱਗ ਗਿਆ, 1 ਕਿਲੋਮੀਟਰ ਪਤਾ, 1 ਨਿਊਟਨ ਕਿੰਨਾ ਹੁੰਦਾ?
ਬੱਚੇ ਨੂੰ ਪ੍ਰਸ਼ਨ ਕੀਤਾ ਜਾ ਸਕਦਾ, ਤਾਂ ਬੱਚਾ ਸੋਚਦਾ ਹੋਊਗਾ ਵੀ 1 ਨਿਊਟਨ ਕਿੰਨਾ ਕੁ ਹੁੰਦਾ, ਜੇ 1 ਲੱਖ ਨਿਊਟਨ ਮੇਰੇ ਉੱਤੇ ਭਾਰ ਹੈ। ਤਾਂ ਅਕਸਰ ਇਹ ਗੱਲ ਪੁਰਾਣੇ ਜ਼ਮਾਨੇ ਦੇ ਵਿੱਚ ਕੀਤੀ ਜਾਂਦੀ ਸੀ ਵੀ ਹਰ ਇੱਕ ਵਿਅਕਤੀ ਦੇ ਉੱਤੇ 5-5 ਹਾਥੀਆਂ ਜਿੰਨਾ ਵਜ਼ਨ ਹੈ। ਐਵੇਂ ਨਹੀਂ ਅਸੀਂ ਇੱਥੇ ਧਰਤੀ ਦੇ ਉੱਤੇ ਮਤਲਬ ਵੀ ਇਸ ਦੇ ਪ੍ਰੈਸ਼ਰ ਨੂੰ ਮਹਿਸੂਸ ਕਰ ਰਹੇ। ਤਾਂ ਹੁਣ ਜਦੋਂ ਹੀ ਇਹਨੂੰ ਰਿਲੀਜ਼ ਕਰਦੇ ਆ ਤਾਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਦੇਖ ਸਕਦੇ ਹੋ ਤੁਸੀਂ। ਮੈਂ ਇਸ ਤੋਂ ਥੋੜ੍ਹਾ ਜਿਹਾ ਪ੍ਰੈਸ਼ਰ ਨੂੰ ਰਿਲੀਜ਼ ਕੀਤਾ, ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ। ਤੋ ਇਸ ਤਰੀਕੇ ਦੇ ਨਾਲ ਅਸੀਂ ਇਹ, ਪਰ ਗੱਲ ਇਹ ਨਹੀਂ ਨਾ ਹੈ ਵੀ ਪਾਣੀ ਦੀ ਬੋਤਲ ਦੇ ਵਿੱਚ ਮੋਰੀ ਕਰਕੇ ਤੁਸੀਂ ਰੱਖ ਦਿਓ ਤੇ ਜੀ ਸਾਇੰਸ ਹੋ ਗਈ। ਨਾ 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 ਨਾ, ਸਾਇੰਸ ਤਾਂ ਇੱਥੋਂ ਸ਼ੁਰੂ ਹੋਈ ਹੈ। ਹੁਣ ਤੁਸੀਂ ਦੇਖੋ ਵੀ ਇਹਦਾ ਫਾਇਦਾ ਕੀ ਲੈਣਾ। ਇਹਦਾ ਫਾਇਦਾ ਇਹ ਲੈਣਾ ਹੈ ਵੀ ਆਪਾਂ ਨੇ ਬੂਟਿਆਂ ਨੂੰ ਪਾਣੀ ਦੇਣਾ। ਤੁਸੀਂ ਕਹੋ ਜੀ ਫਿਰ ਇੰਨੇ ਕੁ ਨਾਲ ਉਹਦਾ ਕੀ ਬਣੂਗਾ। ਉਹ ਭਾਈ ਬੂਟੇ ਨੂੰ ਨਾਲ ਨਾਲ ਕਹਿਣਾ ਪਊਗਾ। ਕਿ ਜਿਵੇਂ ਕਹਿੰਦੇ ਆ ਨਾ ਵੀ ਅਸੀਂ ਕਿਸੇ ਚੀਜ਼ ਨੂੰ ਕਹਿਣ ਦੇ ਲਈ ਇੱਕ ਐਗਜ਼ਾਮਪਲ ਸੈੱਟ ਕਰਦੇ ਹਾਂ ਵੀ ਭਾਈ ਪਾਣੀ ਬਹੁਤ ਘੱਟ ਹੈ, ਜਿੰਨਾ ਕੁ ਤੈਨੂੰ ਲੋੜ ਹੈ। ਡ੍ਰਿਪ ਇਰੀਗੇਸ਼ਨ ਦਾ ਸਾਡਾ ਕਨਸੈਪਟ ਕੀ ਸੀ? ਇਹੀ ਸੀਗਾ ਵੀ ਥੋੜ੍ਹਾ ਥੋੜ੍ਹਾ ਕਰਕੇ ਰਸੀ ਵੀ ਜਾਵੇ, ਜਾਈ ਵੀ ਜਾਵੇ ਧਰਤੀ ਦੇ ਵਿੱਚ, ਬੂਟਿਆਂ ਨੂੰ ਮਿਲੀ ਵੀ ਜਾਵੇ, ਵੇਸਟੇਜ ਨਾ ਹੋਵੇ। ਤਾਂ ਹੁਣ ਉਹ ਸਮਾਂ ਆ ਚੁੱਕਿਆ ਜਦੋਂ ਪਾਣੀ ਜਿਹੜਾ ਸਾਡਾ ਦਿਨੋਂ ਦਿਨ ਲੈਵਲ ਥੱਲੇ ਜਾਈ ਜਾਂਦਾ, ਘਟੀ ਜਾਂਦਾ। ਤੇ ਆਉਣ ਵਾਲੇ ਸਮੇਂ 'ਚ ਇਹ ਨਾ ਹੋਵੇ ਵੀ ਇਹ ਪਾਣੀ ਹੈ ਜਿਹੜਾ ਬੋਤਲਾਂ 'ਚ ਤਾਂ ਬੰਦ ਹੋ ਗਿਆ ਤੇ ਚੀਨ ਵਾਲਿਆਂ ਨੇ ਤਾਂ ਉਹ ਗੁਬਾਰਿਆਂ ਦੇ ਵਿੱਚ ਬੰਦ ਕਰਤਾ ਹੋਇਆ। ਇੰਨਾ ਗੁਬਾਰਾ ਮਿਲਣ ਲੱਗ ਗਿਆ 10-10 ਰੁਪਏ ਦਾ, ਵੀ ਜਦੋਂ ਤੁਹਾਨੂੰ ਪਿਆਸ ਲੱਗਦੀ ਹੈ ਗੁਬਾਰੇ ਨੂੰ ਮੂੰਹ 'ਚ ਪਾ ਲਓ, ਲਓ ਜੀ ਤੁਹਾਡੀ ਪਿਆਸ ਬੁੱਝ ਗਈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਗੁਬਾਰੇ ਦਾ ਕਿਤੇ ਉਹ ਬੰਟੇ ਜੇ ਜਿੰਨਾ ਸਾਈਜ਼ ਨਾ ਰਹਿ ਜੇ, ਵੀ ਕਿਤੇ ਉਹ ਫਿਰ ਸਪੇਸ ਵਾਲਾ ਕੰਮ ਇੱਥੇ ਹੋ ਜਾਵੇ ਵੀ ਪਾਣੀ ਹੈ ਜਿਹੜਾ ਬਸ ਇੱਕ ਵਾਰੀ ਪੀ ਲਿਆ ਤੇ ਫਿਰ ਮੁੜ ਕੇ ਪਤਾ ਕਦੋਂ ਲੱਭੂਗਾ ਕਦੋਂ ਨਹੀਂ, ਬੂੰਦਾਂ 'ਚ ਹੀ ਰਹਿ ਜੇ ਸਾਡੇ ਕੋਲ। ਤਾਂ ਇਸ ਕਰਕੇ ਉਹਨਾਂ ਨੂੰ ਦੱਸੀਦਾ ਵੀ ਬੇਟੇ ਹੱਥ ਧੋਣ ਦੇ ਲਈ ਇਸ ਨੂੰ ਤੁਸੀਂ ਵਰਤ ਸਕਦੇ ਹੋ। ਹੱਥ ਧੋਣ ਦੇ ਲਈ ਤੁਸੀਂ ਕਿਵੇਂ ਵਰਤ ਸਕਦੇ ਹੋ ਕਿ ਆਪਣੇ ਘਰ ਦੇ ਵਿੱਚ ਇੱਕ ਮੋਰੀ ਕਰਕੇ ਇਸ ਨੂੰ ਰੱਖ ਲਓ ਤੇ ਲਓ ਜੀ ਆਹ ਦੇਖੋ ਹੁਣ ਤੁਹਾਡੇ ਸਾਹਮਣੇ ਮੈਂ ਹੱਥ ਧੋ ਰਿਹਾ ਇਸ ਟੂਟੀ ਤੇ। ਤਾਂ ਜਦੋਂ ਮੈਂ ਇਸ ਟੂਟੀ ਤੇ ਹੱਥ ਧੋ ਰਿਹਾ, ਇੱਕ ਤਾਂ ਇਹ ਮੈਸੇਜ ਆਉਂਦਾ ਵੀ ਭਾਈ ਹੱਥ ਧੋਣ ਤੋਂ ਬਾਅਦ ਜਿਹੜੀ ਟੂਟੀ ਹੈ ਉਹਨੂੰ ਬੰਦ ਕਰਨਾ ਨਾ ਭੁੱਲੋ। ਦੂਸਰਾ ਤੁਸੀਂ ਇਹ ਦੇਖ ਸਕਦੇ ਹੋ ਮੇਰੇ ਹੱਥ ਪੂਰੀ ਤਰ੍ਹਾਂ ਦੇ ਨਾਲ ਗਿੱਲੇ ਹੋ ਗਏ ਹੋਏ, ਮਤਲਬ ਇੰਨੇ ਕੁ ਪਾਣੀ ਨਾਲ ਹੱਥ ਧੋਤੇ ਜਾ ਸਕਦੇ। ਤੀਸਰਾ ਪੁਆਇੰਟ ਇਹ ਆ ਜਾਂਦਾ ਵੀ ਮੇਰਾ ਕਿੰਨਾ ਕੁ ਪਾਣੀ ਯੂਜ਼ ਹੋਇਆ। ਤੇ ਟੂਟੀ ਖੋਲ ਕੇ ਮੇਰੇ ਖਿਆਲ ਤੇ ਇੰਨਾ ਪਾਣੀ ਤਾਂ ਅਸੀਂ ਉਦੋਂ ਹੀ ਵੇਸਟ ਕਰ ਦਿੰਨੇ ਆ ਜਦੋਂ ਅਸੀਂ ਹੱਥ ਧੋਣ ਲਈ ਪਹੁੰਚਦੇ ਹੁੰਨੇ ਆ। ਹੱਥ ਹਲੇ ਧੋਤੇ ਨਹੀਂ ਹੁੰਦੇ ਸੀ, ਪਰ ਇੰਨੇ ਕੁ ਪਾਣੀ ਦੇ ਨਾਲ ਸਾਡੇ ਹੱਥ ਧੋਤੇ ਜਾ ਸਕਦੇ ਸੀਗੇ। ਤੋ ਇਹਨਾਂ ਕਨਸੈਪਟਸ ਨੂੰ ਲੈ ਕੇ ਵਿਦਿਆਰਥੀ ਦੇ ਦਿਮਾਗ 'ਚ ਆਊਗੀ ਵੀ ਮੈਂ ਇਸ ਤੋਂ ਅੱਗੇ ਕੰਮ ਕਰਾਂ, ਇੱਥੇ ਤੱਕ ਤਾਂ ਹੋਇਆ ਹੋਇਆ ਕੰਮ। ਤੋ ਇਸ ਕਰਕੇ ਸਾਡੀਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਹ ਸਾਨੂੰ ਇਹ ਸੇਧ ਦਿੰਦਾ ਹੈ ਵੀ ਹਾਂ ਇੱਥੇ ਤੱਕ ਤੁਹਾਨੂੰ ਪਹੁੰਚਾਤਾ ਹੋਇਆ, ਹੁਣ ਅੱਗੇ ਤੁਸੀਂ ਚੱਲੋ। ਹੁਣ ਅੱਗੇ ਤਾਂ ਚੱਲਣਗੇ ਨਾ ਜੇ ਰਾਹ ਬਣਾਵਾਂਗੇ। ਤੋ ਇਸ ਕਰਕੇ ਇਹਨਾਂ ਰਾਹਾਂ 'ਤੇ ਅਸੀਂ ਚਲਾਉਣ ਦੇ ਲਈ ਵਿਦਿਆਰਥੀਆਂ ਨੂੰ ਇਹ ਕਰੀਏ ਜੀ। ਇਸ ਤੋਂ ਅੱਗੇ ਤੁਸੀਂ ਇੱਕ ਵਾਰੀ ਪਹਿਲਾਂ ਵੀ ਦਿਖਾਇਆ ਸੀਗਾ ਜਿਹੜਾ ਉੱਪਰ ਨੂੰ ਜਾ ਕੇ ਪਾਣੀ ਛੱਡਦਾ ਸੀਗਾ। ਹਾਂ ਉਹ ਵੀ ਦਿਖਾਵਾਂਗੇ ਤੁਹਾਨੂੰ। ਮੈਂ ਤਾਂ ਕਿਹਾ ਵੀ ਉਹ ਹੁਣ ਬਾਰ-ਬਾਰ ਕਰਕੇ ਦਿਖਾਤਾ ਹੋਇਆ, ਔਰ ਨਵੀਂ ਚੀਜ਼ ਦਿਖਾਈਏ ਤੁਹਾਨੂੰ ਜੀ। ਤਾਂ ਆਹ ਦੇਖੋ ਤੁਸੀਂ, ਇਸ ਦੇ ਵਿੱਚ ਸਾਡੇ ਕੋਲ ਕੀ ਹੈ ਕਿ ਇਹ ਮੋਰੀਆਂ ਕੀਤੀਆਂ ਹੋਈਆਂ ਸੀ ਪਰ ਪਾਣੀ ਬਾਹਰ ਨਹੀਂ ਆ ਰਿਹਾ। ਕਨਸੈਪਟ ਫਿਰ ਉਹੀ ਹੋ ਗਿਆ। ਹੁਣ ਤੁਸੀਂ ਦੇਖੋਗੇ ਕਿ ਇਸ ਦੇ ਵਿੱਚੋਂ ਜਦੋਂ ਹੀ ਮੈਂ ਉੱਪਰੋਂ ਐਟਮੋਸਫੈਰਿਕ ਪ੍ਰੈਸ਼ਰ ਰਿਲੀਜ਼ ਕਰੂੰਗਾ ਤਾਂ ਸਾਰੀਆਂ ਮੋਰੀਆਂ 'ਚੋਂ ਪਾਣੀ ਬਾਹਰ ਆਊਗਾ ਤੇ ਬਰਾਬਰ ਬਾਹਰ ਆਊਗਾ, ਦੇਖ ਸਕਦੇ ਹੋ ਤੁਸੀਂ। ਤੇ ਬਰਾਬਰ ਹੀ ਰੁਕ ਜਾਣਾ ਇਹਨੇ। ਇਸ ਤੋਂ ਪਤਾ ਲੱਗ ਗਿਆ ਬੱਚੇ ਨੂੰ ਵੀ ਬੋਤਲ ਦੇ ਵਿੱਚ ਪਾਣੀ ਸੀਗਾ, ਪਾਣੀ ਦੇ ਵਿੱਚ ਉੱਤੋਂ ਹਵਾ ਦਾ ਦਬਾਅ ਪਿਆ, ਹਵਾ ਦੇ ਦਬਾਅ ਪੈਣ ਦੇ ਨਾਲ ਸਾਰੇ ਪਾਸਿਆਂ ਤੇ ਬਰਾਬਰ ਪਾਣੀ ਬਾਹਰ ਆ ਗਿਆ। ਸਿਧਾਂਤ ਸਪਸ਼ਟ ਹੋ ਗਿਆ। ਤਾਂ ਦੇਖੋ ਤੁਹਾਨੂੰ ਅਸੀਂ ਇੱਕ ਵਾਰੀ ਫੇਰ ਕਰਕੇ ਦਿਖਾਉਂਦੇ ਇਹੀ ਚੀਜ਼। ਦੇਖੋ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਮੈਂ ਹਵਾ ਦੇ ਦਬਾਅ ਨੂੰ ਹਲੇ ਇਜਾਜ਼ਤ ਨਹੀਂ ਦਿੱਤੀ ਹੈ। ਹੁਣ ਜਿਵੇਂ ਹੀ ਹਵਾ ਅੰਦਰ ਪ੍ਰੈਸ਼ਰ ਪਾਊਗੀ ਪਾਣੀ ਤੇ, ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਤੇ ਜਿਵੇਂ ਇਹ ਪਾਣੀ ਬਾਹਰ ਆਊਗਾ ਤਾਂ ਤੁਸੀਂ ਕਹੋ ਜੀ ਪਾਣੀ ਤਾਂ ਤੁਸੀਂ ਵੀ ਬਹੁਤ ਵੇਸਟ ਕਰੀ ਜਾਂਦੇ ਹੋ। ਹਾਂ ਨਹੀਂ, ਇਸ ਨੂੰ ਅਸੀਂ ਵੇਸਟੇਜ ਇਸ ਲਈ ਨਹੀਂ ਕਹਿੰਦੇ ਆ ਕਿਉਂਕਿ ਅਸੀਂ ਇੱਕ ਲੌਨ ਦੇ ਵਿੱਚ ਖੜੇ ਹਾਂ ਤੇ ਇਸ ਨੂੰ ਪਾਣੀ ਫੇਰ ਵੀ ਦੇਣਾ ਹੀ ਦੇਣਾ ਘਾਹ ਨੂੰ ਅਸੀਂ। ਤਾਂ ਉਹੀ ਪਾਣੀ ਅਸੀਂ ਇਸੇ ਲਈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਕਿ ਕੋਈ ਤੁਹਾਨੂੰ ਪ੍ਰਸ਼ਨ ਕਰ ਦੇਵੇ, ਇਸ ਤੋਂ ਪਹਿਲਾਂ ਕਿ ਪ੍ਰਸ਼ਨ ਆਵੇ, ਪ੍ਰਸ਼ਨ ਦਾ ਜਵਾਬ ਤਿਆਰ ਰੱਖੋ। ਵਿਦਿਆਰਥੀ ਲਈ ਤਾਂ ਇਹੀ ਹੈ, ਵਿਦਿਆਰਥੀ ਨੂੰ ਤਾਂ ਜਵਾਬ ਚਾਹੀਦਾ, ਤੇ ਜਵਾਬ ਦੇ ਲਈ ਉਸ ਨੂੰ ਜਿਹੜਾ ਗਣਿਤ ਦਾ ਗਿਆਨ ਕਰਾਉਣਾ ਬਹੁਤ ਜ਼ਰੂਰੀ ਹੈ। ਤੇ ਗਣਿਤ ਦੇ ਗਿਆਨ ਕਰਾਉਣ ਦੇ ਵਿੱਚ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਵਿਦਿਆਰਥੀ ਨੂੰ ਕਿਹਾ ਜਾਂਦਾ ਹੈ ਵੀ ਆ ਤੂੰ 5 ਲਿਖ ਦੇ। ਵਿਦਿਆਰਥੀ ਨੇ 5 ਲਿਖਤਾ। ਉਹਨੂੰ ਕਿਹਾ ਜਾਂਦਾ 6 ਲਿਖ ਦੇ, ਉਹ ਕਹਿੰਦਾ ਲਓ ਜੀ 6 ਬਣ ਗਿਆ। ਉਹ 7 ਬਣ ਗਿਆ, 8 ਬਣ ਗਿਆ। ਹੁਣ ਵਿਦਿਆਰਥੀ ਨੂੰ ਕਿਹਾ ਜਾਂਦਾ ਵੀ 9 ਲਿਖ ਦੇ। ਇੱਥੇ ਗੱਲ ਹੋ ਰਹੀ ਹੈ ਰੋਮਨ ਦੀ, ਰੋਮਨ ਦੇ ਵਿੱਚ ਲਿਖਿਆ, ਪਰ ਵਿਦਿਆਰਥੀ ਨੂੰ ਕਿਹਾ ਜਾਂਦਾ ਵੀ ਤੂੰ ਕੋਈ ਆਪਣਾ ਦਿਮਾਗ ਲਗਾ ਵੀ ਹੁਣ 9 ਨੂੰ 6 ਬਣਾ, ਹੈ ਨਾ। ਤੇ ਜੇ ਤਾਂ ਉਹਨੂੰ ਕਿਹਾ ਵੀ 9 ਨੂੰ 6 ਕਿਵੇਂ ਬਣਾਉਂਗਾ ਮੈਂ, ਇਹ ਰੋਮਨ 'ਚ ਬਣਾਵਾਂ ਜੀ ਜਾਂ ਕਿਵੇਂ ਬਣਾਵਾਂ, ਉਸ ਨੂੰ ਇੱਥੇ ਅਸੀਂ ਖੁੱਲੀ ਛੁੱਟੀ ਦੇ ਦਿੰਦੇ ਹਾਂ ਵੀ ਚੱਲ ਤੈਨੂੰ ਇੰਨਾ ਕੁ ਆਜ਼ਾਦੀ ਦੇ ਦਿੰਦੇ ਹਾਂ ਵੀ ਅਸੀਂ ਪਹਿਲਾਂ ਰੋਮਨ ਦੇ ਵਿੱਚ ਕਰਦੇ ਰਹੇ ਹਾਂ, ਪਰ ਹੁਣ ਤੂੰ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਤੂੰ 6 ਬਣਾ ਕੇ ਦਿਖਾ ਦੇ। ਉਹ ਸੋਚਦਾ ਵੀ ਹਾਂ 6 ਕਿਵੇਂ ਬਣੂਗਾ,
ਸੋਚਦਾ ਹੈ। ਫਿਰ ਜਿਹਨੂੰ ਇਹ ਗੱਲ ਪਤਾ ਹੁੰਦੀ ਹੈ, ਉਹਨੇ ਦੇਖਿਆ ਹੋਇਆ ਹੁੰਦਾ ਵੀ ਸਰ ਨੇ ਐਂ ਬਣਾਇਆ ਸੀ, ਉਹ ਤਾਂ ਫਟਾਫਟ ਜਵਾਬ ਦੇ ਦਿੰਦਾ, ਉਹ ਸਰ ਜੀ ਇਹ ਤਾਂ ਬੜਾ ਸੌਖਾ ਹੈ, ਆ ਲਓ 6 ਬਣ ਗਿਆ, ਇਹ 6 ਬਣ ਗਿਆ। ਹੁਣ ਇਸ ਤੋਂ ਅਗਲਾ ਸਟੈਪ ਕੀ ਹੈ ਕਿ ਸਾਡਾ ਬ੍ਰੇਨ ਕਿਵੇਂ ਕੰਮ ਕਰਦਾ। ਹੁਣ ਬ੍ਰੇਨ ਇਸ ਤਰ੍ਹਾਂ ਕੰਮ ਕਰ ਰਿਹਾ ਸੀਗਾ ਵੀ ਮੈਂ 5 ਲਿਖਿਆ, ਉਹਨੇ 6 ਲਿਖਿਆ, 7 ਲਿਖਿਆ, 8 ਲਿਖਿਆ। ਉਹ ਬ੍ਰੇਨ ਨੂੰ ਇਹ ਮੈਸੇਜ ਜਾ ਰਿਹਾ ਸੀ ਵੀ ਡੰਡੀਆਂ ਲਗਾਉਣੀਆਂ, ਜਾਂ ਡੰਡੀਆਂ ਲਗਾ ਦਿਓ ਜਾਂ ਡੰਡੀਆਂ ਹਟਾ ਦਿਓ। ਪਰ ਹੁਣ ਬ੍ਰੇਨ ਨੇ ਇੱਕ ਗੱਲ ਹੋਰ ਸਿੱਖ ਲਈ, ਬ੍ਰੇਨ ਨੇ ਸਿੱਖ ਲਿਆ ਵੀ ਐਸ ਵੀ ਪੈ ਸਕਦਾ ਸੀ। ਓਏ ਓਹੋ, ਇਹ ਤਾਂ ਮੈਂ ਸੋਚਿਆ ਨਹੀਂ ਸੀ ਵੀ ਐਸ ਵੀ ਪੈ ਸਕਦਾ ਸੀ, SIX। ਹੁਣ ਉਹੀ ਜਿਹੜਾ 9 ਵਾਲਾ ਸੀ ਉਹ I ਤੇ X ਬਣ ਗਿਆ ਸੀ, SIX 6 ਬਣ ਗਿਆ ਸੀ। ਹੁਣ ਬ੍ਰੇਨ ਨੂੰ ਇਹ ਗੱਲ ਪਤਾ ਲੱਗ ਗਈ। ਹੁਣ ਮੈਂ ਉਹਨੂੰ ਇੱਕ ਹੋਰ ਪ੍ਰਸ਼ਨ ਕਰਦਾ, ਮੈਂ ਕਹਿੰਦਾ ਵੀ ਬੇਟੇ ਆਹ ਦੇਖ, ਆਹ ਮੈਂ ਕੀ ਲਿਖਿਆ? ਕਹਿੰਦਾ ਜੀ 7। ਮੈਂ ਕਿਹਾ 7 ਜਿਹੜਾ ਨੰਬਰ ਹੈ ਔਡ ਹੈ ਕਿ ਈਵਨ ਹੈ? ਕਹਿੰਦਾ ਜੀ 7 ਤਾਂ ਔਡ ਹੁੰਦਾ, 2 ਤੇ ਵੰਡਿਆ ਨਹੀਂ ਜਾ ਸਕਦਾ। ਮੈਂ ਕਿਹਾ ਚੱਲ ਫਿਰ ਇਹਨੂੰ ਈਵਨ ਬਣਾ, ਕਿਉਂਕਿ ਹੁਣ ਉਹਦੇ ਬ੍ਰੇਨ ਨੂੰ ਮੈਂ ਕਮਾਂਡ ਦਿੱਤੀ ਹੋਈ ਹੈ। ਤਾਂ ਉਹ ਫਟਾਫਟ ਕਹਿੰਦਾ ਲਓ ਜੀ ਬਣ ਗਿਆ। ਤਾਂ ਮਤਲਬ 7 ਨੂੰ ਈਵਨ ਦਿਖਾਉਣ ਦੇ ਲਈ, ਕਿਉਂਕਿ ਉਹਨੂੰ ਅਸੀਂ ਖੁੱਲਾ ਏਰੀਆ ਦਿੱਤਾ ਸੀਗਾ ਵੀ ਜਿਸ ਤਰ੍ਹਾਂ ਮਰਜ਼ੀ ਕਰ। ਹੁਣ ਇੱਥੇ ਰਿਸਟ੍ਰਿਕਸ਼ਨ ਨਹੀਂ ਲਗਾਈ ਸੀ ਵੀ ਜੇ ਰੋਮਨ 'ਚ ਹੈ ਤਾਂ ਰੋਮਨ 'ਚ ਹੀ ਬਣਾਉਣਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਵਿਦਿਆਰਥੀ ਤੱਕ ਜਦੋਂ ਅਸੀਂ ਲੈ ਕੇ ਜਾਵਾਂਗੇ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਅੱਖਰਾਂ ਦੀ ਬਣਾਵਟ ਕਿਸ ਤਰ੍ਹਾਂ ਹੈ, 0 ਨੂੰ ਕਿਸ ਤਰ੍ਹਾਂ। ਹੁਣ ਵਿਦਿਆਰਥੀ 5 ਨੂੰ ਐਂ ਲਿਖ ਦਿੰਦਾ, ਹੁਣ ਤੁਸੀਂ ਇਹਨੂੰ S ਮੰਨੋਗੇ ਜਾਂ 5 ਮੰਨੋਗੇ? ਉਸ ਨੂੰ ਪੰਜਾ ਬਣਾਉਣ ਦੇ ਲਈ ਉਸ ਨੂੰ ਪ੍ਰੋਪਰਲੀ ਉਸ ਨੂੰ ਸਿਖਾਇਆ ਜਾਵੇ। ਇਸ ਲਈ ਤਾਂ ਪਹਿਲੇ ਅਧਿਆਪਕ ਹੈ ਜਿਹੜੇ ਉਹ ਕਾਮਯਾਬ ਸੀਗੇ, ਤੇ ਹੁਣ ਦੇ ਅਧਿਆਪਕ ਤੁਸੀਂ ਕਹੋ ਜੀ ਕਾਮਯਾਬ ਨਹੀਂ ਹੈਗੇ। ਉਹ ਕਾਮਯਾਬ ਤਾਂ ਹੈਗੇ ਆ, ਪਰ ਪ੍ਰੈਕਟਿਸ ਮੰਗਦੀ ਹੈ ਇਹ ਗੱਲ ਕਿ ਉਹ ਕਹਿੰਦੇ ਸੀ ਵੀ ਲੈ ਵੀ 10 ਵਾਰੀ ਲਿਖ ਕੇ ਲਿਆ, 10 ਵਾਰੀ ਲਿਖੇ ਨੂੰ। 10 ਵਾਰੀ ਲਿਖਣ ਨਾਲ ਕੀ ਹੁੰਦਾ ਸੀ, ਪੱਕ ਜਾਂਦੀ ਸੀ ਗੱਲ। ਠੀਕ ਹੈ ਨਾ। ਤਾਂ ਸਾਡਾ ਬ੍ਰੇਨ ਹੈ ਜਿਹੜਾ ਉਹ ਨਿਊਰੋਨਸ 'ਤੇ ਕੰਮ ਕਰਦਾ, ਅਤੇ ਨਿਊਰੋਨਸ ਦੇ ਵਿੱਚ ਜਦੋਂ ਕੋਈ ਚੀਜ਼ ਲਿਖੀ ਜਾਂਦੀ ਹੈ ਤਾਂ ਉਹ ਲਿਖੀ ਹੋਈ ਚੀਜ਼ ਉੱਕਰ ਜਾਂਦੀ ਹੈ ਸਲੇਟ 'ਤੇ। ਉਹ ਉੱਕਰੀ ਹੋਈ ਚੀਜ਼ ਕਾਫੀ ਸਮੇਂ ਤੱਕ ਸਾਡੇ ਅੰਦਰ ਜਿਹੜੀ ਹੈ ਸਟੋਰ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਇਹ ਜਿਹੜੀਆਂ ਪੜ੍ਹਾਈਆਂ ਕਰਾਉਣ ਦੇ ਲਈ ਮੈਥਡ ਲੱਭੇ ਹੋਏ ਹੈ, ਕਰਾ ਰਹੇ ਹਾਂ। ਅਧਿਆਪਕਾਂ ਦੇ ਸਾਰਿਆਂ ਦੇ ਕੋਲ ਅਨੇਕਾਂ ਹੀ ਮੈਥਡ ਹੈ, ਅਨੇਕਾਂ ਹੀ ਤਰੀਕੇ ਹੈ। ਮੈਂ ਕਹਿੰਦਾ ਵੀ ਮੈਂ ਹੀ ਇਕੱਲਾ ਪੜ੍ਹਾਉਣ ਜਾਣਦਾ ਨਾ, ਪੜ੍ਹਾਉਣ ਸਾਰੇ ਅਧਿਆਪਕ ਜਾਣਦੇ, ਪਰ ਸਭ ਦਾ ਤਰੀਕਾ ਵੱਖਰਾ ਵੱਖਰਾ। ਪਰ ਕਿਸ ਤਰੀਕੇ ਦੇ ਨਾਲ ਪੜ੍ਹਾਉਂਦਾ, ਕਿਸ ਤਰੀਕੇ ਦੇ ਨਾਲ ਵਿਦਿਆਰਥੀ ਉਸ ਦੇ ਕੋਲ ਆਉਂਦੇ ਆ, ਇਹ ਮੈਟਰ ਕਰਦੀ ਹੈ ਗੱਲ। ਵਿਦਿਆਰਥੀ ਉਹਦੇ ਕੋਲ ਆ ਕੇ ਕਿੰਨਾ ਕੁਝ ਗ੍ਰਹਿਣ ਕਰਕੇ ਜਾਂਦੇ ਆ, ਕੀ ਵਿਦਿਆਰਥੀ ਫਿਰ ਆ ਕੇ ਉਸ ਤੋਂ ਸਿੱਖ ਕੇ ਉਹਦੇ ਵਰਗਾ ਬਣਨਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ, ਇਹ ਵੱਡੀ ਗੱਲ ਹੈ। ਅਤੇ ਜੇ ਵਿਦਿਆਰਥੀ ਉਸ ਤਰ੍ਹਾਂ ਦੇ ਅੱਗੇ ਲਈ ਚੱਲੀ ਜਾਊਗੀ ਤਾਂ ਸਾਡੀਆਂ ਪੀੜ੍ਹੀਆਂ ਚੱਲਦੀਆਂ ਰਹਿਣਗੀਆਂ ਅਤੇ ਇਹ ਅਧਿਆਪਕ ਅਤੇ ਚੇਲੇ ਦਾ ਰਿਸ਼ਤਾ ਬਣਿਆ ਰਹੂਗਾ। ਇਸ ਤੋਂ ਅੱਗੇ ਹੋਰ ਵੀ ਤੁਹਾਡੇ ਕੋਲ ਕਾਫੀ ਸਮਾਨ ਪਿਆ, ਜਿਹੜਾ ਆਪਾਂ ਜਿਹੜਾ ਸੋਲਰ ਵਾਲੀ ਗੱਲ ਕਰੀਏ ਹੁਣ। ਹਾਂ ਦੇਖੋ, ਆਹ ਜਿਹੜਾ ਸੋਲਰ ਹੈ ਨਾ ਜੀ, ਇਹ ਸਾਡੇ ਕੋਲ ਸੋਲਰ ਸਿਸਟਮ ਇਸ ਤਰ੍ਹਾਂ ਚੱਲਦਾ ਕਿ ਇਹ ਸਾਡੇ ਕੋਲ ਸੂਰਜੀ ਊਰਜਾ 'ਤੇ ਚੱਲਣ ਵਾਲੇ ਯੰਤਰ ਹੈ। ਪਰ ਇੱਥੇ ਹੁਣ ਸੂਰਜ ਨਹੀਂ ਹੈ ਤਾਂ ਵੀ ਇਹ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ ਇਸ ਨੂੰ। ਇਹ ਦੇਖੋ, ਇਹ ਹੁਣ ਇਸ ਦੇ ਵਿੱਚ ਬੱਲਬ ਵੀ ਜਗ ਰਿਹਾ, ਪੱਖਾ ਵੀ ਚੱਲ ਰਿਹਾ, ਇਹ ਵੋਲਟ ਮੀਟਰ ਵੀ ਸਾਡਾ ਚੱਲ ਰਿਹਾ, ਇਹ ਸਾਡੀ ਸਾਊਂਡ ਵੀ ਆ ਰਹੀ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਹੁਣ ਦੱਸਣ ਦੇ ਲਈ ਵੀ ਇੱਥੇ ਧੁੱਪ ਤਾਂ ਹੈ ਨਹੀਂ ਸੀਗੀ, ਪਰ ਕੁਝ ਯੰਤਰ ਇਹੋ ਜਿਹੇ ਜਿਹੜੇ ਧੁੱਪੇ ਕੰਮ ਕਰਦੇ ਆ। ਹੁਣ ਜੇ ਧੁੱਪੇ ਕੰਮ ਕਰਦੇ ਆ, ਸੂਰਜ ਚਾਹੀਦਾ। ਹੁਣ ਜੇ ਸੂਰਜ ਨਹੀਂ ਹੈਗਾ ਤਾਂ ਸਟੋਰ ਕਰ ਲਓ। ਸਟੋਰ ਕਰਕੇ ਇੱਕ ਯੰਤਰ ਇੱਥੇ ਸਾਡੇ ਕੋਲ ਲਗਾਇਆ ਹੋਇਆ, ਮੈਂ ਤੁਹਾਨੂੰ ਧੁੱਪੇ ਲੈ ਕੇ ਚੱਲਦਾ ਥੋੜ੍ਹਾ ਜਿਹਾ। ਇਹ ਯੰਤਰ ਹੈ ਜਿਹੜਾ ਸਾਡੇ ਕੋਲ, ਵਾਟਰ ਪੰਪ ਕਹਿੰਦੇ ਹਾਂ ਅਸੀਂ ਇਸ ਨੂੰ ਜੀ। ਅਤੇ ਵਾਟਰ ਪੰਪ ਕਿਸ ਤਰ੍ਹਾਂ ਦੇ ਨਾਲ ਕੰਮ ਕਰਦਾ ਵੀ ਆਹ ਦੇਖੋ, ਹੁਣ ਅਸੀਂ ਇਸ ਨੂੰ ਸੂਰਜ ਦੇ ਵੱਲ ਕਰਤਾ ਹੋਇਆ। ਜਦੋਂ ਇਸ ਨੂੰ ਅਸੀਂ ਸੂਰਜ ਦੇ ਵੱਲ ਕੀਤਾ, ਸੁਖਵੀਰ ਜੀ ਇਸ ਨੂੰ ਪਕੜੇ ਜਿਹੜਾ ਸੂਰਜ ਦੇ ਵੱਲ, ਤਾਂ ਇਹ ਇਸ ਦੇ ਵਿੱਚ ਮੋਟਰ ਲੱਗੀ ਹੋਈ ਹੈ ਸਾਡੇ ਕੋਲ, ਅਤੇ ਉਹ ਮੋਟਰ ਹੈ ਜਿਹੜੀ ਉਹ ਪਾਣੀ ਨੂੰ ਖਿੱਚਣਾ ਸ਼ੁਰੂ ਕਰ ਦਿੰਦੀ ਹੈ। ਤਾਂ ਤੁਸੀਂ ਦੇਖੋਗੇ ਕਿ ਇਹ ਮੋਟਰ ਹੈ ਜਿਹੜੀ ਹੁਣੇ ਥੋੜ੍ਹੀ ਦੇਰ ਦੇ ਵਿੱਚ ਇਹ ਪਾਣੀ ਨੂੰ ਉੱਪਰ ਚੱਕ ਲੇਗੀ। ਅਤੇ ਇਹ ਧੁੱਪੇ ਜਿਹੜੀ ਮੋਟਰ ਦੀ ਆਵਾਜ਼ ਹੈ ਇਹ ਆ ਰਹੀ ਹੈ ਸਾਡੇ ਕੋਲ ਵੀ ਇਹ ਮੋਟਰ ਹੈ ਜਿਹੜੀ ਪਾਣੀ ਨੂੰ ਖਿੱਚ ਰਹੀ ਹੈ। ਕਈ ਵਾਰੀ ਨਾ ਜਿਵੇਂ ਕਹਿੰਦੇ ਜੀ ਮੋਟਰ ਹਵਾ ਲੈ ਗਈ, ਤਾਂ ਉਹ ਹਵਾ ਲੈ ਜਾਂਦੀ ਹੈ ਕਈ ਵਾਰੀ, ਤਾਂ ਉਹਦੀ ਹਵਾ ਅਸੀਂ ਕੱਢਤੀ ਅਤੇ ਇਹ ਜਿਹੜਾ ਵਾਟਰ ਪੰਪ ਆਊਟ ਹੋ ਰਿਹਾ ਧਰਤੀ ਦੇ ਵਿੱਚੋਂ ਪਾਣੀ ਸੂਰਜ ਦੇ ਕਿਰਨਾਂ ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜਾ ਸੋਲਰ ਸੈੱਲ ਅਸੀਂ ਲਗਾਇਆ ਹੋਇਆ, ਇਹ ਜਦ ਤੱਕ ਤਾਂ ਸੂਰਜ ਦੇ ਸਾਹਮਣੇ ਹੈ, ਜਦ ਤੱਕ ਇਹਨੇ ਕੰਮ ਕਰਨਾ। ਜਿਵੇਂ ਇਹ ਸੂਰਜ ਦੀਆਂ ਰੋਸ਼ਨ ਕਿਰਨਾਂ ਗਈਆਂ, ਇਹਦਾ ਕੰਮ ਬੰਦ। ਅਤੇ ਹੁਣ ਉਸ ਤੋਂ ਬਾਅਦ ਫਿਰ ਇਹ ਕਿਰਨਾਂ ਆ ਜਾਂਦੀਆਂ, ਫਿਰ ਇਸ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਸਾਡੇ ਕੋਲ। ਠੀਕ ਹੈ ਜੀ। ਤੋ ਇਸ ਤਰੀਕੇ ਦੇ ਨਾਲ ਇਹ ਆਹ ਦੇਖੋ, ਮਤਲਬ ਹਰ ਇੱਕ ਚੀਜ਼ ਹੈ ਜਿਹੜੀ ਇੱਕ ਸੈਂਸਿਟੀਵਿਟੀ ਦੇ ਨਾਲ ਕੰਮ ਕਰਦੀ ਹੈ,
ਉਸ ਸੈਂਸਿਟੀਵਿਟੀ ਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਇਹ ਵਿਦਿਆਰਥੀਆਂ ਤੱਕ ਹਰ ਗੱਲ ਹੈ ਜਿਹੜੀ ਹਰ ਫੈਨੋਮੇਨਾ ਪਹੁੰਚਣਾ ਚਾਹੀਦਾ ਵੀ ਇਹ ਸਾਰੇ ਕੰਮ ਕਿਸ ਤਰ੍ਹਾਂ ਹੋ ਰਹੇ ਆ, ਕਿਉਂ ਹੋ ਰਹੇ ਆ, ਕਿਵੇਂ ਹੋ ਰਹੇ ਆ। ਤਾਂ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤਾਂ ਕਹੂੰਗਾ ਵੀ ਤੁਸੀਂ ਘਰ ਘਰ ਤੱਕ ਮੈਸੇਜ ਪਹੁੰਚਾ ਰਹੇ ਹੋ ਆਪਣਾ, ਤੇ ਵਧੀਆ ਗੱਲ ਹੈ ਜੀ। ਇਸ ਮੈਸੇਜ ਨੂੰ ਪਹੁੰਚਦਾ ਕਰੋ, ਵਿਗਿਆਨ ਘਰ ਘਰ ਤੱਕ ਪਹੁੰਚਾਈਏ। ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀ ਆਪਾਂ ਦਿਖਾ ਸਕਦੇ ਹਾਂ ਪ੍ਰੈਕਟੀਕਲ? ਹਾਂ, ਪ੍ਰੈਕਟੀਕਲ ਦੇ ਵਿੱਚ ਦੇਖੋ ਹੁਣ ਬੱਚਿਆਂ ਨੂੰ ਇਹ ਵੀ ਦਿਖਾਇਆ ਜਾ ਸਕਦਾ ਕਿ ਇਹ ਮੈਗਨੇਟ ਹੈ ਸਾਡੇ ਕੋਲ। ਹੁਣ ਇਹ ਮੈਗਨੇਟ ਹੈ ਜਿਹੜੇ ਆਹ ਦੇਖੋ ਡਾਂਸਿੰਗ ਮੈਗਨੇਟ ਹੋ ਗਏ ਸਾਡੇ। ਹੁਣ ਡਾਂਸਿੰਗ ਮੈਗਨੇਟ ਹੈ ਜਿਹੜੇ ਉਹ ਕਿਸ ਤਰ੍ਹਾਂ ਬਣ ਗਏ? ਤੁਸੀਂ ਕਹੋ ਜੀ ਡਾਂਸਿੰਗ ਮੈਗਨੇਟ ਦਾ ਕੀ ਮਤਲਬ ਹੈ? ਬਸ ਗੱਲ ਤਾਂ ਇਹ ਹੈ ਵੀ ਹੁਣ ਇੱਧਰਲੇ ਪਾਸੇ ਇਹਦਾ ਕਰ ਦਾਂਗੇ ਤਾਂ ਇਹ ਜਿਹੜਾ ਹੈਗਾ ਇਹ ਇਸ ਨੂੰ ਧੱਕਦਾ, ਇੱਧਰਲੇ ਪਾਸੇ ਇਸ ਨੂੰ ਖਿੱਚ ਲੈਂਦਾ। ਹੁਣ ਤਾਂ ਨਹੀਂ ਉਹ ਉਸ ਤਰ੍ਹਾਂ ਚੱਲ ਰਿਹਾ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ, ਹੁਣ ਇਹ ਚੱਲ ਰਿਹਾ। ਹੁਣ ਦੇਖੋ ਤੁਸੀਂ ਕਿੰਨੀ ਇਸ ਦੇ ਵਿੱਚ ਫੋਰਸ ਆ ਗਈ। ਹੁਣ ਇਸ ਦੇ ਨਾਲ ਅਸੀਂ ਮੈਗਨੈਟਿਕ ਸ਼ੌਕਰ ਤਿਆਰ ਕਰ ਸਕਦੇ ਵੀ ਸ਼ੌਕਰ ਬਣ ਗਏ ਹੋਏ ਸਾਡੇ ਕੋਲ, ਠੀਕ ਹੈ ਨਾ। ਤਾਂ ਉਸ ਨੂੰ ਕਿੰਨੀ ਰੇਂਜ ਤੱਕ ਲੈ ਕੇ ਜਾਣਾ, ਕਿੰਨਾ ਉਹ ਚੱਲੂਗਾ, ਕਿਵੇਂ ਚੱਲੂਗਾ, ਕਿੰਨੀ ਉਹਦੀ ਲਾਈਫ ਹੋਊਗੀ, ਇਹ ਸਾਰਾ ਫਿਰ ਰਿਸਰਚ ਵਰਕ 'ਚ ਆ ਜਾਇਆ ਕਰਦਾ ਕਿ ਰਿਸਰਚ ਵਰਕ ਦੇ ਨਾਲ। ਤਾਂ ਇਸ ਤਰ੍ਹਾਂ ਦੇ ਜਿਹੜੇ ਆਪਰੇਟਸ ਹੈ ਉਹਨਾਂ ਨੂੰ ਯੂਜ਼ ਕਰਕੇ ਅਸੀਂ ਬੱਚਿਆਂ ਤੱਕ ਇਹ ਚੀਜ਼ਾਂ ਜਿਹੜੀਆਂ ਹੈ ਸਹਿਜੇ ਪਹੁੰਚਾ ਸਕਦੇ ਹਾਂ। ਹੋਰ ਕਿਹੜੀਆਂ ਚੀਜ਼ਾਂ ਨੇ ਆਪਾਂ ਜਿਨ੍ਹਾਂ ਦੀ ਗੱਲਬਾਤ ਕਰ ਸਕਦੇ ਹਾਂ? ਦੇਖੋ ਬੱਚਿਆਂ ਨੇ ਸੁਣਿਆ ਹੋਇਆ ਸੀਗਾ ਵੀ ਇੱਕ ਰੇਤ ਘੜੀ ਹੁੰਦੀ ਹੈ ਨਾ, ਵੀ ਰੇਤ ਹੈ ਇਹਦੇ ਵਿੱਚ ਪਾਈ ਹੋਈ ਕੱਚ ਦੇ ਵਿੱਚ ਬਸ। ਪਰ ਜਦੋਂ ਅਸੀਂ ਇਸ ਨੂੰ ਇਸ ਤਰ੍ਹਾਂ ਕਰ ਲਾਂਗੇ ਤਾਂ ਹੁਣ ਰੇਤ ਹੇਠਾਂ ਆਉਣੀ ਸ਼ੁਰੂ ਹੋ ਗਈ। ਤਾਂ ਤੁਸੀਂ ਦੇਖੋਗੇ ਕਿ ਇਹ ਹੇਠਾਂ ਆਈ ਜਾਊਗੀ, ਸਮਾਂ ਤਾਂ ਲੰਘ ਰਿਹਾ। ਤਾਂ ਇੱਥੋਂ ਅਹਿਸਾਸ ਹੋ ਜਾਂਦਾ ਵੀ ਸਮਾਂ ਜਿਹੜਾ ਉਹ ਆਪਣੀ ਚਾਲ ਹੀ ਚੱਲੀ ਜਾਂਦਾ, ਉਹ ਨਹੀਂ ਰੁਕਦਾ ਹੈ। ਉਹ ਰੇਤ ਨੇ ਥੱਲੇ ਆਈ ਜਾਣਾ। ਜਦੋਂ ਇਸਨੇ ਸਾਰੇ ਨੇ ਖਾਲੀ ਹੋ ਜਾਣਾ ਤਾਂ 1 ਮਿੰਟ ਹੋ ਜਾਣਾ। ਤਾਂ ਸਾਨੂੰ 1 ਮਿੰਟ ਦਾ ਅਹਿਸਾਸ ਹੋ ਜਾਂਦਾ ਵੀ 1 ਮਿੰਟ ਕਿੱਡਾ ਵੱਡਾ ਹੁੰਦਾ। ਰੇਤ ਕੋਈ ਮਿਣ ਕੇ ਪਾਉਣੀ ਪੈਂਦੀ ਹੈ ਫਿਰ ਵਿੱਚ? ਹਾਂ, ਇਸ ਦੇ ਵਿੱਚ ਇਹਦੀ ਕੁਆਂਟੀਟੀ ਨੂੰ ਮੇਜਰ ਕਰਕੇ ਪਾਉਣਾ ਪੈਂਦਾ ਵੀ ਇਹ 1 ਮਿੰਟ ਦਾ ਜਾਂ 2 ਮਿੰਟ ਦਾ ਜਾਂ 3 ਮਿੰਟ ਦਾ 1 ਘੰਟੇ ਦਾ, ਉਹ ਉਹਨਾਂ ਫਿੱਟ ਕਰਕੇ ਉਸ ਨੂੰ ਸਾਨੂੰ ਬਣਾਉਣਾ ਪੈਂਦਾ। ਪਹਿਲਾਂ ਸਮੇਂ ਨੂੰ ਇੱਦਾਂ ਮਾਪਿਆ ਜਾਂਦਾ ਸੀਗਾ ਇਹਨਾਂ ਤਰੀਕਿਆਂ ਦੇ ਨਾਲ। ਸੂਰਜੀ ਘੜੀ ਹੋ ਗਈ ਸਾਡੇ ਕੋਲ ਵੀ ਸੂਰਜ ਦੀ ਘੜੀ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਉਸ ਦਾ ਜਿਹੜਾ ਹੈਗਾ ਟਾਈਮ ਦੱਸ ਦਿੰਦੀ ਹੈ ਸਾਨੂੰ। ਸਿਰਫ ਕਿਰਨਾਂ ਹੀ ਪੈਣੀਆਂ, ਇੱਕ ਡੰਡੇ ਦੇ ਉੱਤੇ ਕਿਰਨਾਂ ਨੇ ਪੈਣਾ ਔਰ ਉਸਨੇ ਟਾਈਮ ਨੂੰ ਦੱਸ ਦੇਣਾ। ਇਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਜਿਹੜੇ ਪਾਰਕ ਦੇ ਵਿੱਚ ਤੁਸੀਂ ਆ ਲਗਾਏ ਨੇ ਬੋਰਡ ਲਗਾਏ ਹੋਏ ਨੇ, ਜਿਵੇਂ ਆਹ ਹਾਥੀ ਵਾਲਾ ਹੋ ਗਿਆ, ਇਹਨਾਂ ਨੂੰ ਥੋੜਾ ਸਾਨੂੰ ਬਰੀਫ ਦੇ ਵਿੱਚ ਦੱਸ ਦਿਓ। ਇਹ ਦੱਸਦੀਆਂ ਸਾਨੂੰ ਵੀ ਉਹ ਤੁਸੀਂ ਪੜ੍ਹ ਰਹੇ ਹੋ ਹਾਊ ਮੈਨੀ ਐਨੀਮਲਸ ਕੈਨ ਯੂ ਸੀ ਇਨ, ਵੀ ਕਿੰਨੇ ਐਨੀਮਲਸ ਤੁਹਾਨੂੰ ਨਜ਼ਰ ਆ ਰਹੇ। ਹੁਣ ਬੱਚਾ ਕਹਿੰਦਾ ਵੀ ਇੱਕ ਹਾਥੀ ਹੈ ਨਾ। ਹੁਣ ਉਸ ਹਾਥੀ ਦੇ ਵਿੱਚ ਉਸ ਨੂੰ ਜਿਹੜਾ ਹੈਗਾ ਡੰਕੀ ਨਜ਼ਰ ਆ ਰਿਹਾ, ਉਸ ਤੋਂ ਬਾਅਦ ਉਸ ਨੂੰ ਉਸ ਦੇ ਵਿੱਚ ਡੌਗ ਨਜ਼ਰ ਆ ਰਿਹਾ, ਫਿਰ ਕੈਟ ਨਜ਼ਰ ਆ ਰਹੀ ਹੈ, ਕੈਟ ਦੇ ਵਿੱਚ ਇੱਕ ਮਾਊਸ ਨਜ਼ਰ ਆ ਰਿਹਾ ਹੈ ਨਾ। ਤਾਂ ਫਿਰ ਉਸ ਦੀ ਪੂੰਛ ਹੈ ਜਿਹੜੀ ਉਹ ਇੱਕ ਸਨੇਕ ਦੀ ਤਰ੍ਹਾਂ ਹੈ, ਫਿਰ ਉਸ ਦੀ ਜਿਹੜੀ ਸੁੰਡ ਹੈ ਉਹ ਇੱਕ ਸ਼ਾਰਕ ਦੀ ਤਰ੍ਹਾਂ ਹੈਗੀ ਹੈ, ਫਿਰ ਟੋਰਟੋਆਇਜ਼ ਅੱਖਾਂ ਜਿਹੜੀਆਂ ਟੋਰਟੋਆਇਜ਼ ਦੀਆਂ। ਮਤਲਬ ਇੱਕ ਦੇ ਵਿੱਚ ਹੀ ਉਹ 10 ਚੀਜ਼ਾਂ ਨੂੰ ਅਸੀਂ ਜਿਹੜਾ ਹੈਗਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਜਦੋਂ ਵਿਦਿਆਰਥੀ ਇੱਥੇ ਆਉਂਦਾ ਸਾਡੇ ਇਸ ਪਾਰਕ ਦੇ ਵਿੱਚ ਤਾਂ ਉਹ ਐਜੂਕੇਸ਼ਨਲ ਪਾਰਕ ਦੇ ਵਿੱਚ ਤਾਂ ਬਹੁਤ ਕੁਝ ਐਜੂਕੇਸ਼ਨ ਦੀਆਂ ਗੱਲਾਂ ਸਿੱਖਦਾ ਹੈ, ਲੇਕਿਨ ਟੈਕਨੋਲੋਜੀ ਪਾਰਕ ਦੇ ਵਿੱਚ ਟੈਕਨੋਲੋਜੀ ਗੱਲਾਂ ਸਿੱਖਦਾ। ਹੁਣ ਗੱਲ ਕਰ ਲਈ ਆਪਾਂ ਘੜੀ ਲਗਾਈ ਹੋਈ ਹੈ, ਦੇਖੋ ਇਹ ਘੜੀ ਜਿਹੜੀ ਲਗਾਈ ਹੋਈ ਹੈ ਸਾਡੀ, ਇਸ ਘੜੀ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਟਾਈਮ ਹੈ ਜਿਹੜਾ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇੱਥੇ ਅਸੀਂ 12 1 2 3 ਨਹੀਂ ਲਿਖੇ ਹਨ, ਅਸੀਂ 12 ਫਾਰਮੂਲੇ ਇਹਦੇ ਵਿੱਚ ਫਿੱਟ ਕੀਤੇ ਹੋਏ ਹਨ। ਤਾਂ ਤੁਸੀਂ ਕਹੋ ਸਰ ਜੀ ਆ ਤੁਸੀਂ ਘੜੀ ਤਾਂ ਬੜੀ ਜ਼ਬਰਦਸਤ, ਨਹੀਂ ਇਹ ਤੁਸੀਂ ਵੀ ਜਾ ਕੇ ਦੇਖੋ, ਗੂਗਲ ਤੇ ਜਾ ਕੇ ਲਿਖੋ ਹੈ, ਉਸ ਦੇ ਉੱਤੇ ਸਾਰਾ ਕੁਝ ਪਿਆ ਹੈ। ਪਰ ਮੈਂ ਉਹਦੇ ਵਿੱਚੋਂ ਇੱਕ ਕਨਸੈਪਟ ਕੱਢ ਕੇ ਬੱਚਿਆਂ ਤੱਕ ਲੈ ਕੇ ਆਇਆ ਕਿ ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੋਵੇ। ਤਾਂ ਘੱਟੋ ਘੱਟ ਉਹ 12 ਫਾਰਮੂਲੇ ਤਾਂ ਸਿੱਖ ਗਏ ਨਾ ਵੀ 30/5 19/38। ਜਦੋਂ ਇਸ ਨੂੰ ਅਸੀਂ ਗੁਣਾ ਕਰਕੇ ਦੇਖਦੇ ਹਾਂ ਤਾਂ ਇੱਥੇ ਜਵਾਬ 12 ਆਊਗਾ। ਸਾਈਨ π/2 ਇਹ 1 ਹੁੰਦਾ, ਸਾਈਨ 90 1 ਹੁੰਦਾ, ਉਹਦੀ ਕੀਮਤ 1 ਹੁੰਦੀ ਹੈ। ਹੁਣ ਉਹਨੂੰ 12 ਫਾਰਮੂਲੇ ਯਾਦ ਹੋ ਗਏ, ਜਿੱਥੇ ਉਹਨੂੰ ਟਾਈਮ ਯਾਦ ਹੋਇਆ ਉਹਨੂੰ ਇਹ ਤਾਂ ਪਤਾ ਵੀ 1 ਤੋਂ ਬਾਅਦ 2 ਵੱਜਣੇ, ਤਾਂ ਉਹਨੂੰ ਬਈ ਪਤਾ ਲੱਗ ਗਿਆ ddx(2x) ਇਹਦਾ ਆਨਸਰ 2 ਆਊਗਾ। ਤਾਂ ਉਹਨੂੰ ਇੱਕ ਫਾਰਮੂਲਾ ਯਾਦ ਹੋ ਗਿਆ ddx(2x) ਕੀ ਹੈ 2 ਆਊਗਾ। ਤਾਂ ਇਸ ਤਰ੍ਹਾਂ ਦੇ ਨਾਲ ਇਹ ਇੱਧਰ ਬੱਲਬ ਲਗਾਇਆ ਗਿਆ, ਇਹਦਾ ਕੀ ਇੱਥੇ ਪਰਪਸ ਆ ਲਾਉਣ ਦਾ? ਇਹ ਜਿਹੜਾ ਬੱਲਬ ਅਸੀਂ ਲਗਾਇਆ ਨਾ, ਇਹ ਬੱਲਬ ਦੇ ਵਿੱਚ ਕੀ ਹੈ ਕਿ ਇਹ ਬੱਲਬ ਦੇ ਵਿੱਚ ਫਿਲਾਮੈਂਟ ਹੈ, ਉਸੇ ਤਰ੍ਹਾਂ ਜਿਵੇਂ ਆਮ ਬੱਲਬਾਂ ਦੇ ਵਿੱਚ ਫਿਲਾਮੈਂਟ ਹੁੰਦਾ। ਹੁਣ ਜਦੋਂ ਤੁਸੀਂ ਇਸ ਬੱਲਬ ਦੇ ਉੱਤੇ ਫੋਕਸ ਕਰਦੇ ਹੋ ਨਾ, ਤੇ ਫੋਕਸ ਕਰਨ ਤੋਂ ਬਾਅਦ ਤੁਸੀਂ ਕਿਤੇ ਵੀ ਹੋਰ ਜਗ੍ਹਾ ਤੇ ਦੇਖੋ, ਬੱਲਬ ਤੇ ਨਹੀਂ ਦੇਖਣਾ, ਕਿਸੇ ਹੋਰ ਜਗ੍ਹਾ ਤੇ ਦੇਖੋ, ਤਾਂ ਤੁਹਾਨੂੰ ਇਹ ਬੱਲਬ ਜਗਦਾ ਹੋਇਆ ਨਜ਼ਰ ਆਊਗਾ। ਤਾਂ ਮਤਲਬ ਬੱਚੇ ਨੂੰ ਬੜਾ ਹੈ ਕਮਾਲ ਹੈ। ਕਿਉਂਕਿ ਇਹਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ ਦਾ ਕਮਾਲ ਆ ਜਾਂਦਾ ਕਿ ਇੱਕ ਨੈਗੇਟਿਵ ਨੂੰ ਪੋਜ਼ਿਟਿਵ ਕਿਵੇਂ ਬਣਾਇਆ ਜਾਂਦਾ ਸੀ ਪਹਿਲਾਂ। ਹੁਣ ਇਸ ਬੱਲਬ ਦੇ ਵਿੱਚ ਜਿਹੜਾ ਇਹ ਫਿਲਾਮੈਂਟ ਹੈ ਇਹ ਚਿੱਟੇ ਰੰਗ ਦਾ, ਜਿਹੜਾ ਇਹਦਾ ਪਿਛਲਾ ਹਿੱਸਾ ਉਹ ਬਲੈਕ ਕਲਰ ਦਾ, ਤੇ ਜਦੋਂ ਇਹ ਪੋਜ਼ਿਟਿਵ ਬਣ ਕੇ ਜਾਂਦਾ ਤਾਂ ਇਹ ਚਮਕਣ ਲੱਗ ਪੈਂਦਾ, ਉਹ ਬਲੈਕ ਹੋ ਜਾਂਦਾ। ਤਾਂ ਆਹ ਕਨਸੈਪਟ ਜਿਹੜਾ ਅੱਖਾਂ ਜੋ ਤੁਹਾਨੂੰ ਦੱਸ ਰਹੇ ਨੇ ਤੁਸੀਂ ਆਪਣੇ ਘਰੇ ਜ਼ਰੂਰ ਕਰਕੇ ਦੇਖ ਸਕਦੇ ਹੋ ਇਸੇ ਢੰਗ ਨਾਲ ਗ੍ਰਾਫਿਕ ਕੱਢ ਕੇ। ਤੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਇੱਕ, ਇਹਨਾਂ ਨੇ ਪੇੜ ਦੇ ਉੱਤੇ ਨਾ
ਪੇੜ ਦਾ ਇੱਕ ਪੋਸਟਰ ਬਣਾ ਕੇ ਲਾਇਆ ਗਿਆ, ਹਾਂ। ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤਾਂ ਆਹ ਇੱਕ ਦੇਖੋ- ਚੀਜ਼ ਹੈ, ਇਹ ਦੇਖੋ ਜੀ, ਆਹ ਜਿਹੜਾ ਅਸੀਂ ਦਰਖਤ ਦੇ ਉੱਤੇ ਆਹ ਪੋਸਟਰ ਬਣਾ ਕੇ ਲਾਇਆ, ਹੁਣ ਦੇਖਣ ਨੂੰ ਤਾਂ ਇਹੀ ਪੋਸਟਰ ਇੱਕ ਆਮ ਪੋਸਟਰ ਹੈ, ਲੇਕਿਨ ਇਸ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਨਾ ਤਾਂ ਬੱਚਿਆਂ ਦੀ ਕੰਸੈਂਟਰੇਸ਼ਨ ਲੈਵਲ ਵਧਾ ਦਿੰਦੇ ਹਾਂ ਅਸੀਂ। ਉਹਨਾਂ ਨੂੰ ਕਹਿੰਦੇ ਆ ਵੀ ਦੇਖੋ ਇਹਦੇ ਵਿੱਚ ਤੁਹਾਨੂੰ ਕੋਈ ਬੰਦੇ ਨਜ਼ਰ ਆ ਰਹੇ? ਉਹ ਕਹਿੰਦੇ ਹਾਂਜੀ। ਇੱਕ ਬੱਚਾ ਵਿੱਚ ਦੀ ਉਹ ਸੁਭਾਸ਼ ਚੰਦਰ ਬੋਸ ਜੀ ਹੈਗੇ ਆ, ਉਹ ਰਵਿੰਦਰਨਾਥ ਟੈਗੋਰ ਜੀ, ਮਹਾਤਮਾ ਗਾਂਧੀ ਹੈ, ਜਵਾਹਰ ਲਾਲ ਨਹਿਰੂ ਹੈ, ਤਾਂਤੀਆ ਟੋਪੇ, ਮਤਲਬ ਉਸ ਨੂੰ ਇਸ ਗੱਲ ਦਾ ਅਹਿਸਾਸ, ਅੱਛਾ ਇਹ ਲੀਡਰ ਹੋਏ ਆ ਸਾਡੇ। ਤਾਂ ਉਹਨਾਂ ਨੂੰ ਇੱਕ ਸਮਝ ਆਉਂਦੀ ਹੈ ਵੀ ਕੰਸੈਂਟਰੇਸ਼ਨ ਦੇ ਨਾਲ ਇੱਕ ਮਤਲਬ ਇਹ ਦਰਖਤ, ਫਿਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਨਹੀਂ ਬਣਾਇਆ ਹੈ, ਇਹ ਤਾਂ ਮੈਂ ਇੱਕ ਉੱਥੋਂ ਕੱਢ ਲਿਆ ਨੈਟ ਦੇ ਉੱਤੋਂ ਤੇ ਕੱਢ ਕੇ ਬੱਚਿਆਂ ਤੱਕ ਪਹੁੰਚਾਤਾ ਵੀ ਬੱਚਿਓ ਇਹ ਜਿਹੀਆਂ ਚੀਜ਼ਾਂ ਵੀ ਹੋਇਆ ਕਰਦੀਆਂ। ਤਾਂ ਹੁਣ ਜਿਵੇਂ ਅਸੀਂ ਅੱਗੇ ਦੱਸਦੇ ਹਾਂ ਵੀ ਤੁਸੀਂ ਆਪਣੀ ਉਮਰ ਨੂੰ 259 ਨਾਲ ਗੁਣਾ ਕਰੋ। ਜਿਵੇਂ ਮੰਨ ਲਓ ਮੈਂ ਹੁਣ ਅੱਜ 55 ਸਾਲ ਦਾ ਹੋ ਗਿਆ, ਤਾਂ 259 ਨੂੰ ਮੈਂ 55 ਨਾਲ ਗੁਣਾ ਕਰਦਾ, ਫਿਰ ਜਿੰਨਾ ਆ ਜਾਂਦਾ ਉਹਨੂੰ 39 ਨਾਲ ਗੁਣਾ ਕਰਦਾ, ਤਾਂ ਮੇਰਾ ਜਵਾਬ ਮੈਂ ਤੁਹਾਨੂੰ ਦੱਸਦਾ 55 55 55 ਆ ਜਾਊਗਾ। ਤੁਹਾਡੀ ਉਮਰ ਕਿੰਨੀ ਹੈ ਸੁਖਵੀਰ ਜੀ? 27 ਸਾਲ। ਤਾਂ ਤੁਸੀਂ ਜਦੋਂ 27 ਨਾਲ ਗੁਣਾ ਕਰੋਗੇ 259 ਨੂੰ 27 ਨਾਲ, ਫਿਰ 39 ਨਾਲ ਕਰੋਗੇ, ਤੁਹਾਡਾ ਜਵਾਬ ਹੋਗਾ 27 27 27। ਤਾਂ ਹਾਂ, ਅਚੰਭਾ ਹੋ ਗਿਆ ਨਾ, ਵਿਦਿਆਰਥੀ ਲਈ ਤਾਂ ਅਚੰਭਾ ਹੋ ਗਿਆ, ਪਰ ਇਹਦੇ ਪਿੱਛੇ ਦਾ ਫਿਰ ਉਹਨੂੰ ਰਾਜ ਦੱਸਿਆ ਜਾਂਦਾ ਹੈ। ਕਿਉਂਕਿ ਜਾਦੂਗਰ ਤੇ ਅਧਿਆਪਕ 'ਚ ਹੀ ਫਰਕ ਹੋਇਆ ਕਰਦਾ ਕਿ ਅਧਿਆਪਕ ਹਰ ਚੀਜ਼ ਦੱਸਦਾ, ਐਕਸਪਲੇਨ ਕਰਦਾ, ਜਾਦੂਗਰ ਐਕਸਪਲੇਨ ਨਹੀਂ ਕਰਦੇ ਹੈ। ਹੁਣ ਜਦੋਂ 259 ਨੂੰ 39 ਨਾਲ ਗੁਣਾ ਕਰਦੇ ਹੋ ਤਾਂ 10101 ਆ ਜਾਣਾ, ਤਾਂ ਉਹਨੂੰ ਤੁਸੀਂ ਜਦੋਂ ਗੁਣਾ ਕਰੋਗੇ ਉਹੀ ਡਿਜਿਟ ਨੇ ਵਾਰੀ-ਵਾਰੀ ਆਈ ਜਾਣਾ। ਤਾਂ ਇਹ ਇੱਕ ਆਸਾਨ ਜਿਹੀਆਂ ਸਧਾਰਨ ਜਿਹੀਆਂ ਗੱਲਾਂ ਜਿਹੜੀਆਂ ਬੱਚਿਆਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਇਹ ਜਿਹੇ ਅਨੇਕਾਂ ਹੀ ਫਾਰਮੂਲੇ ਜਿਹੜੇ ਮੈਥਮੈਟਿਕਸ ਦੇ ਵਿੱਚ ਅਵੇਲੇਬਲ ਹੈ, ਜੇ ਅਸੀਂ 5-5 4-4 ਫਾਰਮੂਲੇ ਵੀ ਇੱਕ ਸਾਲ ਦੇ ਵਿੱਚ ਬੱਚੇ ਨੂੰ ਕਰਾਈਏ, ਜੇ 10 ਸਾਲ ਉਹ ਸਾਡੇ ਕੋਲ ਰਿਹਾ ਤਾਂ 50 ਫਾਰਮੂਲੇ ਪੈਟ ਕਰਕੇ ਉਹ ਕਿਤੇ ਦਾ ਕਿਤੇ ਪਹੁੰਚ ਸਕਦਾ। ਤੁਸੀਂ ਇੱਕ ਸਰਕਾਰੀ ਸਕੂਲ 'ਚ ਅਧਿਆਪਕ ਹੋ, ਇੱਥੇ ਤੁਹਾਡੀ ਸਰਕਾਰ ਵੱਲੋਂ ਸਹਾਇਤਾ ਵੀ ਕੀਤੀ ਜਾਂਦੀ ਹੈ? ਇਹ ਸਾਰੀ ਸਰਕਾਰ ਦੀ ਸਹਾਇਤਾ ਹੀ ਹੈ ਜੀ। ਦੇਖੋ ਹੁਣ ਸਰਕਾਰ ਸਾਨੂੰ ਮਾਨ ਸਨਮਾਨ ਦਿੰਦੀ ਹੈ ਸਮੇਂ-ਸਮੇਂ ਤੇ, ਹੈ ਨਾ, ਵੀ ਹਾਂ ਇੱਕ ਅਧਿਆਪਕ ਬਹੁਤ ਵਧੀਆ ਕੰਮ ਕਰ ਰਿਹਾ ਹੈ ਤਾਂ ਉਹਦੇ ਨਾਲ ਉਤਸ਼ਾਹ ਵੱਧਦਾ ਸਾਡਾ, ਠੀਕ ਹੈ ਨਾ। ਤਾਂ ਉਸ ਉਤਸ਼ਾਹ ਦੇ ਨਾਲ ਅਸੀਂ ਹੋਰ ਲੱਗੇ ਰਹਿੰਦੇ ਹਾਂ, ਹੋਰ ਜਜ਼ਬੇ ਦੇ ਨਾਲ ਕੰਮ ਕਰਦੇ ਹਾਂ। ਹਰ ਇੱਕ ਅਧਿਆਪਕ ਇੱਥੇ ਲੱਗਿਆ ਹੋਇਆ, ਹਰ ਇੱਕ ਅਧਿਆਪਕ ਹਰ ਸਕੂਲ ਦੇ ਵਿੱਚ ਮਤਲਬ ਇੰਨੀ ਕੁ ਮਿਹਨਤ ਕਰ ਰਿਹਾ ਵੀ ਮੈਂ ਕੁਛ ਨਾ ਕੁਛ ਇਹਨਾਂ ਬੱਚਿਆਂ ਦੇ ਲਈ ਕਰਦਾ। ਉੱਪਰ ਤੁਹਾਡੀ ਲੈਬ ਵੀ ਬਣਾਈ ਗਈ ਆ, ਉਹਦੇ ਵਿੱਚ ਕਿਹੜਾ ਸਮਾਨ ਜਿਹੜਾ ਰੱਖਿਆ ਸਾਡੇ ਕੋਲ ਅਟਲ ਟਿੰਕਰਿੰਗ ਲੈਬ ਉਸ ਨੂੰ ਕਿਹਾ ਜਾਂਦਾ ਹੈ ਵੀ ਉਸ ਦੇ ਵਿੱਚ ਵੀ ਉਹ ਵੀ ਸਰਕਾਰ ਦੀ ਸਹਾਇਤਾ ਦੇ ਨਾਲ ਹੀ ਬਣੀ ਹੈ। ਸੈਂਟਰ ਦੀ ਮਦਦ ਦੇ ਨਾਲ ਉੱਥੇ ਸਾਨੂੰ ਉਸ ਦੇ ਲਈ 20 ਲੱਖ ਰੁਪਇਆ ਸਰਕਾਰ ਨੇ ਭੇਜਿਆ। ਤਾਂ ਉਸ ਦੇ ਵਿੱਚ ਉਹ ਲੈਬ ਹੈ ਜਿਹੜੀ ਕੰਮ ਕਰਦੀ, ਜਿਸ ਵਿੱਚ ਰੋਬੋਟਿਕਸ ਤਿਆਰ ਕੀਤਾ ਜਾਂਦਾ, ਰੋਬੋਟਸ ਬਣਾਉਣੇ ਸਿਖਾਏ ਜਾਂਦੇ ਆ ਬੱਚਿਆਂ ਨੂੰ ਕਿ ਰੋਬੋਟ ਦਾ ਪਹਿਲਾਂ ਇਲੈਕਟ੍ਰੋਨਿਕ ਸਰਕਟ ਕੀ ਹੈ, ਆਮ ਸਰਕਟ ਕੀ ਹੈ, ਇਲੈਕਟ੍ਰੋਨਿਕ ਸਰਕਟ ਕੀ ਹੈ, ਫਿਰ ਉਹਦੇ ਵਿੱਚ ਸੈਂਸਰ ਕਿਵੇਂ ਕੰਮ ਕਰਦੇ ਆ, ਫਿਰ ਅੱਜ ਕੱਲ੍ਹ ਸੈਂਸਰ ਚੀਜ਼ਾਂ ਆ ਗਈਆਂ, ਸਾਰੀਆਂ ਰਿਮੋਟ ਕੰਟਰੋਲ ਚੀਜ਼ਾਂ ਆ ਗਈਆਂ, ਉਹਨਾਂ ਨੂੰ ਕਿਵੇਂ ਅਸੀਂ ਸਮਾਜ ਦੇ ਵਿੱਚ ਲੈ ਕੇ ਆਏ ਹਾਂ ਤੇ ਕਿਵੇਂ ਉਹ ਚੱਲ ਰਹੀਆਂ। ਦਰਵਾਜ਼ੇ ਦੇ ਅੱਗੇ ਜਾ ਕੇ ਖੜ੍ਹ ਕੇ ਦਰਵਾਜ਼ਾ ਆਪਣੇ ਆਪ ਹੀ ਖੁੱਲ੍ਹ ਗਿਆ, ਅੱਗੇ ਤਾਂ ਕਹਿਣਾ ਮੈਂ ਸਿਮ ਖੁੱਲ੍ਹ ਜਾ ਤਾਂ ਉਹ ਆਪਣੇ ਆਪ ਕਿਵੇਂ ਖੁੱਲ੍ਹ ਜਾਂਦਾ। ਸੈਂਸਰਾਂ ਦੇ ਕਮਾਲ ਹੈ ਸਾਡੀ ਜਿਹੜੀ ਟੈਕਨੋਲੋਜੀ ਹੈ, ਸੈਮੀ ਕੰਡਕਟਰ ਕੀ ਹੈ, ਡਾਇਓਡ ਕੀ ਹੈ ਨਾ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉੱਥੇ ਉਸ ਚੀਜ਼ ਦਾ ਗਿਆਨ ਦੇਣ ਦੀ ਕੋਸ਼ਿਸ਼ ਕਰੀਦੀ ਹੈ ਵੀ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣ। ਜਦੋਂ ਇਹ ਪਹੁੰਚਣਗੀਆਂ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਹੀ ਐਸੇ ਰੋਬੋਟ ਤਿਆਰ ਕਰ ਦੇਣਗੇ। ਪਰ ਮੈਂ ਇੱਥੇ ਫਿਰ ਇੱਕ ਵਾਰੀ ਰਿਪੀਟ ਕਰਨਾ ਚਾਹੁੰਦਾ ਕਿ ਮੇਰੇ ਵਿਦਿਆਰਥੀ ਨੂੰ ਰੋਕਿਆ ਨਾ ਜਾਵੇ, ਮੇਰੇ ਵਿਦਿਆਰਥੀ ਨੂੰ ਸਮਾਨ ਦੇ ਕੇ ਉਹਦਾ ਇੰਟਰਸਟ ਚੈੱਕ ਕਰਕੇ ਵੀ ਉਹ ਕਿਹੜੇ ਪਾਸੇ ਝੁਕਾ ਰੱਖਦਾ ਹੈ, ਉਸ ਨੂੰ ਉਸ ਲਾਈਨ 'ਤੇ ਤੁਰਨ ਦੀ ਕੋਸ਼ਿਸ਼ ਕਰੀਏ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ ਜਸਵਿੰਦਰ ਸਿੰਘ ਜੀ, ਜੋ ਕਿ ਕਲਿਆਣ ਸਕੂਲ ਦੇ ਵਿੱਚ ਟੀਚਰ ਨੇ ਸਾਇੰਸ ਦੇ, ਜਿਹੜੇ ਕਿ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਪ੍ਰੈਕਟੀਕਲ ਕਰਕੇ ਦਿਖਾਉਂਦੇ ਨੇ। ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖਿਆ ਕਿ ਇਹ ਕਿਹੜੇ ਢੰਗ ਨਾਲ ਪ੍ਰੈਕਟੀਕਲ ਕਰਦੇ ਨੇ, ਤੇ ਮੈਂ ਆਸ ਕਰਦਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਿਹੜਾ ਇਸ ਤਰ੍ਹਾਂ ਪ੍ਰੈਕਟੀਕਲ ਕਰਕੇ ਦਿਖਾਓ, ਤੇ ਜੇ ਉਹਦਾ ਇੰਟਰਸਟ ਹੁੰਦਾ ਤਾਂ ਉਹਨੂੰ ਇਸ ਲਾਈਨ ਦੇ ਵਿੱਚ ਪਾਓ। ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਸੁਖਵੀਰ ਭੰਗੂ, ਪਟਿਆਲਾ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।